मसीह दे अंदर आया, ਉਹ ਮਰ ਕੇ ਜੀ ਉੱਠਿਆ ਤੇ ਪਵਿੱਤਰ ਆਤਮਾ ਬਣ ਕੇ ਉਹ 120 ਦੇ ਅੰਦਰ ਆ ਗਿਆ, ਉਹਨੇ ਮੁਖੋਟੇ ਚੇਂਜ ਕਰ ਲਏ। ਨਬੀ ਕਹਿੰਦਾ ਉਹੀ ਪਵਿੱਤਰ ਆਤਮਾ ਜਿਹੜਾ ਇੱਕ ਵਾਰੀ ਯਿਸੂ ਮਸੀਹ ਦੇ ਅੰਦਰ ਹੀ, ਹੁਣ ਪਤਰਸ ਦੇ ਅੰਦਰ ਹੀ, ਯਾਕੂਬ ਦੇ ਅੰਦਰ ਹੀ, ਯਹੂਨਾ ਦੇ ਅੰਦਰ ਹੀ, ਪੌਲੁਸ ਦੇ ਅੰਦਰ ਹੀ, ਔਰ ਵੱਧਦਾ ਰਿਹਾ ਇਹਨਾਂ ਸੱਤਾ ਦੂਤਾਂ ਦੇ ਦੁਆਰਾ ਮੁਖੋਟੇ ਚੇਂਜ ਕਰਦਾ ਰਿਹਾ, ਮੈਸੇਜ ਆਉਂਦਾ ਰਿਹਾ, ਮੁਖੋਟੇ ਚੇਂਜ ਕਰਦਾ ਰਿਹਾ। ਪਰ ਇਹਨਾਂ ਦਿਨਾਂ 'ਚ ਉਹਨੇ ਫਿਰ ਤੋਂ ਮੁਖੋਟਾ ਚੇਂਜ ਕੀਤਾ, ਔਰ ਉਸ ਮੁਖੋਟੇ ਦਾ ਨਾਮ ਵਿਲੀਅਮ ਮੇਰੀਅਨ ਬ੍ਰਾਨਮ ਹੀ, ਪਰ ਆਵਾਜ਼ ਪਰਮੇਸ਼ਵਰ ਦੀ। ਹਾਲੇਲੂਇਆ। ਜਦੋਂ ਨਬੀ ਚਲ ਗਿਆ ਉਹ ਦੂਤ ਫਿਰ ਇੱਥੋਂ ਤੇ ਰਿਹਾ, ਹੁਣ ਆਵਾਜ਼ ਦੇਣ ਲਈ ਇੱਕ ਸਰੀਰ ਤੇ ਚਾਹੀਦਾ ਹੀ, ਇਸੇ ਜ਼ਰੂਰੀ ਹੋ ਫਿਰ ਤੋਂ ਇੱਕ ਸਰੀਰ ਇਹਨਾਂ ਨੂੰ ਲੱਭਦਾ। ਉਹਨੇ ਫਿਰ ਤੋਂ ਫਾਈਵਫੋਲਡ ਮਿਨਿਸਟਰੀ ਲਿੱਤੀ, ਫਿਰ ਤੋਂ ਮੁਖੋਟੇ ਲਿੱਤੇ, ਔਰ ਆਪਣੀ ਆਵਾਜ਼ ਉਹਨਾਂ ਦੇ ਅੰਦਰ ਰੱਖੀ। ਹਾਲੇਲੂਇਆ। ਹੁਣ ਮੁਖੋਟਾ ਫਿਰ ਤੋਂ ਚੇਂਜ ਹੋ ਗਿਆ ਆ, ਪਰ ਆਵਾਜ਼ ਸੇਮ। ਔਰ ਜਿਹੜੇ ਪ੍ਰਚਾਰਕ ਦੀ ਇਹਨਾਂ ਦਿਨਾਂ ਦੇ ਵਿੱਚ ਆਵਾਜ਼ ਨਬੀ ਦੇ ਨਾਲ ਮੈਚ ਨਹੀਂ ਕਰਦੀ, ਉਹ ਉਸ ਆਵਾਜ਼ ਨੂੰ, ਉਸ ਤੁਰੀ ਨੂੰ ਨਹੀਂ ਵਜਾਉਂਦੇ। ਉਹ ਇਕੋ ਨਹੀਂ ਕਰਨ ਦਿਆ, ਫਿਰ ਉਹ ਪਤਾ ਨਹੀਂ ਕੀ ਕਰਨ ਦਿਆ, ਉਹ ਇਕੋ ਨਹੀਂ ਕਰਨ ਦਿਆ। ਅਸੀਂ ਉਹੀ ਕਿਉਂ ਜੋ ਟੇਪ ਸੇ ਬੁక్స్ ਕਹਿੰਦੇ ਆ, ਤੁਹਾਨੂੰ ਉਹੀ ਆਵਾਜ਼ ਦੇਣੀ ਪੈਣੀ ਹੈ ਜੋ ਉਸ ਤੁਰੀ ਨੇ ਛੱਡੀ ਹੈ। ਜੋ ਸਤਮਾ ਤੂੰ ਤੁਰੀ ਛੱਡ ਕੇ ਗਿਆ ਤੇ ਜਿਹੜਾ ਅਗਲਾ ਆਏਗਾ ਜਾਂ ਦੁਲਹਨ ਆਂਦੀ ਹੈ ਕਿ ਉਸੇ ਤੁਰੀ ਨੂੰ ਲਏਗੀ ਤੇ ਉਹ ਵਜਾਏਗੀ ਤੇ ਆਵਾਜ਼ ਸੇਮ ਆਏਗੀ, ਆਵਾਜ਼ ਸੇਮ ਆਏਗੀ। ਜਦੋਂ ਨਬੀ ਕਹਿ ਕੇ ਗਿਆ 7 ਗਰਜਾਂ ਦੁਲਹਨ ਨੂੰ ਉਠਾਇਆ ਜਾਂਦਾ, ਵਿਸ਼ਵਾਸ ਦਿੰਦੀ ਆ, ਤੇ ਇਹ ਕਿਦਾਂ ਹੋ ਸਕਦਾ ਕਿ ਦੁਲਹਨ ਕੇ 7 ਮੋਹਰਾਂ ਦਿੰਦੀਆਂ? ਉਹ ਇਕੋ ਨਹੀਂ ਆ, ਉਹ ਇਕੋ ਨਹੀਂ, ਉਹ ਨਹੀਂ ਹੈ, ਨਹੀਂ। ਔਰ ਗੁਪਤ ਮੰਨਾ 7 ਗਰਜਾਂ, ਔਰ ਸਭ ਤੋਂ ਮਹਾਨ ਅੱਜ ਤੱਕ ਜਿਹੜੀ ਕਿਤਾਬ ਆ ਉਹ ਬਾਈਬਲ। ਆਮੀਨ। ਤੁਸੀਂ ਡਾਇਰੀ ਪੈਨ ਰੱਖਣਾ ਚਾਹੁੰਦੇ ਹੋ ਨਾ, ਅੱਗੇ ਜਦੋਂ ਅਸੀਂ ਜਾਣੇ ਆ ਮੈਸੇਜਾਂ ਦੇ ਕੋਡਸ ਜਾਂ ਨੋਟ ਕਰਨ ਲਈ, ਔਰ ਨਾਮ ਲਿਖਣ ਦੇ ਲਈ, ਪੈਰਾਗ੍ਰਾਫ ਨੰਬਰ ਦੇ ਲਿਖਣ ਦੇ ਲਈ, ਦੇਖੋ ਕਦੀ ਵੀ ਜੋ ਪੁਲਪਟ ਤੋਂ ਆਂਦਾ ਨੂੰ ਇਦਾਂ ਨਾ ਲਓ। ਸੱਚ ਹੈ। ਔਰ ਇਹ ਵੀ ਦੇਖੋ ਜਦੋਂ ਇਹ ਰੋਟੀ ਖਾਣ ਜਾਂਦੇ ਵੇਟਰ ਦੀ ਸ਼ਕਲ ਨਹੀਂ ਦੇਖਦੇ। ਸੱਚ ਹੈ। ਗੋਲ ਗੱਪੇ ਖਾਣ ਗਏ ਕਦੀ ਉਹਦੀ ਸ਼ਕਲ ਦੇਖੀ ਜਾਂ ਕੁਲਚੇ ਵਾਲੇ ਦੀ ਦੇਖ ਕੇ ਤੁਹਾਡਾ ਦਿਲ ਨਹੀਂ ਕਰਨਾ, ਉੱਤੇ ਨਹੀਂ ਧਿਆਨ ਦਿੰਦੇ। ਤੁਸੀਂ ਕਰਦੇ ਹੋ ਜਿਹੜਾ ਆਉਂਦੇ ਆ ਪਲੇਟ 'ਚ, ਤੁਸੀਂ ਇਹ ਵੱਲ ਦੇਖਿਓ ਕਿਹੜੇ ਗਰੁੱਪ ਤੋਂ ਆ, ਇਹ ਕੀ ਵਿਸ਼ਵਾਸ ਕਰਦਾ ਆ, ਇਹ ਕੌਣ ਆ, ਇਹ ਕਿੱਥੋਂ ਆਇਆ ਆ, ਇਹ ਕਿੰਨਾ ਪਤਲਾ ਆ, ਕਿੰਨਾ ਮੋਟਾ, ਇਹਨੂੰ ਐਨਕ ਲੱਗੀ ਜਾਂ ਨਹੀਂ ਲੱਗੀ। ਵੇਟਰ ਵੱਲ ਦੇਖ ਕੇ ਕੋਈ ਫਾਇਦਾ ਨਹੀਂ ਹੈ ਤੁਹਾਨੂੰ, ਐਵੇਂ ਦਿਲ ਨਾ ਖਰਾਬ ਕਰ ਲਿਓ, ਇਹਨੂੰ ਛੱਡੋ। ਪਰ ਜੋ ਪਲੇਟ 'ਚ ਆਏਗਾ ਨਾ ਉਹਨੂੰ ਦੇਖਿਓ ਕਿ ਇਹ ਖਾਣ ਵਾਲੇ ਲਾਇਕ ਹੈ ਆ ਇਹ ਨਹੀਂ। ਔਰ ਉਹ ਕਾਬਾਂ ਨੂੰ ਪਤਾ ਹੈ ਮੀਟ ਕੀ ਆ, ਔਰ ਮੈਂ ਜਾਣਦਾ ਉਹ ਕਾਬ ਖਾ ਲੈਣਗੇ। ਹਾਲੇਲੂਇਆ। ਸੋ ਕਿੰਨੇ ਤਿਆਰ ਆ? ਇਸੇ ਵੇਟਰ ਵੱਲ ਧਿਆਨ ਨਹੀਂ ਦੇਣਾ, ਮੈਨੂ ਵੱਲ ਧਿਆਨ ਦੇਣਾ। ਠੀਕ। ਹਾਲੇਲੂਇਆ। ਔਰ ਅੱਜ ਤੱਕ ਦੀ ਸਭ ਤੋਂ ਮਹਾਨ ਜਿਹੜੀ ਕਿਤਾਬ ਇਸ ਦੁਨੀਆ ਨੂੰ ਜਾਂ ਮਨੁੱਖ ਨੂੰ ਦਿੱਤੀ ਗਈ ਉਹ ਹੀ ਪਵਿੱਤਰ ਬਾਈਬਲ। ਔਰ ਇਹ ਬਾਈਬਲ ਹੀ ਵਿੱਚ ਬਹੁਤ ਸਾਰੀਆਂ ਚੀਜ਼ਾਂ, ਇਹ 'ਚ ਪੁਰਾਣਾ ਨਿਯਮ ਹੀ, ਇਹ 'ਚ ਨਵਾਂ ਨਿਯਮ ਹੀ। ਨਬੀ ਕਹਿੰਦਾ ਹੈ ਇਹ ਜਿਹੜੀ ਕਿਤਾਬਾਂ ਦੀ ਕਿਤਾਬ ਹੀ ਬਾਈਬਲ। ਬਿਬਲਿਕਾ ਸ਼ਬਦ ਤੋਂ ਲਿੱਤੀ ਗਈ, ਬਿਬਲਿਕਾ ਦਾ ਮਤਲਬ ਕਿਤਾਬਾਂ ਦਾ ਸੰਗ੍ਰਹਿ ਹੈ। ਇੱਕ ਕਿਤਾਬ ਜਿਹਦੇ ਅੰਦਰ ਕਈਆਂ ਕਿਤਾਬ, ਉਹਨੂੰ ਕਹਿੰਦੇ ਆ ਬਾਈਬਲ। ਪਰ ਇਹ ਕਿਤਾਬਾਂ ਦੀ ਕਿਤਾਬ, ਇਹਦੇ ਅੰਦਰ ਕਿੰਨੀਆਂ ਕਿਤਾਬਾਂ ਆ? 66 ਕਿਤਾਬਾਂ ਹੈ, ਨਹੀਂ? ਜਿਹੜੀ ਉਤਪਤੀ ਤੋਂ ਲੈ ਕੇ ਆਖਿਰ ਦੁਨੀਆ ਦੇ ਤੱਕ ਹਰ ਇੱਕ ਚੀਜ਼ ਨੂੰ ਦੱਸਦੀ। ਨਬੀ ਕਹਿੰਦਾ ਇਹ ਛੁਟਕਾਰੇ ਦੀ ਕਿਤਾਬ, ਇਹ ਜੀਵਨ ਦੀ ਕਿਤਾਬ। ਨਬੀ ਕਹਿੰਦਾ ਇਹਦੇ ਅੰਦਰ ਸਟੋਰੀਆਂ ਹੀ, ਇਹਦੇ ਅੰਦਰ ਪੋਇਮਾਂ ਹੀ, ਇਹਦੇ ਅੰਦਰ ਪੋਇਟਰੀ ਹੀ, ਇਹਦੇ ਅੰਦਰ ਕਿਤਾਬ ਕਵਿਤਾਵਾਂ ਹੀ, ਇਹਦੇ ਅੰਦਰ ਨਬੀ ਕਹਿੰਦਾ ਮੁਹਾਵਰੇ ਹੀ, ਇਹਦੇ ਅੰਦਰ ਨੀਤੀ ਵਚਨ ਹੀ, ਇਹਦੇ ਅੰਦਰ ਕਰੈਕਟਰ ਹੀ ਕਈ ਤਰੀਕੇ ਦੇ, ਇਹਦੇ ਅੰਦਰ ਭਵਿਸ਼ਵਾਣੀਆਂ ਹੀ, ਇਹਦੇ ਅੰਦਰ ਨਬੀ ਕਹਿੰਦਾ ਕੀ ਕਹਿੰਦੇ ਦੁਆਵਾਂ ਹੀ, ਨਬੀ ਕਹਿੰਦਾ ਇਹਦੇ ਅੰਦਰ ਪੱਤਰੀਆਂ ਹੀ ਜੇ ਪੌਲੁਸ ਨੇ ਲਿਖੀਆਂ। ਨਬੀ ਕਹਿੰਦਾ ਇਹਦੇ ਅੰਦਰ ਕੀ ਕਹਿੰਦੇ ਦ੍ਰਿਸ਼ਟਾਂਤ ਹੀ, ਇਹਦੇ ਅੰਦਰ ਪਹੇਲੀਆਂ ਹੀ, ਪਰ ਇਹਦੇ ਅੰਦਰ ਭੇਤ ਵੀ। ਆਮੀਨ। ਇਹਦੇ ਅੰਦਰ ਕਿਤਾਬ ਵੀ ਜਿਹੜੀ ਬੰਦ ਹੀ। ਆਮੀਨ। ਹੁਣ ਸਾਰੀ ਦੁਨੀਆ ਇਹ ਬਾਈਬਲ ਪੜ੍ਹਨ ਦੀ ਆ, ਪਰ ਇਹ ਭੁੱਲ ਗਏ ਕਿ ਇਸ ਬਾਈਬਲ ਦੇ ਅੰਦਰ ਇੱਕ ਹੋਰ ਬਾਈਬਲ ਹੀ ਜਿਹੜੀ ਮੋਹਰਾਂ ਲਗਾ ਕੇ ਬੰਦ ਕੀਤੀ ਗਈ। ਇੱਕ ਹੋਰ ਕਿਤਾਬ ਹੀ ਜਿਹੜੀ ਇਹਦੇ ਅੰਦਰ ਬੰਦ ਹੀ। ਇਹ ਤੇ ਜਿਪ ਬੰਦ ਕਰਕੇ ਖੋਲ ਕੇ ਏਦਾਂ ਕਰਕੇ ਬੰਦ ਕਰ ਸਕਦੇ ਆ, ਪਰ ਉਹ ਕਿਤਾਬ 7 ਮੋਹਰਾਂ ਲਗਾ ਕੇ ਬੰਦ ਕੀਤੀ ਗਈ ਹੈ। ਔਰ ਉਹਨੂੰ ਖੋਲਣ ਦੇ ਯੋਗ ਨਾ ਇਸ ਪ੍ਰਿਥਵੀ ਦੇ, ਨਾ ਪ੍ਰਿਥਵੀ ਦੇ ਥੱਲੇ ਤੇ ਨਾ ਸਵਰਗ ਤੇ ਉਹਨੂੰ ਕੋਈ ਵੀ ਇਦਾਂ ਦਾ ਨਹੀਂ ਜਿਹੜਾ ਖੋਲ ਵੀ ਪਾਏ। ਔਰ ਉਹਦੇ ਉਸ ਕਿਤਾਬ ਦੇ ਅੰਦਰ ਕਾਫੀ ਪੇਜ ਛੁਪੇ ਦੇ ਨੇ। ਉਹ ਹਿੱਸਾ ਹੀ ਬਾਈਬਲ ਦਾ ਜਿਹੜਾ ਪਰਮੇਸ਼ਰ ਨੇ ਗੁਪਤ ਰੀਤੀ ਤੇ ਬੰਦ ਕੀਤਾ ਦਾ ਹੀ, ਜਿਹੜਾ ਉਹਨੇ ਲੋਕਾਂ ਤੋਂ ਲੁਕਾਇਆ ਦਾ ਹੀ ਔਰ ਆਪਣੀ ਦੁਲਹਨ ਦੇ ਲਈ ਰਿਜ਼ਰਵ ਕਰਕੇ ਰੱਖਿਆ ਦਾ। ਹਾਲੇਲੂਇਆ। ਇਹਦਾ ਟੇਬਲ ਰਿਜ਼ਰਵ ਹੁੰਦਾ ਨਾ, ਟੇਬਲ ਰਿਜ਼ਰਵ ਹੋ ਜਾਂਦਾ। ਅੱਜ ਤੁਸੀਂ ਸਮਝੇ ਨਬੀ ਦੇ ਉਹ ਮੈਸੇਜਾਂ ਦੇ ਐਪ ਦਾ ਨਾਮ ਟੇਬਲ ਕਿਉਂ? ਆਮੀਨ। ਸੱਚਾ ਪਤਾ ਲੱਗਾ? ਇਹ ਸੋਚਦੇ ਨੇ ਕਿਉਂ ਟੇਬਲ ਆ? ਇਸ ਲਈ ਟੇਬਲ ਹੀ ਹੋ।
ਟੇਬਲ ਕਿਉਂ ਹੋਈ? ਕਿਉਂਕਿ ਉਹ ਮੈਨੂ ਹੀ 7 ਨਬੀ ਕਹਿੰਦਾ 7 ਖਾਣਿਆਂ ਦਾ, ਔਰ ਉਹ 7 ਖਾਣੇ ਹੋਰ ਕੁਝ ਨਹੀਂ, ਉਹ 7 ਗਰਜਾਂ ਦਾ ਮੈਸੇਜ ਹੈ। ਹਾਲੇਲੂਇਆ 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 ਹਾਲੇਲੂਇਆ। ਜਿਹੜਾ ਮੇਰੇ ਚੋਂ ਨਹੀਂ ਖਾਂਦਾ ਉਹ ਚ ਜੀਵਨ ਨਹੀਂ ਆ, ਜਿਹੜਾ ਮੇਰੇ ਚੋਂ ਨਹੀਂ ਪੀਂਦਾ ਉਹ ਚ ਜੀਵਨ ਨਹੀਂ ਆ। ਔਰ ਸਿਰਫ ਖਾਸ ਲੋਕਾਂ ਲਈ ਉਹਨੇ ਰਿਜ਼ਰਵ ਕਰਕੇ ਰੱਖਿਆ ਹੈ। ਪੂਰੀ ਦੁਨੀਆ ਤੇ ਬਾਈਬਲ ਪੜ੍ਹਨ ਦੀ, ਖਾਣ ਦੀ, ਪਰ ਇੱਕ ਹੋਰ ਚੀਜ਼ ਹੀ, ਇੱਕ ਹੋਰ ਪਾਰਟ ਹੀ, ਇੱਕ ਹੋਰ ਹਿੱਸਾ ਹੀ ਬਾਈਬਲ ਦਾ ਜਿਹੜਾ ਮੋਹਰ ਬੰਦ ਹੈ। ਬਾਈਬਲ ਦਾ ਹਿੱਸਾ ਹੀ ਜਿਹੜਾ ਬੰਦ ਕੀਤਾ ਗਿਆ ਹੈ, ਔਰ ਉਹਦੇ ਬਿਨਾ ਬਾਈਬਲ ਕੰਪਲੀਟ ਨਹੀਂ ਹੋ ਸਕਦੀ। ਇਸੇ ਜਿਨੇ ਇਹਨਾਂ ਯੁਗਾਂ ਦੇ ਵਿੱਚ, ਇਹਨਾਂ ਕਾਲਾਂ ਦੇ ਵਿੱਚ, ਇਹਨੇ ਟਾਈਮ ਤੋਂ ਲੋਕੀ ਕਦੀ ਵੀ ਸੰਪੂਰਨ ਵਚਨ ਤੱਕ ਨਹੀਂ ਪਹੁੰਚੇ, ਕਿਉਂਕਿ ਇੱਕ ਹਿੱਸਾ ਬੰਦ ਕੀਤਾ ਗਿਆ ਹੈ ਉਹਨਾਂ ਦਾ। ਹਾਲੇਲੂਇਆ ਹਾਲੇਲੂਇਆ। ਦਾਨੀਏਲ ਉਸ ਹਿੱਸੇ ਨੂੰ ਦੇਖਿਆ, ਉਹਨੇ ਦੇਖਿਆ, ਨਬੀ ਕਹਿੰਦਾ ਉਹਨੇ ਗਰਜਨਾਵਾਂ ਹੁੰਦੀਆਂ ਦੇਖੀਆਂ, ਪਰ ਉਹਨੇ ਕਿਹਾ ਦਾਨੀਏਲ ਮੋਹਰ ਬੰਦ ਕਰੇ ਤੇਰੇ ਲਈ ਨਹੀਂ। ਯਹੂਨਾ ਨੇ ਵਹੀ ਪੜਿਆ, ਉਹਨੇ ਯਹੂਨਾ ਨੇ ਉਹ ਦੇਖਿਆ, ਉਹਨੇ ਕਿਹਾ ਯਹੂਨਾ ਇਹਨੂੰ ਮੋਹਰ ਬੰਦ ਕਰੇ ਤੇਰੇ ਲਈ ਨਹੀਂ ਆ, ਕਿਉਂਕਿ ਉਹ ਤੁਹਾਡੇ ਲਈ ਤੇ ਮੇਰੇ ਲਈ ਰੱਖਿਆ ਗਿਆ ਹੈ। ਉਹ ਪਹਿਲੇ ਤੋਂ ਠਹਿਰਾਏ ਗਏ ਬੇਟੇ ਤੇ ਬੇਟੀਆਂ ਲਈ ਰੱਖਿਆ ਗਿਆ ਹੈ, ਕਿਉਂਕਿ ਦਾਨੀਏਲ ਯਹੂਨਾ ਰੈਪਚਰ ਦੇ ਟਾਈਮ 'ਚ ਨਹੀਂ, ਕਿਉਂਕਿ ਇਹਨਾਂ ਦੇ ਅੰਦਰ ਰੈਪਚਰ ਦਾ ਭੇਤ ਸੀ, ਇਹਨਾਂ ਦੇ ਅੰਦਰ ਰੈਪਚਰ ਦਾ ਵਿਸ਼ਵਾਸ ਸੀ, ਇਹਨਾਂ ਦੇ ਅੰਦਰ ਭੇਤ ਸੀ ਜਿਹੜੇ ਤੁਹਾਨੂੰ ਰੈਪਚਰ 'ਚ ਲੈ ਕੇ ਜਾਣਗੇ। ਇਸ ਕਿਤਾਬ ਦੇ ਅੰਦਰ ਹੀ, ਪਰ ਇਹ ਬਾਈਬਲ ਦਾ ਹਿੱਸਾ ਹੀ ਜਿਹੜਾ ਬੰਦ ਹੈ। ਕਿੰਨਾ ਵਧੀਆ ਲੱਗਦਾ ਹੈ ਕਿ ਖੁਦਾ ਸਾਨੂੰ ਕਿੱਥੋਂ ਖਿਲਾਉਂਦੇ ਆ। ਹਾਲੇਲੂਇਆ ਸੱਚ ਆਮੇਨ। ਅੱਜ ਪੈਂਟੀਕੋਸਟਲ ਜਦੋਂ ਪੜ੍ਹਦੇ ਆ ਤੇ ਉਹ ਕਹਿੰਦੇ ਆ ਕਿੱਥੇ ਆ, ਸਾਨੂੰ ਤੇ ਲੱਭਦਾ ਹੀ ਨਹੀਂ। ਸਹੀ ਆ। ਦੱਸੋ ਤੁਹਾਡੇ ਨਬੀ ਦਾ ਨਾਮ ਬਾਈਬਲ 'ਚ ਕਿੱਥੇ ਆ? ਇੱਕ ਭਾਈ ਸਾਡੇ ਚਰਚ ਦਾ ਪੈਂਟੀਕੋਸਟਲ ਚਰਚ ਜਾਂਦਾ ਸੀ, ਉਹਦਾ ਪਿਓ ਕਹਿੰਦਾ ਵਿਲੀਅਮ ਮੇਰੀਅਨ ਬ੍ਰਾਨਮ ਦਾ ਨਾਮ ਦੱਸ ਬਾਈਬਲ 'ਚ। ਉਹਨਾਂ ਦੇ ਪਾਸਟਰ ਦਾ ਨਾਮ ਹੀ ਮੁਨੀਰ, ਕਹਿੰਦਾ ਡੈਡੀ ਉਹਦੇ ਦੱਸ ਦੇ ਫਿਰ ਹੈ ਤੇ ਉਹਦਾ ਵੀ ਨਹੀਂ ਹੈ। ਪੈਂਟੀਕੋਸਟਲ ਪਾਸਟਰ ਆਂਦੇ ਆ ਆਪਣੇ ਨਬੀ ਦਾ ਨਾਮ ਦੱਸੋ, ਤੇ ਮੈਂ ਇੱਕ ਪਾਸਟਰ ਨੂੰ ਕਿਹਾ ਪਾਸਟਰ ਜੀ ਤੁਸੀਂ ਦੱਸੋ ਆਪਣਾ ਨਾਮ। ਸਹੀ ਹੈ। ਤੁਹਾਡਾ ਨਾਮ ਹੈ ਨਹੀਂ ਨਾ, ਤੇ ਫਿਰ ਮੈਂ ਤੁਹਾਡੀ ਗੱਲ ਕਿਉਂ ਮੰਨਾਂ? ਯਿਸੂ ਮਸੀਹ ਦਾ ਪੁਰਾਣੇ ਨਿਯਮ 'ਚ ਨਾਮ ਕੋਈ ਦੱਸ ਸੀ, ਉਹਦਾ ਨਾਮ ਯਿਸੂ ਹੋਏਗਾ। ਸਹੀ ਹੈ। ਇਹੀ ਤੋਂ ਕਹਿੰਦੇ ਨੇ ਇਹਦਾ ਨਾਮ ਯਿਸੂ ਨਹੀਂ, ਉਹਦਾ ਨਾਮ ਇਮਾਨੁਅਲ ਹੋਏਗਾ। ਇਹ ਗਲਤ ਆ, ਨਾ ਨਹੀਂ ਚਾਹੀਦਾ ਹੀ। ਉਹ ਭਵਿਸ਼ਵਾਣੀ ਪ੍ਰਗਟ ਚਾਹੀਦੀ ਹੈ ਜੀਵਨ ਦੇ ਅੰਦਰ। ਆਮੇਨ ਆਮੇਨ। ਸੱਚ ਹੈ। ਤੁਸੀਂ ਸਮਝੇ? ਹਾਲੇਲੂਇਆ। ਔਰ ਇੱਕ ਕਿਤਾਬ ਦਾ ਹਿੱਸਾ ਹੈ ਜਿਹੜਾ ਆਪਾਂ, ਔਰ ਉਸ ਕਿਤਾਬ ਦੇ ਅੰਦਰ ਭੇਤ ਹੀ ਛੁਪੇ ਨੇ। ਉਹਦੇ ਅੰਦਰ ਹੀ ओरिजिनल ਪਾਪ ਦਾ ਭੇਤ, ਉਹਦੇ ਅੰਦਰ ਭੇਤ ਹੀ ਤੁਹਾਡੀ ਦੇਵਾਂ ਦਾ ਚੇਂਜ ਹੁੰਦਾ, ਉਹਦੇ ਅੰਦਰ ਭੇਤ ਹੀ ਤੁਹਾਡੇ ਨਾਮ ਦਾ, ਉਹਦੇ ਅੰਦਰ ਭੇਤ ਹੀ ਸਾਡੇ ਨਵੇਂ ਘਰ ਦਾ ਜੋ ਕਿ ਥੀਫੋਨੀ, ਉਹਦੇ ਅੰਦਰ ਹਰ ਇੱਕ ਭੇਤ ਹੀ। ਨਬੀ ਕਹਿੰਦਾ ਉਹਦੇ ਅੰਦਰ ਭੇਤ ਹੀ ਮਸੀਹ ਦੇ ਜੀਵਨ ਦਾ, ਉਹਦੇ ਅੰਦਰ ਭੇਤ ਹੀ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦਾ, ਉਹਦੇ ਅੰਦਰ ਭੇਤ ਹੀ ਕਿ ਪਰਮੇਸ਼ਵਰ ਤਿੰਨ ਨਹੀਂ ਆ, ਪਰਮੇਸ਼ਵਰ ਇੱਕ। ਉਹੀ ਜਿਹੜਾ ਸਾਰਿਆਂ ਦੇ ਉੱਪਰ ਯਹੋਵਾ ਪਿਤਾ ਬਣ ਕੇ, ਉਹੀ ਜਿਹੜਾ ਸਾਡੇ ਨਾਲ ਯਿਸੂ ਮਸੀਹ ਬਣ ਕੇ ਨਾਲ ਰਿਹਾ, ਔਰ ਉਹੀ ਪਵਿੱਤਰ ਆਤਮਾ ਬਣ ਕੇ ਸਾਡੇ ਅੰਦਰ। ਆਮੇਨ। ਮਖੌਟਾ ਚੇਂਜ ਹੋਇਆ ਆ, ਪਰ ਪਰਸਨ ਇੱਕੋ ਹੀ ਹੈ। ਨਬੀ ਕਹਿੰਦਾ ਇਦਾਂ ਜਿੱਦਾਂ ਨਾਟਕ ਦੇ ਵਿੱਚ ਕਈ ਲੋਕ ਇੱਕ ਨਾਟਕ 'ਚ ਤਿੰਨ ਰੋਲ ਕਰ ਲੈਂਦੇ ਆ। ਨਬੀ ਕਹਿੰਦਾ ਇਦਾਂ ਹੀ ਆ, ਜਿੱਦਾਂ ਤੁਸੀਂ ਆਪਣੇ ਘਰ ਵਿੱਚ ਅਗਰ ਤੁਹਾਡੀ ਮੰਮੀ ਆ, ਤੁਸੀਂ ਉਹਨਾਂ ਦੇ ਬੇਟੇ ਹੋ, ਪਰ ਸੇਮ ਉਹੀ ਬੇਟਾ ਇੱਕ ਕਿਸੇ ਦਾ ਪਤੀ ਵੀ ਆ, ਉਹੀ ਬੇਟਾ ਕਿਸੇ ਦਾ ਪਿਓ ਵੀ ਆ। ਆਮੇਨ ਆਮੇਨ। ਇਹ ਹੁਣ ਤਿੰਨ ਨਹੀਂ ਹੋ, ਹਾਲੇਲੂਇਆ। ਇੱਕੋ ਹੀ ਬੜਾ ਰੋਲ ਚੇਂਜ ਹੁੰਦੇ ਤਿੰਨਾਂ ਦੇ ਮੁਤਾਬਕ। ਹਾਲੇਲੂਇਆ ਹਾਲੇਲੂਇਆ। ਤੁਸੀਂ ਸਮਝੇ ਮੈਂ ਕੀ ਕਹਿ ਰਿਹਾ? ਆਮੇਨ ਆਮੇਨ। ਔਰ ਇਦਾਂ ਹੀ ਉਹ ਇੱਕ ਪਰਮੇਸ਼ਵਰ ਆ, ਔਰ ਉਸ ਟਾਈਮ ਦੇ ਲਈ ਉਹ ਪਿਤਾ ਹੀ, ਉਹ ਫਿਰ ਪੁੱਤਰ ਹੀ, ਉਹ ਪਵਿੱਤਰ ਆਤਮਾ ਹੈ। ਇਸੇ ਉਹਨੇ ਕਿਹਾ ਕਿ ਪੁੱਤਰ ਦੇ ਖਿਲਾਫ ਕੋਈ ਬੋਲੇਗਾ ਮਾਫ ਕੀਤਾ ਜਾਏਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਖਿਲਾਫ ਬੋਲੇਗਾ ਉਹ ਕਦੀ ਵੀ ਮਾਫ ਕੀਤਾ ਨਹੀਂ ਜਾਏਗਾ, ਕਿਉਂਕਿ ਨਬੀ ਕਹਿੰਦਾ ਹੁਣ ਉਹ ਪਵਿੱਤਰ ਆਤਮਾ ਦੇ ਰੋਲ ਦੇ ਅੰਦਰ ਮਖੌਟੇ ਦੇ। ਹਾਲੇਲੂਇਆ ਹਾਲੇਲੂਇਆ। ਸੋ ਕਿੰਨੀ ਮਹਾਨ ਬਾਈਬਲ ਹੀ ਹੈ ਨਾ, ਔਰ ਇਹ ਛੁਪੀ ਦੀ। ਔਰ ਬਾਈਬਲ ਦੱਸਦੀ ਆ ਇਹਦੇ ਅੰਦਰ ਭੇਦ ਹੀ, ਇਹਦੇ ਅੰਦਰ 7 ਗਰਜਾਂ ਦੇ ਭੇਦ ਸੀ, ਔਰ ਉਹ ਭੇਦ ਹੀ ਜਿਹੜਾ ਤੁਹਾਡੇ ਰੈਪਚਰ ਲਈ ਠਹਿਰਾਇਆ ਗਿਆ ਹੈ। ਅਸੀਂ ਇਸ ਮੈਸੇਜ 'ਚ ਜਦੋਂ ਆਏ ਤੇ ਸਿਰਫ ਅਟੈਂਡ ਕਰਨ ਨਹੀਂ ਆਏ, ਇਸ ਮੈਸੇਜ 'ਚ ਇਸ ਲਈ ਨਹੀਂ ਆਏ ਕਿ ਸਾਨੂੰ ਕੋਈ ਹੋਰ ਪਰਮੇਸ਼ਵਰ ਨਹੀਂ ਮਿਲਣ ਦਿਆ ਚਲੋ ਇੱਧਰ ਆ ਗਏ। ਨਹੀਂ, ਤੁਸੀਂ ਆਪਣੀ ਮਰਜ਼ੀ ਨਾਲ ਇਸ ਮੈਸੇਜ 'ਚ ਨਹੀਂ ਆਏ, ਤੁਹਾਨੂੰ ਖੁਦਾ ਲੈ ਕੇ ਆਇਆ ਹੈ। ਆਮੇਨ ਆਮੇਨ। ਕਿਉਂਕਿ ਉਨੀ ਦੇਰ ਤੱਕ ਕੋਈ ਵੀ ਨਹੀਂ ਆ ਸਕਦਾ ਜਦੋਂ ਪਿਤਾ ਹੀ ਨਾ ਖਿੱਚੇ। ਤੁਹਾਨੂੰ ਪਿਤਾ ਨੇ ਖਿੱਚਿਆ ਹੈ, ਉਹਦੇ ਅੰਦਰ ਖਿੱਚਣ ਦੀ ਪਾਵਰ ਹੀ ਇਹੀ ਤੀਸਰਾ ਖਿਚਾਵ ਕਰਦਾ ਆ, ਤੁਹਾਨੂੰ ਖਿੱਚਦਾ ਆ ਉਹ, ਔਰ ਖਿੱਚਣ ਦਾ ਤਰੀਕਾ ਹੁੰਦਾ ਹੈ। ਸੱਚ ਹੈ। ਕਈਆਂ ਨੂੰ ਚੰਗਾਈ ਨਾਲ ਖਿੱਚਦਾ ਹੈ, ਕਈਆਂ ਦੇ ਮਨਾਂ ਦੇ ਵਿਚਾਰ ਜਾਂਚ ਕੇ, ਔਰ ਕਈਆਂ ਨੂੰ ਵਚਨ ਖੋਲ ਕੇ। ਹਾਲੇਲੂਇਆ। ਨਬੀ ਕਹਿੰਦਾ ਯਿਸੂ ਮਸੀਹ ਨੇ ਵੀ ਏਦਾਂ ਹੀ ਕੀਤਾ, ਔਰ ਉਹੀ ਮਨੁੱਖ ਦੇ ਪੁੱਤਰ ਦੀ ਸੇਵਕਾਈ ਜਦੋਂ ਵਿਲੀਅਮ ਮੇਰੀਅਨ ਬ੍ਰਾਨਮ ਦੇ ਅੰਦਰ ਆਈ, ਉਹ ਵੀ ਇਹੀ ਕਰਨ ਦੀ। ਸੱਚ ਆਮੇਨ। ਇਸੇ ਤੋਂ ਇਹੀ ਖਿੱਚेंगे। ਨਬੀ ਕਹਿੰਦਾ, ਨਬੀ ਨੇ ਜੋ ਦਰਸ਼ਨ ਦੇਖਿਆ, ਨਬੀ ਕਹਿੰਦਾ ਮੈਂ ਇੱਕ ਝੀਲ ਕੋਲ ਪਹੁੰਚਿਆ, ਔਰ ਉਹਨੇ ਕਿਹਾ ਤੂੰ ਇੱਥੇ ਕੁੰਡੀ ਪਾ।
मैसेज का नाम है सबसे अंदर वाला पर्दा, कुंडी पा, और जो थोड़ा ये हिलिया तो कहता है पहला खिंचाव, जो दूसरा खिंचाव भी तो थोड़ा होर तेज तरीके ना तो हिलना, और तीसरे खिंचाव दे विच मच्छी बाहर कड्ढनी। नबी कहंदे जो बाहर कड्ढी तो रेनबो ट्राउट थी, आमीन, 7 रंगा वाली ट्राउट मच्छी, हालेलुया। और नबी कहंदा ये दुल्हन ही, हालेलुया। ऐसे तीसरे खिंचाव च कोई नहीं बाहर आने वाला झील चो, सही है, सिर्फ मछली बाहर, आमीन आमीन। नबी कहंदा ये तो जाल पांदा है ते सारे आ जांदे, कई वारी सप भी आ जांदे, कई वारी डड्डू भी आ जांदे, कई वारी केकड़े भी आ जांदे, पर ਉਹਦੇ ਨਾਲ ਮੱਛੀਆਂ ਵੀ ਆ ਜਾਂਦੀਆਂ, ਉਹਨਾਂ ਨੂੰ ਖਿੱਚ ਕੇ ਬਾਹਰ ਕੱਢ ਕੇ ਤੇ ਨਬੀ ਕਹਿੰਦਾ ਕਿ ਜਾਂ ਮਛੁਆਰਾ ਹਰ ਇੱਕ ਚੀਜ਼ ਨਹੀਂ ਲੈ ਕੇ ਚਲ ਜਾਂਦਾ, ਉਹ ਅਲੱਗ ਕਰਦਾ ਹੈ, ਸੱਪ ਨੂੰ ਵਾਪਸ ਸੁੱਟ ਦਿੰਦਾ, ਕੇਕੜੇ ਨੂੰ ਵਾਪਸ ਸੁੱਟ ਦਿੰਦਾ ਹੈ, ਡੱਡੂ ਨੂੰ ਵਾਪਸ ਸੁੱਟ ਦਿੰਦਾ ਹੈ, ਔਰ ਡੱਡੂ ਨੂੰ ਨਾ ਵੀ ਵਾਪਸ ਸੁੱਟੋਗੇ ਤੇ ਉਹਨੇ ਆਪਣੇ ਆਪ ਚਲ ਜਾਣਾ ਹੈ, ਪਰ ਮੱਛੀਆਂ ਨੂੰ ਅਲੱਗ ਕਰ ਦਿੰਦਾ ਹੈ। ਸਹੀ ਹੈ, ਇਸੇ ਇਹਨਾਂ ਦਿਨਾਂ ਵਿੱਚ ਡੱਡੂ ਵਾਪਸ ਜਾਂਦੇ ਦੇਖਦੇ ਨੇ ਤੁਸੀਂ, ਇਹ ਸੱਪ ਵਾਪਸ ਜਾਂਦੇ ਦੇਖੋਗੇ, ਇਹ ਕੇਕੜੇ ਵਾਪਸ ਜਾਂਦੇ ਦੇਖੋਗੇ, ਇਹਨਾਂ ਦੇ ਨਾਮ ਵੀ ਕਿੰਨੇ ਖਤਰਨਾਕ ਰੱਖੇ ਗਏ ਨੇ, ਪਰ ਇਧਰ ਅਲੱਗ ਤਰੀਕੇ ਨਾਲ ਮੱਛੀਆਂ ਵੀ ਜਿਹੜੀ ਇਕੱਠੀਆਂ ਹੁੰਦੀਆਂ ਹੈ, ਨਬੀ ਕਹਿੰਦਾ ਉਹ ਮੱਛੀਆਂ ਨੂੰ ਵੀ ਅਲੱਗ ਕਰਨ ਦਿਆ ਆ, ਪਰ ਇਹ ਮੱਛੀਆਂ ਆਮ ਮੱਛੀਆਂ ਨਬੀ ਕਹਿੰਦਾ 7 ਰੰਗਾਂ ਵਾਲੀ ਟਰਾਊਟ ਆ ਜਿਹੜੀ, ਆਮੀਨ ਆਮੀਨ, ਇਹਨਾਂ ਨੂੰ ਅਲੱਗ ਕਰਨ ਦਿਆ, ਉਹ ਰੇਨਬੋ ਟਰਾਊਟ ਹੈ, ਨਬੀ ਕਹਿੰਦਾ ਜਿਹੜਾ ਤੀਸਰੇ ਖਿਚਾਵ ਨਾਲ ਅਲੱਗ ਕਰਨ ਦਿਆ ਆ, ਪਰ ਨਬੀ ਕਹਿੰਦਾ ਇਹਨਾਂ ਨੂੰ ਝਟਕੇ ਨਾਲ ਬਾਹਰ ਕੱਢੀ ਔਰ ਉਹੀ ਨਾਲ ਆਈ ਬਾਹਰ ਆਏ ਆ, ਹਾਲੇਲੂਇਆ। ਕਿ ਸਮੁੰਦਰ ਕਿੰਨੂੰ ਪਾਣੀ ਕਿੰਨੂੰ ਬਿਆਨ ਕਰਦਾ ਹੈ, ਜਾਤੀਆਂ ਨੂੰ, ਲੋਕਾਂ ਨੂੰ, ਪਰ ਉਹਦੇ ਵਿੱਚ ਉਹਨੇ ਰੇਨਬੋ ਟਰਾਊਟ ਨੂੰ ਅਲੱਗ ਕੀਤਾ ਹੈ, ਉਹਨੇ ਤੁਹਾਨੂੰ ਤੇ ਮੈਨੂੰ ਅਲੱਗ ਕੀਤਾ ਹੈ, ਹਾਲੇਲੂਇਆ ਹਾਲੇਲੂਇਆ। और नबी कहता है ये 7 करजां दा भेज जेड़ा उस किताब दे अंदर है, और नबी ने कहा 7 करजां उठाए जांदे की दिंदी है, विश्वास दिंदी है, 7 करजां दुल्हन नूं इकट्ठियां करदी है, 7 करजां दुल्हन दी बेदाई है, 7 करजां च ਤੁਹਾਡਾ ਨਵਾਂ ਨਾਮ ਪ੍ਰਗਟ ਹੁੰਦਾ ਹੈ, 7 ਕਰਜਾਂ ਤੁਹਾਨੂੰ ਉਠਾਏ ਜਾਂਦੇ ਵਿਸ਼ਵਾਸ ਲਈ ਤਿਆਰ ਕਰਦੀਆਂ, 7 ਕਰਜਾਂ ਤੁਹਾਨੂੰ ਦੇਹ ਦੇ ਵਿਸ਼ਵਾਸ, ਦੇਹ ਦੇ ਬਦਲਣ ਦੇ ਵਿਸ਼ਵਾਸ ਲਈ ਇਕੱਠੀਆਂ ਕਰਦੀਆਂ ਨੇ। 7 ਕਰਜਾਂ ਜਦੋਂ ਹੁੰਦੀਆਂ ਤੇ ਨਬੀ ਕਹਿੰਦਾ ਕਿ ਇਦਾਂ ਦੀ ਕਲੀਸਿਆ ਉੱਠ ਖੜੀ ਹੋਏਗੀ, ਜਦੋਂ ਇੱਕ ਸਟੈਪ ਇਸ ਮੈਚੁਰ ਹੋਏਗੀ तो जो बोलेगी हो जाएगा, वो हो सकते टिड्डियां नु बुला देना, हो सकते या मक्खियां नु बुला देना, नबी कहंदा वो तलवार चलाएंगे, जो बोलेंगे वो हो जाएगा। ये वादा ही, ये किने क्या है, ये भाई कुलमन ने क्या नहीं है, किसी ने मैं क्या नहीं है, भाई दास ने क्या नहीं, भाई लोक ने क्या नहीं, ये ब्रदर ब्राह्मण ने क्या, ते ऐ समझे लोग इस बाइबल नु पढ़न दे पर उस किताब नु नहीं जेड़े दे अंदर, इससे तो ये ना कई चर्चा दे विच सुनदे नहीं, देखोगे तुसीं सही है, क्योंकि कोई ने ਤੁਹਾਨੂੰ ਵਾਅਦਾ ਦਿੱਤਾ ਹੀ ਮੈਂ ਤੁਹਾਨੂੰ ਗੁਪਤ ਮੰਨੇ ਚੁਣਾ, ਆਮੀਨ ਆਮੀਨ, ਸਾਰਿਆਂ ਨੂੰ ਨਹੀਂ, ਹਾਲੇਲੂਇਆ, ਭਾਵੇਂ ਇਸ ਮੈਸੇਜ ਦੇ ਚਰਚ ਹੋਣ ਦੋ, ਭਾਵੇਂ ਉਹ ਪੈਂਟੀਕੋਸਟਲ ਚਰਚ ਹੋਣ ਦੋ, ਭਾਵੇਂ ਉਹ ਕੈਥੋਲਿਕ ਚਰਚ ਹੋਣ ਦੋ, ਉਹ ਮੰਨਾ ਖਾ ਸਕਦੇ ਆ, ਪਰ ਗੁਪਤ ਮੰਨੇ ਦਾ ਵਾਅਦਾ ਤੁਹਾਨੂੰ ਤੇ ਮੈਨੂੰ, ਆਮੀਨ ਆਮੀਨ, ਹਾਲੇਲੂਇਆ ਹਾਲੇਲੂਇਆ। ਇਸੇ ਉਹ ਬਾਕੀ ਮੈਸੇਜ ਨੂੰ ਲੈ ਸਕਦੇ ਹੋ, 7 ਕਰਜਾਂ ਦੀ ਵਾਰੀ ਆਉਂਦੀ ਹੈ ਤਾਂ ਚੁੱਪ ਹੋ ਜਾਂਦੇ ਹੋ, ਹਾਲੇਲੂਇਆ, ਬਿਲਕੁਲ ਸੱਚ, अधिकार ही नहीं रहता उन्हें को बोलने का। थोड़े दिन पहले एक भाई दी मीटिंग नहीं की, इंटरनेशनल प्रचारक होएगा, फ्लाइटां दे पासपोर्ट या किन्ने ओदी मैनू ना कोई लेना देना नहीं है, किन्ने वीजे लगे होण, किन्नियां कंट्रियां च गया होए, नबी ने की किया, 7 करजां उठाई जांदा की दिंदियां है, 7 करजां दुल्हन की करदियां है, इकट्ठे करदियां है। ओ भाई कहंदे आ 7 मोहरां दुल्हन नूं उठाया जांदा, 7 मोहरां दुल्हन नूं की करदियां है, इकट्ठे करदियां। और मेरा आमीन ते की निकलना ही हासा जरूर निकल गया कि खुदा किदां ਇਹ ਕਰ ਸਕਦੇ ਆ ਇਦਾਂ, ਉਹ ਲੋਕੀ ਥੱਲੇ ਬੈਠੇ ਆਮੀਨ ਆਮੀਨ ਕਹਿੰਦੇ ਆ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਹੁਣ ਕੀ ਦਿਆ, ਹਾਲੇਲੂਇਆ, ਅੱਛਾ, ਉਹਨਾਂ ਲਈ ਬਸ ਇਹ ਜੋ ਕਹਿੰਦੇ ਕਿਉਂਕਿ ਇਹਨੂੰ ਇੰਗਲਿਸ਼ ਆਉਂਦੀ ਹੈ ਬਸ, ਸਹੀ, ਆਮੀਨ ਆਮੀਨ, ਇਹਦੇ ਤਾਰ ਬਾਹਰ ਜੁੜੇ, ਹਾਲੇਲੂਇਆ, ਸਾਡੇ ਉੱਪਰ ਜੁੜੇ ਨਹੀਂ, ਸੱਚਾ, ਤਾਰ ਬਾਹਰ ਜੁੜਨ ਨਾਲ ਕੋਈ ਫਾਇਦਾ, क्योंकि प्रकाशन बाहरों नहीं आता, प्रकाशन अमेरिका तो नहीं आता, प्रकाशन दिल्ली या बम्बे तो नहीं आना, प्रकाशन न्यूयॉर्क तो नहीं आना, प्रकाशन पठानकोट तो या जम्मू तो या हल्द्वानी तो नहीं आना, प्रकाशन स्वर्ग तो आता है, मैसेज स्वर्ग तो आता है। एक गल ते मास या लहू ने नहीं, मेरे पिता ने जो स्वर्ग च तेरे ते की कीती है, पत्रस प्रगट कीती है, प्रकाशन पिता तो आता है। और ऐसी यीशु मसीह ने कही दुआएं करे करो, हे मेरे पिता जो तू स्वर्ग में है, ऐसे साडा हेडक्वार्टर नबी कहंदा पवित्र आत्मा है, साडा हेडक्वार्टर स्वर्ग, आमीन, सच्चा नहीं, हालेलुया। और वो की कहंदे 7 मोहरा की कहंदी है उठाया जांदा, और थले आमीन कहंदे, हालेलुया, पता कुछ नहीं हुन की दिया, ਉਹਨਾਂ ਨੂੰ ਪਤਾ ਹੀ ਨਹੀਂ ਮਸਲਾ ਕੀ ਆ, ਮੁੱਦਾ ਕੀ ਆ, ਉਹ ਘਰ ਵੀ ਸੋਚ ਕੇ ਆਂਦੇ ਕਿ ਬਸ ਆਮੀਨ ਹਾਲੇਲੂਇਆ ਕਹਿਣਾ ਅੱਜ, ਕਿਉਂਕਿ ਸਾਡਾ ਫੇਵਰਿਟ ਪਾਸਟਰ ਆ।
ਇਹ ਨਹੀਂ ਪਤਾ ਕਿ ਵਚਨ ਕੀ ਆਂਦਿਆ ਆ, ਉਹ ਕੀ ਬੋਲਣ ਦਿਆ ਆ, ਉਹਨੂੰ ਚੈੱਕ ਕੀਤਾ ਜਾਏ, ਉਹਨੂੰ ਪੜਿਆ ਜਾਏ, ਘਰ ਜਾ ਕੇ ਪਤਾ ਕੀਤਾ ਜਾਏ ਕਿ ਬਾਈਬਲ 'ਚ ਮੈਸੇਜ 'ਚ ਹੈ ਆ। ਮੈਸੇਜ ਹੋਣਾ ਕੀ, ਦਿੰਦੇ ਹੀ ਨਹੀਂ ਪੜ੍ਹਨ ਲਈ, ਤੇ ਮੈਸੇਜ ਕੀ ਹੋਣਾ? ਉਹ ਪੜ੍ਹਦੇ ਹੀ ਨਹੀਂ ਮੈਸੇਜ, ਉਹ ਸੁਣਦੇ ਆ ਬਸ। ਕਿ ਇਹਨੂੰ ਸੁਣ ਲਿਆ, ਇਸ ਪ੍ਰਚਾਰਕ ਨੂੰ ਸੁਣ ਲਿਆ, ਇਸ ਪ੍ਰਚਾਰਕ ਨੂੰ ਸੁਣ ਲਿਆ, ਉਹ ਈਕੋ ਦੀ ਈਕੋ ਸੁਣਦੇ ਰਹਿੰਦੇ ਆ, ਔਰ ਉਹਦੀ ਅੱਗੇ ਇੱਕ ਹੋਰ ਈਕੋ ਕਰਦੇ। ਉਹ ਈਕੋ 3-4 ਈਕੋ ਦੀ, ਤੁਸੀਂ ਈਕੋ ਦੀ ਈਕੋ ਨਹੀਂ ਕਰ ਸਕਦੇ। ਤੁਸੀਂ ਤੁਹਾਨੂੰ ओरिजिनल वॉइस ਤੇ ਵਾਪਸ ਆਣਾ ਪੈਣਾ ਹੈ, ਔਰ ਮੂਲ ਬੀਜ ਤੇ ਵਾਪਸ ਆਣਾ ਪੈਣਾ ਹੈ। ਔਰ ਇੱਕੋ ਹੀ ਬੰਦਾ ਹੋਇਆ ਇਸ ਧਰਤੀ ਦੇ ਉੱਤੇ ਜਿਹਦੇ ਮੈਸੇਜ ਤੇ ਲਿਖਿਆ ਹੁੰਦਾ ਆ, ਬੋਲਿਆ ਆ ਵਚਨ ਮੂਲ ਬੀਜ, ਔਰ ਉਹਦਾ ਨਾਮ ਹੈ ਵਿਲੀਅਮ ਮੇਰੀਅਨ ਬ੍ਰੈਨਮ। ਉਹਦੇ ਬਾਅਦ ਕੋਈ ਇਦਾਂ ਦਾ ਬੰਦਾ ਨਹੀਂ ਆ ਉਸ ਮੈਸੇਜ ਨੂੰ ਲੈ ਕੇ ਅੱਗੇ ਆਉਣ ਵਾਲਾ। ਇੱਕੋ ਹੀ ਆ, 7ਵਾਂ ਤਾਰਾ, ਲਾਸਟ ਤਾਰਾ, ਔਰ ਉਹਦਾ ਸੰਦੇਸ਼ ਸਾਨੂੰ ਦੂਸਰੀ ਅਮਦ ਤੱਕ ਲੈ ਕੇ ਜਾਏਗਾ। ਦੂਤ ਨੇ ਇਹੀ ਕਿਹਾ ਹੈ, ਸਾਨੂੰ ਕੋਈ ਨਵਾਂ ਮੈਸੇਜ ਨਹੀਂ ਚਾਹੀਦਾ, ਕੋਈ ਨਵੇਂ ਭੇਤ ਨਹੀਂ ਚਾਹੀਦੇ, ਕੋਈ ਨਵਾਂ ਪ੍ਰਕਾਸ਼ਨ ਨਹੀਂ ਚਾਹੀਦਾ। ਸਾਨੂੰ ਉਹੀ ਮੈਸੇਜ ਚਾਹੀਦਾ ਆ ਜੋ ਮਲਾਕੀ 4 ਦਾ ਆ, ਉਹੀ ਭੇਤ ਚਾਹੀਦਾ ਆ ਜੋ ਮਲਾਕੀ 4 ਖੋਲ ਕੇ ਗਿਆ। ਮਲਾਕੀ 4 ਨੇ ਹਰ ਇੱਕ ਭੇਤ ਖੋਲਿਆ ਆ। ਫਾਈਵਫੋਲਡ ਮਿਨਿਸਟਰੀ ਨੇ ਹਰ ਇੱਕ ਭੇਤ ਨੂੰ ਪ੍ਰਚਾਰ ਕੀਤਾ ਆ, ਔਰ ਦੁਲਹਨ ਹਰ ਇੱਕ ਭੇਤ ਨੂੰ ਗ੍ਰਹਿਣ ਕਰਨ ਦੀ ਹੈ। ਤੁਸੀਂ ਭੇਤਾਂ ਨੂੰ ਇਨਕਾਰ ਕਰੋਗੇ, ਤੁਸੀਂ ਆਪਣੇ ਨਾਮ ਦਾ ਇਨਕਾਰ ਕਰ ਦੋਗੇ। ਗੱਲ ਯਾਦ ਰੱਖਿਓ, ਕੋਈ ਬੰਦਾ ਨਹੀਂ ਸਾਨੂੰ ਚਾਹੀਦਾ, ਸਾਨੂੰ ਸਿਰਫ ਮੈਸੇਜ ਚਾਹੀਦਾ। ਔਰ ਵਚਨ ਇਹ ਖੜੇ ਉਹਦੇ ਨਾਲ ਵਚਨ ਨਹੀਂ ਆ, ਕਿਉਂਕਿ ਖੁਦਾ ਇਹਨਾਂ ਦਿਨਾਂ 'ਚ ਸਿਰਫ ਵਚਨ ਨੂੰ ਪ੍ਰਗਟ ਕਰੇਗਾ। ਉਹ ਵਚਨ ਨੂੰ ਪ੍ਰਮਾਣਿਤ, ਤੁਹਾਡੇ ਆਈਡੀਆ ਨੂੰ ਪ੍ਰਮਾਣਿਤ ਨਹੀਂ ਕਰੇਗਾ। ਮੈਨੂੰ ਲੱਗਦਾ ਆ ਸ਼ਾਇਦ ਇਦਾਂ ਆ, ਸ਼ਾਇਦ ਲੱਗਦੇ ਨੂੰ ਪ੍ਰਮਾਣਿਤ ਨਹੀਂ ਕਰੇਗਾ। ਸਾਨੂੰ ਯਹੋਵਾ ਯੂਫਰਮਾਤਾ ਵਾਲਾ ਵਚਨ ਚਾਹੀਦਾ ਆ। ਜਦੋਂ ਆਪਣੇ ਨਬੀ ਨੂੰ ਭੇਜਦਾ ਹੀ ਤੇ ਇਹ ਨਹੀਂ ਸੋਚਦਾ ਸ਼ਾਇਦ ਬਾਰਿਸ਼ ਹੋ ਜਾਏ, ਮੂੰਹ ਲਗਾ ਨਹੀਂ, ਕੀ ਪਤਾ ਮੈਂ ਕਰ ਹੀ ਦਵਾਂ, ਤੈਨੂੰ ਵੀ ਪ੍ਰਚਾਰ ਕਰਨ ਦਾ ਆਜੋ ਆਜੋ, ਕਿਸੇ ਕੀ ਪਤਾ ਬਾਰਿਸ਼ ਹੋ ਹੀ ਜਾਏ। ਜਿੱਥੇ ਕੀ ਪਤਾ ਆ ਗਿਆ ਕਿ ਲੱਗਦਾ ਮੈਨੂੰ ਸ਼ਾਇਦ ਹੋ ਜਾਏ, ਉਹ ਪਰਮੇਸ਼ਵਰ ਨਹੀਂ ਆ। ਪਰਮੇਸ਼ਵਰ ਸ਼ਾਇਦ ਦੀਆਂ ਕੀ ਪਤਾ ਚ ਕੰਮ ਨਹੀਂ ਕਰਦਾ, ਉਹ ਕੰਮ ਕਰਦਾ ਯਹੋਵਾ ਯੂਫਰਮਾਤੇ ਵਾਲੇ ਵਚਨ ਦੇ ਅੰਦਰ। ਸਾਨੂੰ ਯਹੋਵਾ ਯੂਫਰਮਾਤਾ ਵਾਲਾ ਵਚਨ ਚਾਹੀਦਾ ਹੈ। ਜਦੋਂ ਉਹਨੇ ਕਿਹਾ 7 ਵਜੇ ਜਿਨ੍ਹਾਂ ਨੂੰ ਖਾਇਆ ਜਾਂਦਾ ਵਿਸ਼ਵਾਸ ਦਿੰਦੀਆਂ ਆ, ਤੇ ਇੱਥੇ ਕੋਈ ਵੀ ਕੀਤੂ ਪਰੰਤੂ ਨਹੀਂ। ਇਹ ਯਹੋਵਾ ਯੂਫਰਮਾਤਾ ਵਾਲਾ ਵਚਨ ਹੈ, ਔਰ ਇਹ ਕਦੀ ਫੇਲ ਨਹੀਂ ਹੋ ਸਕਦਾ, ਕਿਉਂਕਿ ਨਬੀ ਨੇ ਕਿਹਾ ਹੈ। ਉਹਨੇ ਇਹ ਨਹੀਂ ਕਿਹਾ ਮੋਹਰਾਂ ਹਾਲੇਲੂਇਆ ਬਾਈਬਲ ਲਿਖਿਆ ਨਾ ਤੇ ਘਟਾਓ ਤੇ ਵਧਾਓ। ਇਹਨਾਂ ਨੇ ਘਟਾਇਆ ਵੀ ਤੇ ਫਿਰ ਉਹਦੀ ਜਗ੍ਹਾ ਫਿੱਟ ਵੀ ਕੀਤਾ। ਉਹ ਨਹੀਂ ਸਾਨੂੰ ਚਾਹੀਦਾ। ਸਾਨੂੰ ਰਿਪੇਅਰ ਮਾਲ ਨਹੀਂ ਚਾਹੀਦਾ, ਸਾਨੂੰ ओरिजिनल ਚਾਹੀਦਾ ਜਿੱਦਾਂ ਦਾ ਹੈ, ਬਿਨਾਂ ਟੈਂਪਰਡ ਕੀਤਾ, ਬਿਨਾਂ ਹੱਥ ਲਾਇਆ, ਬਿਨਾਂ ਕਿ ਮੈਨ ਹੈਂਡਲ। ਨਬੀ ਕਹਿੰਦਾ ਇਹ ਵਚਨ ਮੈਨ ਹੈਂਡਲ ਨਹੀਂ ਆ, ਇਹਨੂੰ ਕੋਈ ਮਨੁੱਖ ਨਹੀਂ ਆ ਜਿਹੜਾ ਤੋੜ ਮਰੋੜ ਕੇ ਪੇਸ਼ ਕਰੇ। ਸਾਨੂੰ ਟਵਿਸਟ ਕਰਨਾ ਵਧੀਆ ਨਹੀਂ ਲੱਗਦਾ, ਇੱਕੋ ਹੀ ਆ ਜਿਹਨੂੰ ਟਵਿਸਟ ਕਰਨਾ ਵਧੀਆ ਲੱਗਦਾ, ਔਰ ਉਹ ਹੀ ਲੂਸੀਫਰ। ਇਹ ਬੱਚੇ ਵੀ ਉਹਦੇ ਟਵਿਸਟ ਕਰਾਂਦੇ ਆ। ਨਹੀਂ, ਸਰਪੈਂਟ ਸੀਡ ਵੀ ਦਿੱਤੇ, ਉਹਨੇ ਕਿਹਾ ਤੇਰੇ ਵੰਸ਼ ਤੇ ਮੈਂ ਇਸਤਰੀ ਤੇਰੇ ਵੰਸ਼ ਦੇ ਸਰਪ ਦੇ ਵੰਸ਼ ਚ ਕੀ ਕਰਾਂਗਾ। ਅਗਰ ਇਸਤਰੀ ਦਾ ਵੰਸ਼ ਇੱਥੇ ਆ ਤਾਂ ਸਰਪ ਦਾ ਵੰਸ਼ ਵੀ ਇੱਥੇ ਹੀ ਆ, ਔਰ ਸਰਪ ਦਾ ਵੰਸ਼ ਵੀ ਪ੍ਰਗਟ ਹੋਣ ਦਿਆ ਹੈ, ਇਸਤਰੀ ਦਾ ਵੰਸ਼ ਵੀ ਪ੍ਰਗਟ ਹੋਣ ਦਿਆ ਹੈ। ਹਾਲੇਲੂਇਆ। ਔਰ ਇਸਤਰੀ ਦਾ ਵੰਸ਼, ਅਬਰਾਹਮ ਦਾ ਵੰਸ਼ ਸ਼ਤਰੂਆਂ ਦੇ ਫਾਟਕ ਤੇ ਪ੍ਰਬਲ ਹੋਏਗਾ, ਉਹ ਜਿੱਤੇਗਾ, ਕਿਉਂਕਿ ਉਹ ਵਚਨ ਦੇ ਨਾਲ ਖੜਾ ਰਹੇਗਾ। ਹਾਲੇਲੂਇਆ। ਔਰ ਇਹਨਾਂ ਗਰਜਨਾਵਾਂ ਨੂੰ ਜਾਣਨ ਦੀ ਲੋੜ। ਨਬੀ ਕੀ ਕਹਿੰਦਾ? ਨਬੀ ਕਹਿੰਦਾ ਇਹਨਾਂ ਨੂੰ ਜਾਣਨ ਦੀ ਸਾਨੂੰ ਲੋੜ। ਤੁਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ, ਤੁਸੀਂ ਇਹਨੂੰ ਬਾਈਪਾਸ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਰ ਸਕਦੇ ਕਿ ਨਹੀਂ ਭਾਈ ਮੈਂ ਸੁਣਿਆ ਹੀ ਨਹੀਂ ਤੇ ਮੈਂ ਨਸੈੜ ਤੋਂ ਨਿਕਲ ਜਾਂਗੀ। ਇਹਦੇ ਨੂੰ ਛੱਡ ਕੇ ਕੋਈ ਵੀ ਪਤਲੀ ਗਲੀ ਨਹੀਂ ਹੈ ਸਵਰਗ ਜਾਣ ਦੀ, ਕੋਈ ਵੀ ਸ਼ਾਰਟਕਟ ਨਹੀਂ ਹੈ ਸਵਰਗ ਜਾਣ ਦਾ। ਇੱਕੋ ਹੀ ਰਸਤਾ ਹੈ। ਯਿਸੂ ਮਸੀਹ ਨੇ ਕਿਹਾ ਮੈਂ ਹੀ ਉਹ ਰਸਤਾ ਹਾਂ। ਨਬੀ ਕਹਿੰਦਾ ਸਾਨੂੰ ਜਾਣਨ ਦੀ ਕੀ ਆ। ਇੱਕ ਬੰਦਾ ਕਹਿੰਦਾ ਖੁਦਾ ਆਪੇ ਪ੍ਰਗਟ ਕਰ ਦੇਗਾ। ਮੈਂ ਨਬੀ ਨੇ ਇਹ ਨਹੀਂ ਕਿਹਾ ਕਿ ਖੁਦਾ ਆਪੇ ਪ੍ਰਗਟ ਕਰੇਗਾ ਤੁਹਾਡੇ ਤੇ। ਉਹਨੇ ਕਿਹਾ ਸਾਨੂੰ ਜਾਣਨ ਦੀ, ਸੱਚਾਈ ਨੂੰ ਜਾਣੋ, ਸੱਚਾਈ ਨੂੰ ਕੀ ਕਰਾਂਗੇ? ਜਾਣਾਂਗੇ। ਤੇ ਸੱਚਾਈ ਕੀ ਕਰੇਗੀ? ਤੇ ਅੱਜ ਸਮਝੇ ਲੋਕ ਬੰਨੇ ਕਿਉਂ ਗਏ ਆ? ਕਿਉਂਕਿ ਉਹਨਾਂ ਨੇ ਸੱਚਾਈ ਨੂੰ ਕਦੀ ਜਾਣਿਆ ਹੀ ਨਹੀਂ ਹੈ, ਔਰ ਨਾ ਹੀ ਕਦੀ ਹੱਥ ਪੈਰ ਮਾਰੇ ਸੱਚਾਈ ਨੂੰ ਜਾਣਨ ਦੇ ਲਈ। ਉਹ ਬਸ ਨਾਰੇ ਮਾਰਨ ਵਾਲੇ ਵਿੱਚੋਂ। ਉਹ ਅੱਗੇ ਕੈਫਾ ਦੇ ਹੰਨਾ ਜਾ ਕੇ ਕਹਿੰਦੇ ਹੁਣ ਦੱਸੋ ਮੈਂ ਕੀ ਕਰਾਂ। ਉਹ ਪ੍ਰਧਾਨ ਗਏ, ਚੌਧਰੀ ਬਣੇ ਦੇ ਅੱਗੇ ਪ੍ਰਧਾਨ ਗਏ ਤੇ ਕਹਿੰਦੇ ਤੂੰ ਏਦਾਂ ਕਰ, ਬਰੱਬਾ ਨੂੰ ਛੱਡ ਦੇ ਤੇ ਯਿਸੂ ਮਸੀਹ ਨੂੰ ਕੀ ਕਰਦੇ? ਸੂਲੀ ਚੜਾ ਦੇ। ਤੇ ਪਿੱਛੋਂ ਸਾਰੇ ਕੀ ਬੋਲਣਦੇ? ਪੈਸ਼ਨ ਆਫ ਕ੍ਰਾਈਸਟ ਫਿਲਮ ਦੇਖੀ ਨਾ, ਸੂਲੀ। ਪਤਾ ਕੁਛ ਨਹੀਂ ਮਸਲਾ ਕੀ ਆ। ਅੱਗੇ ਮੁਤਬੀਰ ਬਣਾਏ ਦੇ, ਉਹ ਜੋ ਕਹੀ ਜਾਂਦੇ ਤੇ ਇਹ ਵੀ ਪਿੱਛੋਂ ਹਾਂਜੀ ਸੂਲੀ ਦੋ ਜੀ, ਸੂਲੀ। ਉੱਥੇ ਆ ਕੇ ਕਿਸੇ ਨੂੰ ਬੰਦੇ ਨੂੰ ਪੁੱਛਿਆ ਕਿਹਨੂੰ ਦੇਣੀ ਸੂਲੀ? ਜਿਹੜਾ ਚੋਰ ਡਾਕੂ, ਹੋਰ ਕੌਣ?
ਬਰੱਬਾ ਨੂੰ ਮਿਲਣ ਦੀ, ਬਰੱਬਾ ਨੂੰ ਨਹੀਂ ਮਿਲਣ ਦੀ ਸੂਰੀ। ਸਹੀ ਹੈ। ਉਹਨਾਂ ਨੂੰ ਪਤਾ ਹੀ ਨਹੀਂ ਇੱਥੇ ਹੁਣ ਕੀ ਦਿਆ ਹੈ। ਯਹੂਦਾ ਵਰਗੇ ਦੇਖੋ, ਪਹਿਲੇ ਵੇਚਤਾ ਤੇ ਬਾਅਦ ਚੋਂ ਕਹਿੰਦਾ ਪੈਸੇ ਵਾਪਸ ਲੈ, ਨੂੰ ਛੱਡ ਦੋ। ਉਹਨੂੰ ਵੀ ਲੱਗਾ ਹੀ ਨਿਕਲ ਜਾਣਾ, ਇਹਨੇ ਕੀ ਪਤਾ ਰਸਤਾ ਰੁਸਤਾ ਕੱਢ ਹੀ ਲੈਣਾ ਹੈ, ਤੇ ਖੁਦਾ ਆ ਪੈਸੇ ਵੀ ਆ ਜਾਣਗੇ, ਇਹਨੇ ਵੀ ਵੱਜਣਾ, ਦੋਨੇ ਕੰਮ ਸੈੱਟ। ਇਹਨਾਂ ਨਹੀਂ ਪਤਾ ਕਿ ਉਹ ਕੰਮ ਸੈੱਟ ਨਹੀਂ ਹੁੰਦੇ, ਬੱਚੇ ਨੂੰ ਪੂਰਾ ਹੁੰਦੇ ਹੈ। ਕੋਈ ਬਾਈਬਲ ਦੱਸਦੀ ਯਿਸੂ ਮਸੀਹ ਪਹਿਲੇ ਵੀ ਇੱਕ ਦੋ ਵਾਰੀ ਇੱਥੇ ਨਿਕਲ ਗਏ, ਸੁੱਟਣ ਲੱਗੇ, ਮਾਰਨ ਲੱਗੇ, ਉਹਨੂੰ ਲੱਗਾ ਯਾਰ ਇਸ ਵਾਰੀ ਵੀ ਕੀ ਪਤਾ ਨਿਕਲ ਹੀ ਜਾਏ, ਦਿਲੋਂ ਨਹੀਂ ਜਾਂਦਾ ਉਹ ਉਹਨੂੰ ਫੜਾਉਣਾ। ਸਹੀ ਹੈ। ਪਰ ਉਹ ਇਸ ਲਈ ਫੜਾਇਆ ਗਿਆ ਕਿਉਂਕਿ ਵਚਨ ਪੂਰਾ ਹੋਣਾ ਹੈ। ਔਰ ਦੇਖੋ ਜਦੋਂ ਭਵਿੱਖਬਾਣੀ ਪ੍ਰਗਟ ਹੋਣੀ ਹੁੰਦੀ ਹੈ ਨਾ, ਜਿਹਦੇ ਅੰਦਰ ਹੋਣੀ ਹੁੰਦੀ ਹੈ, ਉਹਨੂੰ ਆਪੇ ਵੀ ਨਹੀਂ ਪਤਾ ਮੈਂ ਕਿੱਧਰ ਜਾਣਿਆ, ਕੀ ਕਰਨਿਆ ਹੈ। ਉਹ ਭਵਿੱਖਬਾਣੀ ਬਸ ਹੁੰਦੀ ਹੈ ਪ੍ਰਗਟ। ਹਾਲੇਲੂਇਆ। ਔਰ ਤੁਹਾਨੂੰ ਪਤਾ ਨਹੀਂ ਹੈ ਕਿ ਰੈਪਚਰ ਲਈ ਤਿਆਰ ਹੋਣੇ ਆ ਕਿ ਨਹੀਂ, ਪਰ ਉਹ ਭਵਿੱਖਬਾਣੀ ਤੁਹਾਡੇ ਅੰਦਰ ਪ੍ਰਗਟ ਹੁੰਦੀ ਹੈ। ਆਮੇਨ ਆਮੇਨ। ਤੁਸੀਂ ਸਮਝੇ? ਬਿਲਕੁਲ। ਔਰ ਲੋਕੀ ਬਾਈਬਲ ਦੱਸਦੀ ਆ, ਮੈਂ ਚਾਹਨਾ ਪੜ੍ਹ ਲਈ ਕਿ ਇਹਨਾਂ ਨੂੰ ਵਧੀਆ ਲੱਗਣ ਦਿਆ ਹੈ। ਹਾਲੇਲੂਇਆ। ਇਹ ਸਾਰੇ ਪ੍ਰਤਿਮਾ ਵਾਲੀ ਤਾੜੀ ਮਨਾਂਗੇ। ਵੇਖੋ ਨਾਮ ਉਹਦਾ 17 ਅਧਿਆਇ और ਉਹਦੀ 10 आयत। भाइयों ने तुरंत रात ही रात पौलुस और सिलास को बिरिया भेज दिया। पौलुस ਨੂੰ ਤੇ ਸਿਲਾਸ ਨੂੰ ਕਿੱਥੇ ਭੇਜਦਾ? ਬਿਰੀਆ। ਬਿਰੀਆ ਇੱਕ ਨਗਰ ਹੀ, ਇਹ ਚ ਪੌਲੁਸ ਤੇ ਸਿਲਾਸ ਵਚਨ ਦੇ ਪ੍ਰਚਾਰ ਦੇ ਲਈ, ਵਚਨ ਦੀ ਸੇਵਕਾਈ ਲਈ ਇੱਕ ਜਗ੍ਹਾ ਤੇ ਗਏ, ਇੱਕ ਸ਼ਹਿਰ ਚ ਗਏ, ਔਰ ਇਹ ਜਗ੍ਹਾ ਜਗ੍ਹਾ ਤੇ ਜਾ ਕੇ ਕੀ ਕਰਦੇ ਸੀ? ਪ੍ਰਚਾਰ ਕਰਦੇ ਸੀ। ਅੱਗੇ और वे वहां पहुंचकर यहूदियों के आराधनालय में गए। ਉਹ ਯਹੂਦੀਆਂ ਦੇ ਜਾ ਕੇ ਕਿੱਥੇ ਚਲ ਗਏ? ਆਰਾਧਨਾਲय ਜਾ ਕੇ ਤੇ ਯਹੂਦੀਆਂ ਦੇ ਜਾ ਕੇ ਆਰਾਧਨਾਲय ਚਲ ਗਏ। ਨਹੀਂ ਅੱਗੇ ये लोग तो थिस्सलुनीकि के यहूदियों से भले थे। और बेरिया ਦੇ ਲੋਕ ਬਾਈਬਲ ਚ ਲਿਖਿਆ थिस्सलुनीकियों ਇੱਕ ਜਗ੍ਹਾ ਹੈ ਜਿਹਨੂੰ ਬਾਈਬਲ ਚ थिस्सलुनीकियों ਦਾ ਪੱਤਰੀ ਵੀ ਆ। ਪਹਿਲਾ थिस्सलुनीकियों, ਦੂਸਰਾ थिस्सलुनीकियों। ਇਹ ਉਹ ਜਗ੍ਹਾ ਹੈ ਜਿੱਥੇ ਦੀ ਪੱਤਰੀ ਪੌਲੁਸ ਨੇ ਜੇਲ੍ਹ ਦੇ ਵਿੱਚ ਰਹਿ ਕੇ ਲਿਖੀ ਉਹਨਾਂ ਨੂੰ। ਪਤਰਸ ਜੇਲ੍ਹ ਦੇ ਵਿੱਚ ਜਦੋਂ ਪੌਲੁਸ ਜੇਲ੍ਹ ਦੇ ਵਿੱਚ ਜਦੋਂ ਹੋ ਗਿਆ ਸੀ, ਉੱਥੇ ਕਈ ਬੰਦੇ ਆਂਦੇ ਜਿਹਦਾ ਮਿਲਣ ਆ ਗਿਆ ਕੋਈ, ਤੇ ਉਹ ਪੱਤਰੀਆਂ ਕਿਸੇ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚਾਉਂਦੇ ਸੀ। ਮੈਸੇਜ ਪੱਤਰੀਆਂ ਦੇ ਦੁਆਰਾ ਅੱਗੇ ਜਾਂਦਾ ਹੈ। ਔਰ ਉੱਥੇ ਜਾ ਕੇ ਜਿਹਦਾ ਥਮੂਥੀਸ ਹੋ ਗਿਆ, ਇਹ ਆਤਮਿਕ ਪੁੱਤਰ ਹੀ ਪੌਲੁਸ ਦਾ। ਸਹੀ ਹੈ। ਆਮੇਨ। अच्छा आमीन। ਤੀਤੁਸ ਹੋ ਗਿਆ, ਇਹ ਆਤਮਿਕ ਪੁੱਤਰ ਹੀ ਪੌਲੁਸ ਦਾ। ਆਮੇਨ ਆਮੇਨ। ਇਸੇ ਤੀਤੁਸ ਦੀ ਪੱਤਰੀ ਆ। ਤਿਮੋਥੀਅਸ ਦੇ ਨਾਂ ਤੇ ਕੀ ਹੈ? ਪੱਤਰੀ ਆ। ਇਹ ਆਤਮਿਕ ਪੁੱਤਰ ਹੁੰਦੇ ਸੀ। ਇਹ ਜਾ ਕੇ ਲਿਆ ਕੇ ਫੇਰ ਦਾ ਚਰਚ ਬਹਿੰਦਾ ਸੀ, ਕਿਉਂਕਿ ਪਾਸਟਰ ਤੇ ਹੈ ਹੀ ਹਲੇ ਜਿੰਦਾ, ਇਹ ਇਦਾਂ ਨਹੀਂ ਕਰ ਸਕਦੇ। ਤੁਸੀਂ ਸਮਝੇ? ਔਰ ਜਾ ਕੇ ਫਿਰ ਉੱਥੇ ਪੜਿਆ ਜਾਂਦਾ ਸੀ ਕਿ ਪੌਲੁਸ ਨੇ ਤੁਹਾਡੇ ਲਈ ਇਹ ਲਿਖਿਆ। ਕੋਰਿੰਥੀਅਸ ਸ਼ਹਿਰ ਹੀ, थिस्सलुनीकियों ਸ਼ਹਿਰ ਹੀ, ਇਬਰਾਨੀਓ ਲੋਕ ਹੀ, ਇਹ ਪੱਤਰੀਆਂ ਲਿਖੀ ਗਈਆਂ ਸੀ ਇਹਨਾਂ ਨੂੰ। ਤੁਸੀਂ ਸਮਝੇ? ਕਿਹਨੇ ਸਮਝਾਉਂਦੇ ਆ? ਹਾਲੇਲੂਇਆ। ਜਾਨਣਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲੇਲੂਇਆ ਹਾਲੇਲੂਇਆ। ਔਰ ਬਾਈਬਲ ਦੱਸਦੀ ਜਦੋਂ ਬੇਰੀਆ ਨਗਰ ਚ ਗਏ ਤੇ ਉਸ ਤੋਂ ਪਹਿਲੇ थिस्सलुनीकियों ਨਗਰ ਚ ਗਏ ਸੀ। ਮੰਨ ਲਓ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਗਏ, ਤੇ ਬਾਈਬਲ ਦੱਸਦੀ ਬੇਰੀਆ ਨਗਰ ਦੇ ਲੋਕੀ थिस्सलुनीकियों ਦੇ ਲੋਕਾਂ ਨਾਲੋਂ ਵਧੀਆ ਹੈ। ਕਿਉਂ ਵਧੀਆ ਹੈ? ਕੀ ਕਾਰਨ ਹੈ? ਅੱਗੇ ਪੜ੍ਹਨੇ ਆ। ਅੱਗੇ ये लोग तो थिस्सलुनीकियों के यहूदियों से भले थे और उन्होंने बड़ी लालसा से वचन ग्रहण किया। ਉਹਨਾਂ ਨੇ ਬੜੀ ਲਾਲਸਾ ਨਾਲ ਵਚਨ ਕੀ ਕੀਤਾ? ਹਾਲੇਲੂਇਆ। ਉਹਨਾਂ ਨੇ ਵਚਨ ਨੂੰ ਗ੍ਰਹਿਣ ਕੀਤਾ, ਵਚਨ ਨੂੰ ਸਮਝਿਆ ਨਹੀਂ, ਵਚਨ ਨੂੰ ਗ੍ਰਹਿਣ ਕੀਤਾ। ਅੱਗੇ और प्रतिदिन पवित्र शास्त्रों में ढूंढते रहे कि ये बातें यूं ही हैं कि नहीं। ਔਰ ਰਾਤ ਦਿਨ ਬਾਈਬਲ ਦੱਸਦੀ ਹੈ, ਉਹ ਬਾਈਬਲ ਚ ਲੱਭਦੇ ਹੀ ਕਿ ਜੋ ਪੌਲੁਸ ਤੇ ਸਿਲਾਸ ਪ੍ਰਚਾਰ ਕਰਨ ਦੇ ਆ, ਇਦਾਂ ਹੈ ਵੀ ਆ ਕਿ ਨਹੀਂ। ਅੱਜ ਲੋਕੀ ਕਰਦੇ ਸਹੀ ਹੈ। ਬਿਲਕੁਲ ਨਹੀਂ। ਆਏ ਸੂਲੀ ਸੂਲੀ ਉਹੀ ਨਾਰੇ ਮਾਰੋ, ਘਰ ਆ ਕੇ ਕੋਈ ਬਾਈਬਲ ਨਹੀਂ ਪੜ੍ਹਨੀ, ਕੋਈ ਮੈਸੇਜ ਨਹੀਂ ਪੜ੍ਹਨਾ ਸਹੀ ਹੈ। ਕਿ ਪਤਾ ਕਰੀਏ ਜੋ ਪਾਸਟਰ ਸਾਹਿਬ ਬੋਲਣਦੇ ਤਾਂ ਬਾਈਬਲ 'ਚ ਹੈ ਵੀ ਆ, ਮੈਸੇਜ 'ਚ ਹੈ ਵੀ ਆ ਕਿ ਨਹੀਂ। अच्छा ਔਰ ਉਹਨਾਂ ਨੂੰ ਲੱਗਦਾ ਕਿ ਜੋ ਬੋਲਣਦੇ ਆ ਉਹੀ ਸਾਡਾ ਐਬਸੋਲੂਟ ਹੋ ਗਿਆ ਹੈ। ਪਰ ਬਾਈਬਲ ਦੱਸਦੀ ਹੈ ਮੇਰੇ ਪਿਆਰੋ, ਹਰ ਇੱਕ ਆਤਮਾ ਦੀ ਪ੍ਰਤੀਤਨਾ ਕਰੋ, ਆਤਮਾਵਾਂ ਨੂੰ ਪਰਖੋ। ਪ੍ਰਚਾਰ ਨੂੰ ਨਹੀਂ, ਪ੍ਰਚਾਰ ਤੁਹਾਨੂੰ ਮਲਾਕੀ 4 ਦਾ ਹੀ ਲੱਗਣਾ ਹੈ, ਪਰ ਉਸ ਆਤਮਾ ਨੂੰ, ਉਹਦੇ ਪਿੱਛੇ ਉਦੇਸ਼ ਨੂੰ, ਉਹਦੇ ਪਿੱਛੇ ਉਹਦੇ ਮੋਟਿਵ ਨੂੰ, ਆਬਜੈਕਟਿਵ ਨੂੰ। हालेलुया। ਤੁਸੀਂ ਸਮਝੇ? ਔਰ ਅੱਜ ਲੋਕਾਂ ਦੇ ਅੰਦਰ ਇਹ ਖਮ ਖਤਮ ਹੋ ਗਿਆ, ਇਸੇ ਉਹਨਾਂ ਦੀ ਆਤਮਿਕ ਸਥਿਤੀ ਵੀ ਘਟਦੀ ਜਾਂਦੀ ਔਰ ਬੱਚਾ ਕਦੀ ਖੜੀ ਨਹੀਂ ਰਹਿ ਸਕਦਾ। ਫਿਰ ਮੈਂ ਤੁਹਾਨੂੰ ਕਹਿੰਦਾ ਆ ਨਬੀ ਨੇ ਇਹ ਕਿਹਾ, ਨਬੀ ਨੇ ਇਹ ਕਿਹਾ, ਤੇ ਮੈਨੂੰ ਮੀਟਿੰਗ ਦੇ ਬਾਅਦ ਪੁੱਛੋ ਭਾਈ ਨਬੀ ਨੇ ਕਿੱਥੇ ਗਿਆ ਹੈ, ਕਿਹੜੇ ਮੈਸੇਜ 'ਚ ਗਿਆ ਉਹਨੇ? ਇਹ ਗਰਜਨਾ ਵੱਲੋਂ ਇਹ ਸਾਨੂੰ ਜਾਣਨ ਦੀ ਲੋੜ ਹੈ। अच्छा ਕਿੱਥੇ ਗਿਆ ਉਹਨੇ? ਸਾਨੂੰ ਜਾਣਨ ਦੀ ਲੋੜ ਨਹੀਂ। ਹਾਲੇਲੂਇਆ।
ਹੁਣੇ ਥੋੜਾ ਮੈਸੇਜ ਵੱਲ ਜਾਂਦੇ ਆ ਤੁਸੀਂ ਹੋ ਸਕੇ ਤੇ ਇਹਨਾਂ ਨੂੰ ਤੁਸੀਂ ਨੋਟ ਕਰੋ। 7 ਕਲੀਸਿਆ ਕਾਲ ਦੀ ਕਿਤਾਬ ਇੰਟਰੋਡਕਸ਼ਨ ਦੇ ਵਿੱਚ ਨਬੀ ਕਹਿੰਦਾ It was in the end time period that the 7 thunders of Jesus came forth. 7 ਕਲੀਸਿਆ ਕਾਲ ਦੀ ਕਿਤਾਬ, ਕਿਉਂਕਿ 7 ਕਲੀਸਿਆ ਕਾਲ 'ਚ ਕੋਈ ਪੈਰਾਗ੍ਰਾਫ ਨਹੀਂ ਆ ਔਰ ਮੈਂ ਇੰਗਲਿਸ਼ 'ਚ ਮੇਰੇ ਕੋਲ ਐਕਚੁਅਲ 'ਚ ਹਿੰਦੀ ਦੇ ਵਿੱਚ ਹੈ ਨਹੀਂ ਨਾ ਭਾਈ ਕੋਈ, ਨਾ ਮੈਂ ਹਿੰਦੀ 'ਚ ਪੜ੍ਹਦਾ ਔਰ मैंने हिंदी ट्रांसलेट करना है पर ਉਹਦੇ ਕਾਰਨ ਮੇਰੇ ਕੋ पेज नंबर नहीं है बाद ਵਿੱਚ ਤੁਹਾਨੂੰ ਮੈਂ ਦੱਸਾਂ। ਨਬੀ ਕਹਿੰਦਾ It was in the end time period that the 7 thunders of Jesus came forth. ਇਹ ਅੰਤਿਮ ਦਿਨਾਂ ਦੇ ਵਿੱਚ ਇਹ 7 ਗਰਜਨਾਂ ਜਿਹੜੀਆਂ ਯਿਸੂ ਮਸੀਹ ਦੀਆਂ ਆ ਇਹ ਬਾਹਰ ਆਈਆਂ। Revelation 10:3-4 ਪੂਰਾ ਦੱਸਦਾ ਨਬੀ ਅੰਦਰ। ਨਬੀ ਕਹਿੰਦਾ when 7 thunders had uttered their voice, ਜਦੋਂ 7 ਗਰਜਨਾਂ ਨੇ ਆਪਣੀਆਂ ਆਵਾਜ਼ਾਂ ਦੇਤੀਆਂ, I was about to write, ਮੈਂ ਨੂੰ ਲਿਖਣ ਤੇ ਯਹੂਨਾ And I heard a voice from heaven, ਮੈਂ ਆਵਾਜ਼ ਨੂੰ ਸੁਣਿਆ ਸਵਰਗ ਚੋਂ, saying unto me, ਮੈਨੂੰ ਕਹਿੰਦੇ ਹੋਏ, seal up those things which the 7 thunders uttered and write them now. ਉਹਨਾਂ ਗੱਲਾਂ ਨੂੰ ਜਿਹੜੀਆਂ 7 ਗਰਜਾਂ ਨੇ ਗਰਜੀਆਂ ਆ ਉਹਨਾਂ ਨੂੰ ਕੀ ਕਰ ਮੋਹਰ ਬੰਦ ਕਰ ਔਰ ਉਹਨੂੰ ਬਾਈਬਲ 'ਚ ਨਾ ਲਿਖ, ਇਹਨੂੰ ਗੁਪਤ ਰੱਖ। ਨਬੀ ਅੱਗੇ ਕੀ ਕਹਿੰਦਾ what was in those thunders no one knows. ਉਹਨਾਂ ਗਰਜਨਾਵਾਂ 'ਚ ਕੀ ਹੀ ਕੋਈ ਵੀ ਜਾਣਦਾ ਨਹੀਂ, but we need to know, ਪਰ ਸਾਨੂੰ ਜਾਣਨ ਦੀ ਲੋੜ ਹੈ, ਜ਼ਰੂਰਤ। ਅੱਜ ਦੀ ਜ਼ਰੂਰਤ ਕੀ ਹੈ ਗਰਜਨਾਵਾਂ ਨੂੰ ਜਾਣਨ ਦੀ, ਕਿਉਂਕਿ ਬਿਨਾਂ ਗਰਜਨਾਵਾਂ ਦੇ ਰੈਪਚਰ ਨਹੀਂ। ਅਗਰ ਤੁਹਾਡਾ ਇਸ ਮੈਸੇਜ ਦੇ ਵਿੱਚ ਆ ਕੇ ਟਾਰਗੇਟ ਔਰ ਫੋਕਸ ਰੈਪਚਰ ਨਹੀਂ ਹੈ ਤੇ ਫਿਰ ਠੀਕ ਹੈ, ਵਿਰੋਧ ਕਰਦੇ ਰਹੋ ਗਰਜਨਾਵਾਂ ਦਾ। ਜੇ ਤਾਂ ਤੁਸੀਂ ਸਿਰਫ ਚਰਚ ਵਿੱਚ ਫਾਰਮੈਲਿਟੀ ਕਰਨ ਆਏ ਹੋ, ਤਾੜੀਆਂ ਮਾਰਨ ਆਏ ਹੋ, ਗੀਤ ਗਾ ਕੇ ਘਰ ਜਾ ਕੇ ਤਾਂ ਆਪਣਾ ਉਹੀ ਜੀਵਨ ਗੰਦਾ ਜੀਣ ਆਏ ਹੋ, ਜਿੱਦਾਂ ਦਾ ਮੈਸੇਜ ਆਉਂਦਾ ਹੈ ਪ੍ਰਚਾਰ ਕਰ ਦੇਣਾ, ਜਿੱਦਾਂ ਦਾ ਹੋਇਆ ਉਦਾਂ ਦਾ ਰਹਿਣਾ ਪੈਣਾ। ਜਦ ਚਰਚ ਆਏ ਤੇ ਦੂਤਾਂ ਵਰਗੇ, ਬਾਹਰ ਗਏ ਤੇ ਭੂਤਾਂ ਵਰਗੇ, ਉਹੀ ਜੀਵਨ ਜੀਣ ਆਏ ਆ, ਬਿੱਲ ਪੇ ਕਰਨ ਆਏ ਆ, ਵਿਆਹ ਕਰਨ ਆਏ ਆ, ਬਸ ਮਰਨ ਆਏ ਆ, ਤੇ ਫਿਰ ਠੀਕ ਹੈ ਜਿਹੜੇ ਮਰਜ਼ੀ ਚਰਚ ਜਾਓ, ਫਿਰ ਇਹ ਚੀਜ਼ਾਂ ਦੀ ਜਾਣਨ ਦੀ ਕੋਈ ਲੋੜ ਨਹੀਂ ਆ। ਤੁਸੀਂ ਠੀਕ ਹੋ ਜਿੱਥੇ ਹੋ, ਪਰ ਜੇ ਤੁਸੀਂ ਆਏ ਹੋ ਕਿ ਤੁਹਾਡੀ ਦੇਹ ਚੇਂਜ ਹੋ ਜਾਏ, ਜੇ ਤੁਸੀਂ ਆਏ ਕਿ ਜੋ ਅਸੀਂ ਕਹੀਏ ਉਹ ਹੋ ਜਾਏ, ਜੇ ਤੁਸੀਂ ਆਏ ਕਈ ਰੈਪਚਰ 'ਚ ਜਾਣਾ ਹੈ, ਜੇ ਤੁਸੀਂ ਚਾਹੁੰਦੇ ਸਵਰਗ 'ਚ ਜਾਣਾ ਹੈ, ਜੇ ਤੁਸੀਂ ਚਾਹੁੰਦੇ ਸਿਆਸਤ ਦੇ ਬਹਿ ਕੇ ਰਾਜ ਕਰਨਾ ਆ, ਤੇ ਫਿਰ ਤੁਹਾਨੂੰ ਇਹਨਾਂ ਗਰਜਨਾਵਾਂ ਨੂੰ ਜਾਣਨ ਦੀ ਲੋੜ ਆ। ਤੁਸੀਂ ਇਹਨਾਂ ਨੂੰ ਛੱਡ ਨਹੀਂ ਸਕਦੇ। ਕੋਈ ਗਰਜਨਾਵਾਂ ਨਹੀਂ, ਕੋਈ ਰੈਪਚਰ ਨਹੀਂ, ਆਮੇਨ, ਸੱਚਾ। ਕੋਈ ਗਰਜਨਾਵਾਂ ਨਹੀਂ, ਕੋਈ ਸਵਰਗ 'ਚ ਉਠਾਇਆ ਜਾਣਾ ਨਹੀਂ, ਸੱਚਾ। ਕੋਈ ਗਰਜਨਾਵਾਂ ਨਹੀਂ, ਕੋਈ ਦੇਵਾਂ ਦਾ ਚੇਂਜ ਹੋਣਾ ਨਹੀਂ। ਆਏ ਲੋਕੀ ਕਹਿੰਦੇ ਤੁਸੀਂ ਗਰਜਨਾਵਾਂ ਤੇ ਕਿਉਂ ਜ਼ੋਰ ਦਿੰਦੇ ਹੋ? ਕਿਉਂਕਿ ਹਰ ਇੱਕ ਭੇਤ ਇਹਨਾਂ ਗਰਜਨਾਵਾਂ ਦੇ ਅੰਦਰ ਹੀ ਬੰਦ ਹੈ। ਆਮੇਨ। ਕੋਈ ਵੀ ਭੇਤ ਗਰਜਨਾਵਾਂ ਤੋਂ ਬਾਹਰ ਨਹੀਂ ਆ। ਭਾਵੇਂ ओरिजिनल sin, ओरिजिनल ਪਾਪ ਦਾ ਆਦਮ ਨੇ ਵੀ ਕੀਤਾ ਹੋਏ, ਕਿਉਂ? ਨਬੀ ਕਹਿੰਦਾ ਮੈਂ ਤੁਹਾਨੂੰ ਉਤਪਤੀ ਤੋਂ ਦੱਸਾਂਗਾ ਸੱਤਵੀਂ ਮੋਹਰ ਕਿੱਥੇ ਸੀ। ਨਬੀ ਕਹਿੰਦਾ ਤੁਹਾਨੂੰ ਉਤਪਤੀ ਤੋਂ ਦੱਸਾਂਗਾ ਮੈਂ ਸੱਤਵੀਂ ਮੋਹਰ ਕਿੱਥੇ ਸੀ, ਔਰ ਜਿੱਥੇ ਜਿੱਥੇ ਸੱਤਵੀਂ ਮੋਹਰ ਹੀ ਉੱਥੇ ਗਰਜਨਾਵਾਂ ਹੋਣਗੀਆਂ, ਕਿਉਂਕਿ ਗਰਜਨਾਵਾਂ ਸੱਤਵੀਂ ਮੋਹਰ ਦੇ ਅੰਦਰ ਹੀ। ਅਗਰ ਉਤਪਤੀ ਦੀ ਸੱਤਵੀਂ ਮੋਹਰ ਹੀ ਤੇ ਗਰਜਨਾਵਾਂ ਵੀ ਉਤਪਤੀ ਦੇ ਵਿੱਚ ਹੈ ਹੀ ਫਿਰ। ਸੱਚਾ। ਆਮੇਨ। ਠੀਕ ਸਮਝਦੇ ਮੈਂ ਕੀ ਕਹਾਂ? ਹਾਲੇਲੂਇਆ, ਹਾਲੇਲੂਇਆ। ਇਹ ਸਾਰੇ ਕੁਝ ਨੂੰ ਤਾੜੀ ਮਾਰਾਂਗੇ ਇੱਕ ਵਾਰੀ ਜ਼ੋਰ ਦੀ। ਇਸ ਲਈ ਇਹਨਾਂ ਭੇਤਾਂ ਦਾ ਪੂਰਾ ਜ਼ਰੂਰੀ ਇਹਨਾਂ ਦਿਨਾਂ ਦੇ ਵਿੱਚ। ਉਹ ਟਾਈਮ ਨਿਕਲ ਗਿਆ, ਉਹਨਾਂ ਨੂੰ ਗਰਜਨਾਵਾਂ ਦੀ ਲੋੜ ਨਹੀਂ, ਕਿਉਂਕਿ ਉਹ ਵਚਨ ਦਾ ਹਿੱਸਾ ਹੀ। ਪਰ ਹੁਣ ਜਦੋਂ ਆਏ ਤੇ ਵਚਨ ਸੰਪੂਰਨ ਆਇਆ। ਨਬੀ ਕੀ ਕਹਿੰਦਾ? ਨਬੀ ਕਹਿੰਦਾ ਯਿਸੂ ਮਸੀਹ ਸੰਪੂਰਨ ਵਚਨ ਹੀ, ਔਰ ਸ਼ੈਤਾਨ ਕੋ ਕਿੰਨਾ ਵਚਨ? 99.99 99.9 ਲਾਓ। ਸਹੀ ਇਹ ਨਾ ਹੈ। ਮੰਨ ਲਓ ਯਿਸੂ ਮਸੀਹ 100 ਆ ਤੇ ਸ਼ੈਤਾਨ 99.90 ਪੈਸੇ ਆ। 0.10 ਪੈਸੇ ਦਾ, ਬਸ 10 ਪੈਸੇ ਘੱਟ ਆ ਵਾ ਸ਼ੈਤਾਨ ਯਿਸੂ ਮਸੀਹ ਤੋਂ ਵਚਨ। ਤੇ ਸੋਚੋ ਅਗਰ ਇੰਨੇ ਵਚਨ ਦੇ ਨਾਲ ਉਹ ਲੂਸੀਫਰ ਤੋਂ, ਦੂਤ ਤੋਂ ਸ਼ੈਤਾਨ ਬਣ ਗਿਆ, ਤੇ ਅੱਜ ਤੇ ਕਈ ਛੱਡਦੇ ਆ। ਹੁਣ ਦੁਲਹਨ ਹੋਣ ਦੇ ਲਈ ਤੁਹਾਨੂੰ 99.9 ਨਹੀਂ ਚਾਹੀਦਾ, ਕਿਉਂਕਿ ਅਸੀਂ ਜਿਹੜੇ ਨਿਕਲੇ ਸੀ, ਅਸੀਂ ਜਿਹਦੀ ਦੁਲਹਨ ਸੀ, ਅਸੀਂ ਲੂਸੀਫਰ ਦੀ ਨਹੀਂ, ਸਹੀ ਹੈ। ਆਈ ਯਿਸੂ ਮਸੀਹ ਦੀ। ਹਾਲੇਲੂਇਆ। और अगर यीशु मसीह संपूर्ण वचन ही ते दुल्हन भी संपूर्ण वचन ही होएगी। ਆਮੇਨ। ਸਾਨੂੰ ਸੰਪੂਰਨ ਜਿਹੜੇ
ਮੈਨੂੰ ਯਾਦ ਹੈ ਇੱਕ ਵਾਰੀ ਇੱਕ ਮਿਨਿਸਟਰ ਮੀਟਿੰਗ ਦੇ ਗਏ, ਇੱਕ ਭਾਈ ਕਹਿੰਦਾ राधा स्वामियों को भी सच्चाई है, निरंकारियों को भी सच्चाई है, पेंटिकॉस्टलियों को भी सच्चाई है, कैथलिक वाले को भी सच्चाई है, तो उधर क्यों नहीं चले जाते? इस मैसेज भी वो कहता सच्चाई है, तो कहता गर्जना वाले कहते कि साडे को सच्चाई है, खुदा जेड़ा कहते वो कहते साडे को सच्चाई है, ये कहता जी साडे मैनू समझ नहीं वो कहना की दिया है, कहना की चाहते पेश की करन दे सारे पासे सच्चाई है, ते सानू सच्चाई दा हिस्सा नहीं चाहिए। सही है, ਸਾਨੂੰ ਸੰਪੂਰਨ ਚਾਹੀਦੀ ਆਮੀਨ ਆਮੀਨ। ਇਹ ਨਬੀ ਸੱਚਾਈ ਦਾ ਹਿੱਸਾ ਲੁਟਾਉਣ ਨਹੀਂ ਆਇਆ, ਇਹ ਸੰਪੂਰਨ ਸੱਚਾਈ ਨੂੰ ਲੈ ਕੇ ਆਇਆ। ਹਾਲੇਲੂਇਆ। ਔਰ ਇਹ ਨਬੀ ਦਾ ਕੰਮ ਕੀ? ਅੱਛਾ ਮਲਾਕੀ 4 ਕਿਉਂ ਆਇਆ? ਮੈਸੇਜ ਦੇ ਵਿਸ਼ਵਾਸੀਆਂ ਨੂੰ ਪੁੱਛਿਆ ਜਾਏ ਉਹ ਕੀ ਕਰਨ ਆਇਆ ਹੈ? ਮਲਾਕੀ 4 ਦਾ ਨਬੀ ਕੀ ਕਰਨ ਆਇਆ ਹੈ? ਅੱਛਾ ਇੱਕ ਤੇ ਹੋਰ ਕਈ ਹੋਰ ਚੈਂਪੀਅਨ ਆ ਗਏ ਦੇ ਤੋਂ ਵੀ ਉੱਪਰ। ਉਹ ਕਹਿੰਦੇ ਜੀ ਇੱਕ ਨਬੀ ਚਲ ਗਿਆ ਪਰ ਇਹਦੇ ਬਾਅਦ ਇੱਕ ਹੋਰ ਆਏਗਾ। ਉਹਨਾਂ ਨੂੰ ਮੈਂ ਕਿਹਾ ਭਰਾ ਜੇ ਉਹ ਆਏਗਾ ਤਾਂ ਕੀ ਕਰਨ ਆਏਗਾ? ਕੀ ਕੰਮ ਕਰਨ ਆਏਗਾ? ਅਸੀਂ ਲੋਕਾਂ ਨੂੰ ਭਰਾ ਇੰਨੇ ਸਾਲ ਹੋ ਗਏ ਉਹ ਇੱਥੇ ਨਹੀਂ ਮੰਨਣ ਦੇ ਆਂਦੇ ਤੇ ਤੂੰ ਇੱਕ ਹੋਰ ਲੈ ਗਿਆ ਹਮੇ ਕਿ ਨਹੀਂ? ਸਹੀ ਹੈ। ਉਹ ਕੀ ਕਰਨ ਆਏਗਾ? क्योंकि कोई भी नबी आंदा ते उसको मैसेज हुंदा है, तो जेड़ा ये नबी आएगा उसको की मैसेज है? जे नबी दा बेटा आके नबी है तो उसको की मैसेज है? सही है, आमीन। की नबी गल लेके आंदा अपने युग दा मैसेज क्यों लेके आएगा? क्योंकि अपने युग दा मैसेज ते ब्रदर ब्रानम लेके आ गया, ते ए लेके आणगे ते फिर ते फिर ते इदां ही फालतू करके गया, वो काम वेस्ट करके गया, फिर वो की करना है? सही है। ਮਲਾਕੀ 4 ਦਾ ਨਬੀ ਅੱਜ ਦੇ ਵਿਸ਼ਵਾਸੀਆਂ ਨੂੰ ਪੁੱਛਿਆ ਜਾਏ ਕੀ ਕਰਨ ਆਇਆ ਹੈ, ਉਹਨਾਂ ਨੂੰ ਪਤਾ ਹੀ ਨਹੀਂ। ਪਰ ਅਸਲ ਨਬੀ ਕੀ ਕਰਨ ਆਇਆ ਹੈ? ਨਬੀ ਦਾ ਕੰਮ ਕੀ ਹੈ? ਮਲਾਕੀ 4 ਦਾ ਕਿਹਨੇ ਜਾਣਨਾ ਚਾਹੁੰਦੇ ਆ? ਕਿਹਨੇ ਜਾਣਨਾ ਚਾਹੁੰਦੇ ਆ ਕਿ ਵਿਲੀਅਮ ਮੇਰੀਅਨ ਬ੍ਰਾਨਮ ਦਾ ਕੰਮ ਕੀ? ਮਲਾਕੀ 4 ਦੇ ਨਬੀ ਦਾ ਕੰਮ ਕੀ? ਪ੍ਰਕਾਸ਼ ਵਾਕਿਆ 10 ਦੇ 7 ਦੇ ਦੂਤ ਦਾ ਕੰਮ ਕੀ? ਨਬੀ ਕੀ ਕਹਿੰਦਾ? ਲੁਦੀਕੀਆ ਕਲੀਸਿਆ ਦਾ ਸੱਤਾ ਕਲੀਸਿਆ ਕਾਲ ਦੀ ਪੁਸਤਕ ਨਬੀ ਕਹਿੰਦਾ Now this messenger of Malachi 4 and Revelation 10:7 ਉਹਨੇ ਦੂਤ ਜਿਹੜਾ ਮਲਾਕੀ 4 ਦਾ ਤੇ ਪ੍ਰਕਾਸ਼ ਵਾਕਿਆ 10:7 ਦਾ ਹੈ is going to do two things। ਉਹ ਦੋ ਕੰਮਾਂ ਨੂੰ, ਪਹਿਲਾ ਕੰਮ according to Malachi 4 he will turn the hearts of the children to the father। ਆਮੀਨ। ਪਹਿਲਾ ਕੰਮ ਆ ਪੁੱਤਰਾਂ ਦੇ ਮਨਾਂ ਨੂੰ ਪਿਤਾਵਾਂ ਵੱਲ ਕਰੇਗਾ। ਦੂਸਰਾ ਕੰਮ and second he will reveal the mysteries of 7 thunder in Revelation 9। ਹਾਲੇਲੂਇਆ। और प्रकाश वाक्य 10 ਦੇ 7 गर्जनावां ਦੇ ਭੇਤਾਂ ਨੂੰ ਖੋਲੇਗਾ। ਆਮੀਨ। ਨਹੀਂ? ਹਾਲੇਲੂਇਆ। which are revelations contained in 7 seals ਜਿਹੜੇ ਪ੍ਰਕਾਸ਼ਨ ਆ 7 ਮੋਹਰਾਂ ਦੇ ਅੰਦਰ। ਹੁਣ ਜਿਹੜੇ ਬਲੀਵ ਕਰਦੇ ਕਿ 7 ਗਰਜਾਂ ਹੋਈਆਂ ਹੀ ਨਹੀਂ, ਉਹਨਾਂ ਦੇ ਕਹਿਣ ਦਾ ਮਤਲਬ ਮਲਾਕੀ 4 ਇੱਕ ਕੰਮ ਕਰ ਗਏ ਨਹੀਂ ਗਿਆ। ਸਹੀ ਹੈ। मतलब वो सेवकाई करके गया अधूरी, क्योंकि मलाकी 4 ਦੇ ਨਬੀ ਦਾ ਕੰਮ ਹੀ ਪੁੱਤਰਾਂ ਦੇ ਮਨਾਂ ਨੂੰ ਪਿਤਾਵਾਂ ਵੱਲ ਕਰਨਾ, ਔਰ ਦੂਸਰਾ ਕੰਮ ਹੀ ਪ੍ਰਕਾਸ਼ ਵਾਕਿਆ 10 ਦੇ 7 ਗਰਜਨਾਵਾਂ ਨੂੰ ਭੇਤਾਂ ਨੂੰ ਖੋਲਣਾ। मतलब ਜੇ ਉਹ ਕੰਮ ਕਰਕੇ ਚਲ ਗਿਆ ਆ ਤੇ ਫਿਰ ਦੋਨੇ ਕੰਮ ਕਰਕੇ ਗਿਆ ਹੋਣਾ ਹੈ। ਬਿਲਕੁਲ ਸੱਚ ਹੈ। ਤੇ ਅਗਰ ਦੋਨੇ ਕੰਮ ਕਰਕੇ ਗਿਆ ਤੇ ਫਿਰ ਰਹਿ ਕੀ ਗਿਆ ਜਿਹੜਾ ਅਗਲਾ ਨਬੀ ਆ ਕੇ ਖੋਲਣ ਦਿਆ ਹੈ? ਉਹਨੇ ਕਿਹਾ ਹੀ ਦੇਖੋ ਵੱਡੇ ਤੇ ਭਿਆਣੇ ਦਿਨ ਤੋਂ ਅੰਤ ਪਹਿਲੇ ਮੈਂ ਏਲੀਆ ਨਬੀ ਨੂੰ ਪੁੱਤਰਾਂ ਦੇ ਮਨਾਂ ਨੂੰ ਪਿਤਾਵਾਂ ਵੱਲ ਕਰੇਗਾ, ਔਰ ਪਿਤਾਵਾਂ ਦੇ ਮਨ ਨੂੰ ਪੁੱਤਰਾਂ ਵੱਲ ਕਰੇਗਾ, ਔਰ ਇਹ ਨਾ ਹੋਏ ਕਿ ਮੈਂ ਧਰਤੀ ਦਾ ਕੇ ਸਤਿਆਨਾਸ਼ ਕਰਦਾ। ਸੱਚ ਹੈ। ਨੋਟ ਕਰੋ ਬਾਈਬਲ 'ਚ ਇਹ ਨਹੀਂ ਲਿਖਿਆ ਕਿ ਮੈਂ ਦੇਖੋ ਏਲੀਆ ਨਬੀ ਨੂੰ ਤੇ ਉਹਦੇ ਬਾਅਦ ਉਹਦੇ ਮੁੰਡੇ ਨੂੰ ਭੇਜਾਂਗਾ। ਸਹੀ ਹੈ। ਉਹਨੇ ਇਹ ਲਿਖਿਆ ਮੈਂ ਏਲੀਆ ਨਬੀ ਤੇ ਇੱਕ ਹੋਰ ਨਬੀ ਨੂੰ ਭੇਜਾਂਗਾ, ਮੈਂ ਏਲੀਆ ਨਬੀ ਦੇ ਫਾਈਵ ਮਿਨਿਸਟਰੀ ਨੂੰ ਭੇਜਾਂਗਾ, ਮੈਂ ਏਲੀਆ ਨਬੀ ਤੇ ਇਹਨੂੰ ਭੇਜਾਂਗਾ, ਮੈਂ ਉਹਨੂੰ ਭੇਜਾਂਗਾ। ਨੇ ਕਿਹਾ ਮੈਂ ਏਲੀਆ ਨਬੀ ਨੂੰ ਭੇਜਾਂਗਾ, ਔਰ ਉਹਦਾ ਕੰਮ ਹੀ ਪੁੱਤਰਾਂ ਦੇ ਮਨਾਂ ਨੂੰ ਪਿਤਾਵਾਂ ਵੱਲ ਕਰਨਾ, ਔਰ ਦੂਸਰਾ ਕੰਮ ਹੀ 7 ਗਰਜਨਾਵਾਂ ਦੇ ਭੇਤਾਂ ਨੂੰ ਖੋਲਣਾ। ਹਾਲੇਲੂਇਆ। ਤੇ ਫਿਰ ਉਹ ਜਦੋਂ ਗਿਆ ਤੇ ਕੰਮ ਪੂਰਾ ਕਰਕੇ ਗਿਆ। ਬਿਲਕੁਲ ਸੱਚ ਹੈ। ਆਮੀਨ। ਕਿਹਨੇ ਵਿਸ਼ਵਾਸ ਕਰਦੇ ਹੋ ਕੰਮ ਪੂਰਾ ਕਰਕੇ ਗਿਆ? ਆਮੀਨ ਆਮੀਨ। ਫਿਰ ਜ਼ਰੂਰੀ ਹੈ ਕਿ 7 ਗਰਜਨਾਵਾਂ ਦਾ ਭੇਤ ਖੁੱਲਿਆ ਹੋਣਾ ਚਾਹੀਦਾ। ਚਾਹੀਦਾ। ਆਮੀਨ। ਸੱਚ ਹੈ। ਅਗਰ ਬੰਦ ਆ ਤੇ ਫਿਰ ਨਬੀ ਆਪਣਾ ਕੰਮ ਪੂਰਾ ਕਰਕੇ ਨਹੀਂ ਤੇ ਖੁਦਾ ਕਦੀ ਵੀ ਆਪਣੇ ਸੰਦੇਸ਼ਵਾਂ ਨੂੰ ਅਧੂਰੇ ਕੰਮ ਨਾ ਲੈ ਕੇ ਨਹੀਂ ਜਾਂਦਾ। ਬਿਲਕੁਲ ਸੱਚ। ਉਹ ਮੁਰਗੇ ਨੂੰ ਨਹੀਂ ਕੋਈ ਮਾਰ ਪਾਇਆ ਕੰਮ ਪੂਰਾ ਬਿਨਾਂ ਕੀਤੇ, ਪੋਤੇ ਨੂੰ ਨਹੀਂ ਮਾਰ ਪਾਇਆ ਕੋਈ ਕੰਮ ਬਿਨਾਂ ਪੂਰਾ ਕੀਤੇ। ਮਲਾਕੀ 4 ਬਿਨਾਂ ਕੰਮ ਪੂਰਾ ਕੀਤੇ ਕਿੱਦਾਂ ਚੱਲ ਜਾਏਗਾ? ਆਮੀਨ ਆਮੀਨ। ਬਿਲਕੁਲ ਸੱਚ। ਮੁਰਗੇ ਨੇ ਕਿਹਾ 3 ਵਾਰੀ ਭਾਂਗ, ਮੁਰਗੇ ਨੇ ਕਿਹਾ ਮੁਰਗਾ 3 ਵਾਰੀ ਭਾਂਗ ਦੇਗਾ,
ਭਾਈ ਦੇ ਮੈਂ ਬੜਾ ਵਧੀਆ ਲੱਗਾ ਉਹ ਕਹਿੰਦਾ ਮੁਰਗਾ ਅਗਰ ਕਸਾਈ ਦੇ ਸਾਹਮਣੇ ਵੀ ਚੜ ਜਾਂਦਾ ਨਾ ਕਹਿੰਦਾ ਮੈਨੂੰ ਮਾਰ ਕਸਾਈ ਨੇ ਕਹਿਣਾ ਤੂੰ ਅੱਜ ਰਹਿਣ ਦੇ सही है ਤੂੰ ਨਹੀਂ ਬਾਕੀ ਮੁਰਗੇ ਮਾਰਾਂਗਾ ਕਿਉਂ ਕਿਉਂਕਿ ਖੁਦਾ ਨੇ ਉਸਕੋ ਕੰਮ ਲੈਣਾ ਹੈ आमीन आमीन और बिना काम लिए ਤੁਸੀਂ ਜਾ ਨਹੀਂ ਸਕਦੇ ਬਿਨਾ ਤਿੰਨੇ ਦੇ ਤੱਕ ਤੁਹਾਡਾ ਕੰਮ ਜੋ ਖੁਦਾ ਨੇ ਠਹਿਰਾਇਆ ਆ ਤੁਹਾਡੇ ਜੀਵਨ ਦੇ ਲਈ ਇਸ ਧਰਤੀ ਦੇ ਉੱਤੇ ਉਹਨੂੰ ਵੀਰਾ ਪੂਰਾ ਕੀਤੇ ਤੁਸੀਂ ਜਾ ਇਥੋਂ ਨਹੀਂ ਸਕਦੇ बिल्कुल सच आमीन ਮੈਨੂੰ ਗੱਲ ਯਾਦ ਆਉਂਦੀ ਹੈ ਭਾਈ ਦਾਸ ਜਦੋਂ ਬਿਮਾਰੀ ਲਾਸਟ ਦਿਨਾਂ ਚ ਉਹ ਮੈਨੂੰ ਕਹਿੰਦੇ ਅਵਿਨਾਸ਼ ਅਗਰ ਮੇਰੇ ਕੋਲ ਹੋਰ ਵੀ ਖੁਦਾ ਨੇ ਕੰਮ ਲੈਣਾ ਆ ਜਾਂ ਮੇਰਾ ਹਾਲੇ ਵੀ ਕੰਮ ਬਾਕੀ ਰਹਿ ਗਿਆ ਦਾ ਤੇ ਖੁਦਾ ਮੈਨੂੰ ਕਬਰ ਚੋਂ ਵੀ ਬਾਹਰ ਕੱਢ ਕੇ ਲੈ ਕੇ ਆਇਆ और अगर मेरा काम पूरा हो गया तो तू जितना मर्जी चाहो मैं नहीं कर लो वो कर लो वो कर लो मैं कभी भी बच नहीं सकता क्योंकि मेरा टाइम खत्म हो गया है और जिंदा तक साडा काम पिया दा सानू कोई लेके नहीं जा सकता मैं इथे आके गड्डी भी ढाले सीधा होती है गड्डी टूट जानी तू ठीक रहना है क्यों क्योंकि खुदा ने ਤੁਹਾਡੇ को काम लेना है अगर तू नहीं जानदा मलाकी 4 बिना काम पूरा किदा जा सकता है हालेलुया वो नहीं जा सकता नहीं जा सकता आमीन ਉਹ ਨਹੀਂ ਜਾ ਸਕਦਾ ਉਹ ਕਈ ਦੇ ਪਿੱਛੇ ਟਿਕੇ ਰਹਿੰਦੇ ਆ ਮੈਨੂੰ ਗੱਲ ਯਾਦ ਆਉਂਦੀ ਅਲੀਸ਼ਾ ਦੀ ਏਲੀਆ ਜਾਂਦੇ ਆ ਅੱਗੇ ਅੱਗੇ सही ਅਲੀਸ਼ਾ ਪਿੱਛੇ ਪਿੱਛੇ ਤੇ ਬਾਈਬਲ ਦੱਸਦੀ ਏਲੀਆ ਦੇ ਵੀ ਚੇਲੇ ਹੀ सही ਤੇ ਉਹ ਅੱਗੇ ਕੀ ਕਹਿੰਦੇ ਤੇਰੇ ਉਸਤਾਦ ਨੇ ਤੇ ਚੱਲ ਜਾਣਾ ਆ ਤੇ ਤੂੰ ਗੱਲ ਹੀ ਜਾਣਿਆ ਆ सही है ਤੂੰ ਸਾਡੇ ਕੋਲ ਰੁਕ ਜਾ ਅਲੀਸ਼ਾ ਕਹਿੰਦਾ ਇਹ ਨਹੀਂ ਜਾਵਾਂਗਾ ਮੈਂ ਪੂਰੇ ਰੈਪਚਰ ਤੱਕ ਜਿੰਨੀ ਦੇਰ ਤੱਕ ਉਹ ਉਠਾਇਆ ਨਹੀਂ ਜਾਂਦਾ ਉਸ ਪੁਆਇੰਟ ਤੱਕ ਜਾਵਾਂਗਾ सही है ਉਹਨਾਂ ਕੋ ਵੀ ਪ੍ਰਕਾਸ਼ਨ ਹੀ ਰੈਪਚਰ ਦਾ ਪਰ ਉਹ ਖੁਦ ਵੀ ਨਹੀਂ ਜਾ ਸਕਦੇ ਔਰ ਦੁਲਹਨ ਨੂੰ ਵੀ ਰੋਕਣ ਦੇ ਅੱਜ ਜਿਹੜਾ ਮਰਜੀ ਗਰੁੱਪ ਜਾਂ ਜਿਹੜਾ ਮਰਜੀ ਭਾਈ ਜਾਂ ਜਿਹੜਾ ਮਰਜੀ ਸੇਵਕ ਉਹ ਭਾਈ ਇੰਟਰਨੈਸ਼ਨਲ ਪ੍ਰਚਾਰੇਗਾ ਲੋਕਲ ਪ੍ਰਚਾਰੇਗਾ ਮਹੱਲੇ ਦਾ ਪ੍ਰਚਾਰੇਗਾ ਇਹਨਾਂ ਕੋਈ ਲੈਣਾ ਦੇਣਾ ਨਹੀਂ ਆ ਉਹ ਇਸ ਦੁਲਹਨ ਨੂੰ ਜਾਣ ਤੋਂ ਨਹੀਂ ਰੋਕ ਸਕਦਾ ਇਹ ਦੁਲਹਨ ਮਲਾਕੀ 4 ਦੇ ਸੰਦੇਸ਼ ਤੱਕ ਜਾਏਗੀ आमीन ਜਦੋਂ ਤੋਂ ਬਾਅਦ ਜਾਏਗੀ ਨਹੀਂ ਜਾਏਗੀ ਤੈਨੂੰ ਨਹੀਂ ਰੋਕ ਸਕਦਾ हालेलुया और अलीशा कहना तेरे जीवन चाहो मैं तेनू नहीं छड़ना और ये दुल्हन इस मलाकी 4 ਦੇ ਸੰਦੇਸ਼ ਨੂੰ ਨਹੀਂ ਛੱਡ ਸਕਦੀ आमीन बिल्कुल सच ਇਹ ਗੱਲ ਯਾਦ ਰੱਖੀ हालेलुया ਉਹ ਨਾ ਜਾ ਕਹਿੰਦੇ ਉਹਨੇ ਤੇ ਚਲੀ ਜਾਣਾ ਉਹਨੇ ਜਾਣਾ ਤੇ ਕੱਲੇ ਉਹਨੇ ਥੋੜਾ ਮੈਂ ਵੀ ਤਾਂ ਕੁਝ ਲੈਣ ਜਾਣਿਆ सच आमीन ਔਰ ਮਲਾਕੀ ਉਹਨੇ ਕੀ ਕਿਹਾ ਜਿਹੜਾ ਮੈਨੂੰ ਜਾਣਦੇ ਬਾਅਦ ਦੇਖੇਗਾ ਜਾਣ ਦੇ ਬਾਅਦ ਕਿੱਦਾਂ ਦੇਖੇਗਾ ਮੈਨੂੰ ਉਹ ਦੱਸੋ ਜਾਣ ਦੇ ਬਾਅਦ ਕਿੱਦਾਂ ਦੇਖੇ ਜਦੋਂ ਤੂੰ ਦੇਖ ਲੇਗਾ ਕਿ ਮੈਂ ਕੰਮ ਪੂਰਾ ਕਰਕੇ ਜਾਣਿਆ ਹੈ ਜਾਂ ਤੂੰ ਦੇਖ ਲੇਗਾ ਕਿ ਮੈਂ ਆਪਣਾ ਕੰਮ ਜੋ ਖੁਦਾ ਨੇ ਮੈਨੂੰ ਦਿੱਤਾ ਹੀ ਮੈਂ ਪੂਰਾ ਕਰਕੇ ਸਵਰਗ ਤੇ ਜਾਣਿਆ ਹੈ सही है ਤੇ ਤੂੰ ਦੁਗਣੇ ਮਸੇ ਨੂੰ ਪਾਏਗਾ ਔਰ ਅੱਜ ਇੱਕੋ ਹੀ ਆ ਜਿਹਨੂੰ ਪਤਾ ਹੈ ਮਲਾਕੀ 4 ਪੂਰਾ ਕੰਮ ਕਰਕੇ ਗਿਆ ਆ ਔਰ ਉਹ ਹੈ ਯਿਸੂ ਮਸੀਹ ਦੀ ਦੁਲਹਨ ਜਿਹਨੂੰ ਪਤਾ ਆ ਉਹ ਪੁੱਤਰਾਂ ਦੇ ਮਨ ਨੂੰ ਪਿਤਾਵਾਂ ਵੱਲ ਕਰਕੇ ਗਿਆ ਆ ਜਿਹਨੂੰ ਪਤਾ ਉਹ ਗਰਜਨਾਵਾਂ ਦੇ ਭੇਤਾਂ ਨੂੰ ਖੋਲ ਕੇ ਗਿਆ ਆ आमीन बिल्कुल सच ਔਰ ਅਗਲੀ ਲਾਈਨ ਬਲਾ ਕੀ ਹੈ ਜਿਹੜੀ ਬੰਬ ਸਹੀ ਬਲਾਸਟ ਇੱਥੇ ਵੀ ਪੂਰਾ ਕੋਡ ਖਤਮ ਨਹੀਂ ਹੁੰਦਾ ਅੱਗੇ ਤੁਸੀਂ ਪੜੋਗੇ ਕੀ ਸ਼ੌਕ ਹੋਏਗਾ ਜਾਂ ਕੀ ਹੋਏਗਾ ਦੇਖੋ ਕੀ ਨਬੀ ਕਹਿੰਦਾ ਪਹਿਲਾ ਕੰਮ ਮਲਾਕੀ 4 ਦਾ ਉਹ ਪੁੱਤਰਾਂ ਦੇ ਮਨ ਨੂੰ ਪਿਤਾਵਾਂ ਵੱਲ ਕਰੇਗਾ ਦੂਸਰਾ ਕੰਮ ਪ੍ਰਕਾਸ਼ ਤੋਂ ਕੇ 10 ਦੀ ਗਰਜਨਾਵਾਂ ਦੇ ਭੇਤਾਂ ਦਾ ਖੋਲੇਗਾ ਅੱਗੇ it will be these divinely revealed mystery truths ਇਹ ਆ ਜਿਹੜੇ ਅਲੌਕਿਕ ਤਰ੍ਹਾਂ ਨਾਲ ਪ੍ਰਗਟ ਕੀਤੇ ਗਏ ਭੇਤ ਆ that literally turns the hearts of the children to the Pentecostal fathers ਇਹਨਾਂ ਭੇਤਾਂ ਦੇ ਸੱਤਾਂ ਗੁਰਜਾਂ ਦੇ ਭੇਤਾਂ ਖੁੱਲਣ ਦੇ ਦੁਆਰਾ ਸਹੀ ਤਰੀਕੇ ਨਾਲ ਪੁੱਤਰਾਂ ਦੇ ਮਨ ਪਿਤਾਵਾਂ ਵੱਲ ਹੋਣੇ ਆ ਮਤਲਬ ਬਿਨਾਂ ਸੱਤ ਗੁਰਜਾਂ ਦੇ ਭੇਤਾਂ ਦੇ ਖੁੱਲਣ ਦੇ ਇਲਾਵਾ ਪੁੱਤਰਾਂ ਦੇ ਮਨ ਪਿਤਾਵਾਂ ਵੱਲ ਨਹੀਂ ਹੋ ਸਕਦੇ सही है ਔਰ ਖੁਸ਼ਖਬਰੀ ਭਲਾ ਕੀ ਆ ਮਲਾਕੀ 4 ਦਾ ਨਬੀ ਸਿਰਫ ਪੁੱਤਰਾਂ ਦੇ ਮਨਾਂ ਨੂੰ ਪਿਤਾਵਾਂ ਵੱਲ ਕਰਦਾ ਬਾਈਬਲ 'ਚ ਲਿਖਿਆ ਪੁੱਤਰਾਂ ਦੇ ਮਨ ਨੂੰ ਪਿਤਾਵਾਂ ਵੱਲ आमीन ਕਰੇਗਾ। आमीन ਉਹ ਸਾਰਿਆਂ ਦੇ ਠੇਕਾ ਨਹੀਂ ਲਿਆਉਣਗੇ बिल्कुल सच है ਉਹ ਸਿਰਫ ਪੁੱਤਰਾਂ ਦੇ ਮਨ ਨੂੰ ਪਿਤਾਵਾਂ ਵੱਲ ਕਰੇਗਾ आमीन ਐਸੀ ਜ਼ਰੂਰੀ ਹੀ ਸੱਤਾਂ ਗਰਜਾਂ ਦਾ ਭੇਤ ਇਹਨਾਂ ਪੁੱਤਰਾਂ ਦੇ ਖੋਲਦਾ आमीन ਤਾਂ ਕਿ ਉਹਨਾਂ ਦਾ ਮਨ ਪਿਤਾਵਾਂ ਵੱਲ ਹੋ ਪੈਂਦਾ सच है ਹਾਲੇਲੂਇਆ ਹਾਲੇਲੂਇਆ। ਉਹ ਪੈਂਟੇਕੋਸਟਲ ਦਾ ਮਨ ਨਹੀਂ ਕਰਨ ਆਇਆ ਉਹ ਮੈਸੀ ਦੇ ਗਰੁੱਪਾਂ ਦੇ ਮਨ ਨਹੀਂ ਕਰਨ ਆਇਆ ਸਹੀ ਉਹ ਹੈ। ਕੈਥੋਲਿਕ ਦਾ ਮਨ ਨਹੀਂ ਕਰਨ ਆਇਆ ਉਹ ਪੁੱਤਰਾਂ ਦਾ ਮਨ ਕਰਨ ਆਇਆ ਉਹ ਪੁੱਤਰ ਜਿਹੜੇ ਧਰਤੀ ਨਹੀਂ ਰੱਖਣ ਤੋਂ ਪਹਿਲੇ ਚੁਣੇ ਗਏ ਦੇ ਆ ਉਹ ਪੁੱਤਰ ਜਿਨ੍ਹਾਂ ਨੇ ਜਿਹੜੇ ਉਦੋਂ ਬਹੁਤ ਦੇ ਤਾਰੇ ਸੰਗ ਜੈ ਜੈਕਾਰ ਕਰਨ ਦੇ ਜਿਹੜੇ ਨਾਰੇ ਮਾਰਨ ਦੇ ਜਿਹੜੇ ਉਹਦੇ ਵਿਚਾਰਾਂ 'ਚ ਹੀ ਹਾਲੇਲੂਇਆ ਜਿਹੜੇ ਇਹਨਾਂ ਦਿਨਾਂ 'ਚ ਤੁਸੀਂ ਤੇ ਮੈਂ ਆਮੀਨ ਔਰ ਇਹਨਾਂ ਗਰਜਨਾਵਾਂ ਦੇ ਭੇਤਾਂ ਦੇ ਦੁਆਰਾ ਹੀ ਮਤਲਬ ਬਿਨਾਂ ਗਰਜਨਾਵਾਂ ਦੇ ਭੇਤਾਂ ਦੇ ਪੁੱਤਰਾਂ ਦਾ ਮਨ ਪਿਤਾਵਾਂ ਵੱਲ ਨਹੀਂ ਹੋਣਾ ਨਬੀ ਕਹਿੰਦਾ ਇਹਨਾਂ ਭੇਤਾਂ ਦੇ ਦੁਆਰਾ ਸਹੀ ਤਰੀਕੇ ਨਾਲ ਪੁੱਤਰਾਂ ਦਾ ਮਨ ਪਿਤਾਵਾਂ ਵੱਲ
ਹੁੰਦਾ ਹੈ। ਇਹ ਗੱਲ ਨੂੰ ਕਦੀ ਵੀ ਭੁੱਲਿਓ ਨਾ। ਇਹਨਾਂ ਭੇਦਾਂ ਦੇ ਖੁੱਲਣ ਦੇ ਦੁਆਰਾ ਹੀ ਪੁੱਤਰਾਂ ਦਾ ਮਨ ਪਿਤਾਵਾਂ ਵੱਲ ਹੁੰਦਾ ਹੈ। ਇਹ ਹੀ ਮਲਾਕੀ 4 ਦਾ ਕੰਮ। ਅੱਜ ਤੋਂ ਜਦੋਂ ਬਾਅਦ ਕੋਈ ਤੁਹਾਨੂੰ ਪੁੱਛੇ ਮਲਾਕੀ 4 ਕਰਨ ਕੀ ਆਏ ਤਾਂ ਉਹਨਾਂ ਨੂੰ ਖੁੱਲ ਕੇ ਦੱਸਿਓ ਕੀ ਕਰਨ ਆਏ ਹੋ। ਸਹੀ ਹੈ। ਉਹਨਾਂ ਨੂੰ ਆਪ ਵੀ ਨਹੀਂ ਪਤਾ ਕੀ ਕਰਨਾ ਹੈ। ਉਹਨਾਂ ਨੂੰ ਲੱਗਾ ਉਹ ਸਾਨੂੰ ਬਸ ਇੱਕ ਨਵਾਂ ਮਿਸ਼ਨ ਬਣਾਉਣਾ ਹੈ, ਇੱਕ ਕੋਈ ਨਵਾਂ ਚਰਚ ਬਣਾਉਣਾ ਹੈ। ਨਵਾਂ ਚਰਚ ਨਹੀਂ ਬਣਾਉਣਾ, ਆਪਣੀ ਦੁਲਹਨ ਨੂੰ, ਉਹ ਮਸੀਹ ਦੀ ਦੁਲਹਨ ਨੂੰ ਲੱਭਣ ਲਈ ਆਇਆ ਹੈ। ਔਰ ਲੱਭਣਾ ਕਿੱਦਾਂ ਹੀ, ਜਿਹੜਾ ਮੈਸੇਜ ਨੂੰ ਕਬੂਲ ਕਰੇ, ਜਿਹਦਾ ਨਾਂ ਹੀ ਉਹ ਕਬੂਲ ਕਰ ਲਿਆ। ਔਰ ਇਹ ਪੁੱਤਰ ਫਿਰ ਤੋਂ ਖੜੇ ਹੈ ਸਹੀ ਹੈ। ਉਸੇ ਮੈਸੇਜ ਦੇ ਨਾਲ, ਹਾਲੇਲੂਇਆ। ਕਿਉਂਕਿ ਉਹ ਪੁੱਤਰਾਂ ਦਾ ਮਨ ਪਿਤਾਵਾਂ ਕਰ ਹੈ। ਇਸ ਲਈ ਉਹ ਤੁਹਾਡਾ ਮਨ ਕਰਕੇ ਗਿਆ। ਸਾਡੇ ਗਵਾਂਢੀ ਹਾਲੇ ਵੀ ਇਹਨੂੰ ਨਾ ਨੁਕਰ ਕਰਦੇ ਰਹੇ। ਸਾਡੇ ਪੁਰਾਣੇ ਦੋਸਤ ਯਾਰ ਹਾਲੇ ਵੀ ਕਹਿੰਦੇ ਰਹੇ ਝੂਠੇ ਯਾਰ, ਛੱਡੋ। ਉਹ ਹਾਲੇ ਵੀ ਪੁਰਾਣੇ ਤੁਹਾਡੇ ਕਹਿੰਦੇ ਰਹੇ, ਦੋ ਪੁਰਾਣੇ ਚਰਚ ਵਾਲੇ ਹਾਲੇ ਵੀ ਪਾਸਟਰ ਕਹਿੰਦੇ ਰਹੇ ਇਹ ਗਲਤ ਆ। ਰਬੇਕਾ ਕਹਿੰਦੀ ਤੁਸੀਂ ਨਾ ਜਾਓ, ਪਰ ਮੈਂ ਬਿਲਕੁਲ ਸੱਚ। ਕਿਉਂਕਿ ਇਲੀਆ ਰਬੇਕਾ ਨੂੰ ਹੀ ਲੱਭਣ ਲਈ ਆਇਆ ਹੈ। ਨਬੀ ਬਾਈਬਲ ਕਹਿੰਦੀ ਆ ਉਹ ਆਪਣੀ ਮਾਂ ਕੋ ਗਈ, ਆਪਣੀ ਭਰਾ ਕੋ ਗਈ। ਨਬੀ ਕਹਿੰਦਾ ਭਰਾ ਪਾਸਟਰ ਨੂੰ ਬਿਆਨ ਕਰਦਾ ਹੈ ਤੇ ਮਾਂ ਕਲੀਸਿਆ ਨੂੰ ਪੁਰਾਣੀ ਬਿਆਨ ਕਰਦਾ ਹੈ। ਉਹਨੇ ਕਲੀਸਿਆ ਪਾਸਟਰ ਨੂੰ ਪੁੱਛਿਆ ਕਿ ਉਹ ਤੇ ਇਦਾਂ ਕਹਿੰਦੇ ਆ। ਉਹਨਾਂ ਨੇ ਕਿਹਾ ਤੇਰੀ ਮਰਜ਼ੀ ਆ, ਦੇਖ ਲੈ। ਉਹਨੇ ਕਿਹਾ ਫਿਰ ਤੁਸੀਂ ਰੁਕੋ, ਮੈਂ ਤੇ ਜਾਵਾਂਗੀ। ਦੋਵੇਂ ਕਦੀ ਵੀ ਕਿ ਚਰਚ ਦੇ ਇਨਫਲੂਐਂਸ ਨਹੀਂ ਰਹੇਗੀ, ਕਿ ਸੇਵਾ ਦੇ ਇਨਫਲੂਐਂਸ ਨਹੀਂ ਆਓ। ਕਿਉਂ? ਕਿਉਂਕਿ ਨਬੀ ਕਹਿੰਦਾ ਉਹ ਇੰਨੇ ਸਾਲ ਹੋ ਗਿਆ ਹੁਣ ਕਿ ਮਨੁੱਖ ਨੂੰ ਆਪਣੇ ਤੇ ਆਪਣੀ ਦੁਲਹਨ ਦੇ ਵਿੱਚ ਆਉਣ ਨਹੀਂ ਦੇਗਾ। ਕੋਈ ਮਨੁੱਖ ਨਹੀਂ ਆਉਣ, ਸਿਰਫ ਉਹ ਤੇ ਦੀ ਦੁਲਹਨ। ਸਹੀ ਹੈ। ਇਸੇ ਮੈਂ ਵੀ ਵਿੱਚ ਨਹੀਂ ਆ ਸਕਦਾ। ਨਹੀਂ, ਉਹ ਇਹ ਭੁੱਲ ਜਾਂਦੇ ਕਿ ਪਾਸਟਰ ਵੀ ਦੁਲਹਨ ਦਾ ਹਿੱਸਾ ਹੈ। ਸਹੀ ਹੈ। ਨਹੀਂ, ਫਾਈਵਫੋਲਡ ਮਿਨਿਸਟਰੀ ਵੀ ਬੋਡੀ ਆਫ ਕ੍ਰਾਈਸਟ। ਆਮੀਨ। ਉਹ ਦੇ ਆ ਤੇ ਦੇ ਕੀ ਉਹਦੀ ਦੁਲਹਨ। ਹਾਲੇਲੂਇਆ। ਸੋ ਕਿੰਨੇ ਖੁਸ਼ ਆ। ਇੱਕ ਚਾਹੇ ਪਹਿਲੇ ਵੀ ਮੈਂ ਇੱਕ ਵਾਰੀ ਪੜਿਆ, ਮੈਂ ਫਿਰ ਤੋਂ ਪੜਨਾ ਹੈ ਕਿ ਦੇਖਿਓ ਉਹ ਗਰਜਨਾਵਾਂ ਦੇ ਭੇਤਾਂ ਦਾ ਕਿਉਂ ਇੰਨਾ ਮੋਲ ਹੈ, ਕਿਦਾਂ ਛੁਪੀ ਉਹ ਨਬੀ ਕੋ ਕਿਦਾਂ ਦਾ ਅਨੁਵਾਦ ਹੈ। ਕਈ ਲੋਕਾਂ ਕੋ ਨਬੀ ਦੀਆਂ ਆਇਤਾਂ ਆ, ਉਹ ਕਹਿੰਦੇ ਤੁਸੀਂ ਦੇਖੋ ਇੱਕ ਆਇਤ ਨੂੰ ਲੈ ਕੇ ਤੁਸੀਂ ਪਿਕਚਰ ਨਹੀਂ ਪੂਰੀ ਬਣਾ ਸਕਦੇ। ਤੁਹਾਨੂੰ ਪੂਰੀ ਪਿਕਚਰ ਨੂੰ ਇੱਕ ਪਜ਼ਲ ਆ। ਮੰਨ ਲਓ ਮੈਂ ਇਹ ਪੇਜ ਆ, ਇਹਨੂੰ ਫਾੜਤਾ ਆ, ਇਹਦੇ ਹਿੱਸੇ ਕਰਤੇ ਆ 10 ਕੁ, ਔਰ ਇਹਨੂੰ ਜੋੜਨ ਦੇ ਲਈ ਇੱਕ ਇੱਕ ਜਗ੍ਹਾ ਨੂੰ ਨਬੀ ਕਹਿੰਦਾ ਮੰਨ ਲਓ ਜਿਹਦਾ ਕਿਹਨੇ ਸਮਝਾਉਂਦੇ ਆ। ਆਮੀਨ ਆਮੀਨ। ਗਾੜੀ ਮਾਰਨਗੇ। ਮੰਨ ਲਓ ਕਿ ਇੱਕ ਫੋਟੋ ਆ, ਉਹ ਫੋਟੋ ਇਹ ਆ ਕਿ ਇਹਦਾ ਬੂਟਾ ਆ, ਥੱਲੇ ਘਾਹ ਆ, ਸਹੀ ਹੈ। ਔਰ ਗਾਈ ਆ ਜਿਹੜੀ ਘਾਹ ਖਾਂਦੀ। ਬਿਲਕੁਲ ਸੱਚ। ਨਬੀ ਕਹਿੰਦਾ ਉਹਦੇ ਹਿੱਸੇ ਕੀਤੇ, ਪਜ਼ਲ ਨੂੰ ਸੋਲਵ ਕਰਨ ਲੱਗੇ ਤੇ ਹਰ ਇੱਕ ਹਿੱਸਾ ਉਹਦੀ ਜਗ੍ਹਾ ਤੇ ਫਿੱਟ ਹੋਣਾ ਚਾਹੀਦਾ, ਫਿਰ ਇੱਕ ਫੋਟੋ ਕੰਪਲੀਟ ਹੋਣੀ ਹੈ। ਸਹੀ ਹੈ। ਨਬੀ ਕਹਿੰਦਾ ਤੁਸੀਂ ਉਹ ਪਜ਼ਲ ਨੂੰ ਸੋਲਵ ਕੀਤਾ, ਫੋਟੋਆਂ ਫਿੱਟ ਕੀਤੀਆਂ, ਔਰ ਫੋਟੋਆਂ ਕੀ ਆਈਆਂ ਸਹੀ ਹੈ। ਕਿ ਥੱਲੇ ਘਾਹ ਆ, ਉੱਪਰ ਪੇੜ ਆ, ਤੇ ਗਾਈ ਪੇੜ ਦੇ ਉੱਪਰ ਜਾ ਕੇ ਤੇ ਪੇੜ ਦੇ ਪੱਤੇ ਖਾਂ। ਇਦਾਂ ਹੁੰਦਾ। ਨਬੀ ਕਹਿੰਦਾ ਫੋਟੋ ਗਲਤ ਹੋ ਗਈ। ਫਿਰ ਉਹਨੂੰ ਸਹੀ ਫਿੱਟ ਕਰੋ ਕਿ ਬੂਟਾ ਘਾਹ ਥੱਲੇ ਔਰ ਗਾਈ ਥੱਲੇ ਹੀ ਆ, ਬੂਟੇ ਤੇ ਛੜ ਕੇ ਗਾਈ ਕਿੱਦਾਂ ਖਾਏਗੀ। ਔਰ ਇਦਾਂ ਹੀ ਕਈ ਪਜ਼ਲ ਬਣਾ ਦਿੰਦੇ ਇਸ ਮੈਸੇਜ ਨੂੰ। ਇਹ ਪਜ਼ਲ ਇਹ ਕਰਤਾ, ਤੁਸੀਂ ਇਹਨੂੰ ਇੱਕ ਜਗ੍ਹਾ ਫਿੱਟ ਕਰੋ। ਬਾਈਬਲ ਦਾ ਜੀ 7ਵਾਂ ਦੂਤ ਆਏਗਾ ਤੇ ਸਾਰੇ ਭੇਤਾਂ ਨੂੰ ਖੋਲੇਗਾ। ਹੁਣ ਭੇਤਾਂ ਨੂੰ ਤਾਂ ਖੋਲ ਗਿਆ, ਪਰ ਮੈਸੇਜ ਦੇ ਲੋਕਾਂ ਦੇ ਅੰਦਰ ਮਤਭੇਦ ਜ਼ਰੂਰ ਪੈ ਗਏ। ਸਹੀ ਹੈ। ਬਿਲਕੁਲ ਸੱਚ। ਭੇਤ ਖੁੱਲ ਗਏ ਤੇ ਮਤਭੇਦ ਪੈ ਗਏ। ਜੀ। ਪਰ ਉਹ ਖਾਲੀ ਭੇਦਾਂ ਨੂੰ ਨਹੀਂ, ਮਤਭੇਦਾਂ ਨੂੰ ਵੀ ਖੋਲਣਾ ਹੈ। ਆਮੀਨ। ਕਿਉਂਕਿ ਹਰ ਇੱਕ ਉਹਦੇ ਮੈਸੇਜ ਚ ਹਰ ਇੱਕ ਸੱਚਾ ਦਾ ਜਵਾਬ। ਜਵਾਬ। ਆਮੀਨ ਆਮੀਨ। ਹਾਲੇਲੂਇਆ। ਸੋ ਕਿੰਨੇ ਖੁਸ਼ ਹੈ। ਹਾਲੇਲੂਇਆ। ਵਧੀਆ ਲੱਗਣ ਦਿਆ ਹੈ। ਹਾਲੇਲੂਇਆ। ਸਾਰੇ ਪ੍ਰਤਿਮਾ ਵੀ ਤਾੜੀ ਮਾਰਾਂਗੇ। ਹਾਲੇਲੂਇਆ। ਹਾਲੇਲੂਇਆ। ਔਰ ਇਹ ਪੜ੍ਹਨੇ ਆ, ਮੈਨੂੰ ਬੜਾ ਵਧੀਆ ਲੱਗਦਾ ਹੈ ਇਹ ਸੁਪਨੇ ਨੂੰ ਪੜ੍ਹਨਾ, ਜੂਨੀਅਰ ਜੈਕਸਨ ਦੇ ਨੂੰ। ਸਹੀ। ਔਰ ਪੜ੍ਹਨੇ ਆ ਨਬੀ ਕੀ ਕਹਿੰਦਾ। ਨਬੀ ਕਹਿੰਦਾ ਸ਼੍ਰੀਮਾਨ ਨੂੰ ਕਹੀ ਸਮੇਂ 125 ਪੈਰਾ ਇੰਗਲਿਸ਼ ਦੇ ਵਿੱਚ ਜੋ ਜੈਕਸਨ ਡ੍ਰੀਮ ਮੇਡ ਯੂ ਕਿਨੇ ਸੁਣਾਉਂਦੇ ਆ। ਹਾਲੇਲੂਇਆ। ਔਰ ਮੈਂ ਇਸ ਲਈ ਇਹ ਥੋੜਾ ਮੈਂ ਐਸਾ ਦੱਸਣ ਆਇਆ ਹਾਂ, ਥੋੜੀਆਂ ਗਹਿਰੀਆਂ ਗੱਲਾਂ ਨੂੰ ਲੈ ਰਹੇ ਹਾਂ, ਥੋੜੇ ਵਿੱਚ ਟੱਚ ਦੇ ਰਹੇ ਹਾਂ, ਕਿਉਂਕਿ ਸਾਰੇ ਲਗਭਗ ਵਿਸ਼ਵਾਸੀ ਬੈਠੇ ਨੇ। ਸਹੀ। ਇਹਦਾ ਮੈਨੂੰ ਲੱਗਦਾ ਕਿ ਬੜੇ ਘੱਟ ਹੋਣਗੇ ਜਿਹੜੇ ਵਿਸ਼ਵਾਸੀ ਨਹੀਂ ਆ। ਹਰ ਇੱਕ ਜਾਣਦੇ ਆ ਮੈਸੇਜ ਨੂੰ, ਪਰ ਇਹਨਾਂ ਦਿਨਾਂ ਦੇ ਵਿੱਚ ਪੈਨ ਭਾਈਓ ਤੁਹਾਨੂੰ ਗੰਭੀਰ ਹੋਣਾ ਪੈਣਾ ਹੈ। ਤੁਹਾਨੂੰ ਇਸ ਮੈਸੇਜ ਨੂੰ ਪੜ੍ਹੋ, ਮੈਸੇਜ ਨੂੰ ਜੀਓ, ਔਰ ਮੈਸੇਜ ਦੀ ਸਟੱਡੀ ਕਰੋ, ਔਰ ਆਪਣੇ ਆਪ ਨੂੰ ਗੰਭੀਰ ਕਰੋ। ਜੋ ਆਤਮਾਵਾਂ ਇਹਨਾਂ ਦਿਨਾਂ ਚੱਲਣ ਦੀਆਂ ਆ, ਉਹਨਾਂ ਨਾਲ ਜਿਹੜੀਆਂ ਚੈਲੰਜ ਆਉਂਦੇ ਇਸ ਦਿਨਾਂ ਦੇ ਵਿੱਚ, ਉਹਨਾਂ ਨਾਲ ਲੜਨ ਦੇ ਲਈ ਤੁਹਾਨੂੰ ਹੋਰ ਵਧੀਆ ਹੋਣਾ ਪੈਣਾ। ਮੰਨ ਲਓ ਕੋਈ ਪੁਰਾਣਾ ਮਕੈਨਿਕ ਹੁੰਦਾ ਸੀ, ਔਰ ਅੱਜ ਕੱਲ੍ਹ ਨਵੇਂ ਟੂਲ ਆ ਗਏ, ਨਵੀਆਂ ਚੀਜ਼ਾਂ ਆ ਗਈਆਂ। ਅਗਰ ਉਹ ਉਹਦੇ ਨਾਲ ਮਤਲਬ ਉਹਨਾਂ ਨਾਲ ਯੂਜ਼ ਟੂ ਨਹੀਂ ਹੋਏਗਾ ਤਾਂ ਮੁਸ਼ਕਿਲ ਹੋ ਜਾਣਾ। ਸਹੀ ਹੈ। ਉਹਨਾਂ ਦੇ ਯੂਜ਼ ਟੂ ਹੋਣ ਲਈ ਹਰ ਇੱਕ ਨਵਾਂ ਟੂਲ ਵੀ ਸਿੱਖਣਾ ਪੈਣਾ। ਜਿੱਦਾਂ ਦੇ ਚੈਲੰਜ ਆਉਂਦੇ ਸਾਨੂੰ ਇਹਨਾਂ ਦਿਨਾਂ ਵਿੱਚ ਹਰ ਇੱਕ ਟੂਲ ਨੂੰ
ਸਿੱਖਣਾ ਪੈਣਾ। ਮੰਨ ਲਓ ਅੱਜ ਤੋਂ 20 ਸਾਲ ਪਹਿਲੇ ਅਗਰ ਏਅਰਬਡ ਨਹੀਂ ਯੂਜ਼ ਕਰਦੇ ਜਾਂ ਨੈਕ ਫੋਨ ਨਹੀਂ ਯੂਜ਼ ਕਰਦੇ ਜਾਂ ਮੋਬਾਈਲ ਫੋਨ ਨਹੀਂ ਯੂਜ਼ ਕਰਦੇ, ਅੱਜ ਅਗਰ ਕੋਈ ਨਹੀਂ ਕਰੇਗਾ ਤਾਂ ਉਹਨੂੰ ਅਨਪੜ੍ਹ ਸਮਝਿਆ ਜਾਏਗਾ। ਅੱਜ ਕੱਲ ਅਨਪੜ੍ਹ ਉਹ ਜਿਹਨੂੰ ਕੰਪਿਊਟਰ ਚਲਾਉਣਾ ਨਾ ਆਉਂਦਾ ਹੈ ਤਾਂ ਮੋਬਾਈਲ ਚਲਾਉਣਾ ਨਾ ਆਏ, ਉਹਨੂੰ ਕੋਈ ਕਹੇ ਨਾ ਭਾਜੀ ਇਹ ਕਿੱਦਾਂ ਹੋਣੀ, ਤੈਨੂੰ ਇਹ ਨਹੀਂ ਪਤਾ, ਐਸਾ ਬੰਦਾ ਯਾਰ। ਸਹੀ ਹੈ। ਉਹਨਾਂ ਨੂੰ ਹੋਰ ਮੌਕਾ ਮਿਲਦਾ ਕਿ ਸਾਨੂੰ ਵੀ ਪਤਾ ਭਰਾ, ਇਦਾਂ ਮੈਂ ਨਲਾਇਕ ਹੋਣਾ ਪੈਣ, ਪਰ ਇਹਨੂੰ ਦੱਸਣ ਦਾ ਮੌਕਾ ਮਿਲਦਾ ਕਿਉਂਕਿ ਤੁਸੀਂ ਆਪਣੇ ਆਪ ਨੂੰ ਉਸ ਨਵੀਂ ਚੀਜ਼ ਦੇ ਨਾਲ ਇੱਕ ਨਹੀਂ ਹੋ ਪਾਉਂਦੇ। ਔਰ ਇਦਾਂ ਹੀ ਜਦੋਂ ਅੱਗੇ ਅੱਗੇ ਇਹਨਾਂ ਦਿਨਾਂ ਦੇ ਵਿੱਚ ਹੋਰ ਗਹਿਰਾ ਮੈਸੇਜ ਜਾਂਦੇ ਆ, ਹੋਰ ਗਹਿਰਾ ਜਾਂਦੇ ਆ, ਤੁਹਾਨੂੰ ਇੱਕ ਹੋਣਾ ਪੈਣਾ ਉਸ ਮੈਸੇਜ ਦੇ ਨਾਲ, ਵਰਨਾ ਤੁਸੀਂ ਇਨ ਦਿਨਾਂ ਦੇ ਚੈਲੰਜ ਨੂੰ ਕਦੀ ਵੀ ਫੇਸ ਨਹੀਂ ਕਰਨਾ। ਨਹੀਂ, ਜਦੋਂ ਚੈਲੰਜ ਹੀ ਲੋਕਾਂ ਕੋ ਅੱਗੇ ਜਾਣ ਦਾ, ਤੇ ਬਾਈਬਲ ਦਾ ਸੀ ਨਬੀ ਕਹਿੰਦਾ ਉਹਨਾਂ ਨੇ ਘੋੜਾ ਕਾੜੀ ਦਾ ਸਮੇਂ ਆ ਗਿਆ। ਸਹੀ। ਅੱਗੇ ਫਿਰ ਕਾਰ ਆਈ, ਨਬੀ ਕਹਿੰਦਾ ਅੱਗੇ ਟ੍ਰੇਨ ਆ ਗਈ, ਅੱਗੇ ਐਰੋਪਲੇਨ ਆ ਗਿਆ, ਹੁਣ ਇਸ ਤੋਂ ਹੀ ਫਾਸਟ ਚਾਹੀਦਾ ਹੈ। ਨਬੀ ਕਹਿੰਦਾ ਤੇ ਇਸ ਤੋਂ ਹੀ ਫਾਸਟ ਆ ਗਿਆ ਕੋਈ ਰਾਕਟ ਹੀ ਲੈ ਗਿਆ। ਅੱਛਾ, ਬਿਲਕੁਲ ਸੱਚ। ਨਬੀ ਦੱਸਦਾ ਇਹ ਸਾਡਾ ਟਾਈਮ ਹੈ, ਰਾਕਟ ਦਾ ਟਾਈਮ। ਨਬੀ ਦਾ ਮੈਸੇਜ ਹੈ ਕਾਊਂਟਡਾਊਨ, ਉਲਟੀ ਗਿਣਤੀ। ਨਬੀ ਕਹਿੰਦਾ ਰਾਕਟ ਜਦੋਂ ਉੱਡਦਾ ਹੈ ਤੇ ਉਲਟੀ ਗਿਣਤੀ ਹੁੰਦੀ ਹੈ, ਉਹਦੀ ਸਿੱਧੀ ਗਿਣਤੀ ਕਦੀ ਨਹੀਂ ਹੁੰਦੀ। 10 9 8 7 6 5 4 3 2 1 ਤੇ 0। और 0 ਕੀ ਹੁੰਦਾ ਯਾਰ? ਬੋਲਾ ਅਨੰਤਤਾ, ਜਿਹਦਾ ਕੋਈ ਸ਼ੁਰੂਆਤ ਕੋਈ ਸਟਾਰਟ ਪੁਆਇੰਟ ਜਾਂ ਕੋਈ ਐਂਡ ਪੁਆਇੰਟ ਹੈ। और दो ही डिजिट ऐसे होंगे जिन्हों का कोई स्टार्ट पॉइंट और एंड पॉइंट नहीं होता। एक अगर तू एक वाया है तो वो शुरू होया तो खत्म हो गया, दो वाया शुरू होया खत्म हो गया, सिर्फ 8 ਤੇ 0 ਹੁੰਦਾ। ਇਹਦਾ ਕੋਈ ਸਟਾਰਟ ਪੁਆਇੰਟ ਨਹੀਂ ਹੁੰਦਾ, ਤਾਂ ਤੁਹਾਨੂੰ ਲੱਗੇਗਾ ਪੂਰਾ ਗੋਲਾ ਹੀ ਆ ਉਹ ਗੋਲਾ 8 ਦਾ ਵੀ ਪੂਰਾ ਹੀ ਉਹ ਘੁੰਮਦੇ ਆ। ਇਸੇ 8 ਔਰ 0 ਅਨੰਤਤਾ ਨੂੰ ਬਿਆਨ ਕਰਦਾ, ਔਰ 0 ਵਾਪਸ ਕਿੱਥੇ ਆ? ਅਨੰਤ ਤੇ। ਉਹਨੇ ਵੀ ਕਹਿੰਦਾ ਸਾਡੀ ਵੀ ਗਲਤੀ ਗਿਣਤੀ ਸ਼ੁਰੂ ਹੁੰਦੀ ਹੈ, ਸਾਡੀ 7 ਤੋਂ ਹੀ 7 6 5 4 3 2 1 ਹੁਣ 1 ਜਦੋਂ ਹੀ ਚੱਲ ਗਿਆ। ਪਰ ਹੁਣ ਜਿੱਦਾਂ ਹੀ ਗੱਤਕੀ ਆਂਦੀ, ਚੋਟੀ ਦਾ ਪੱਥਰ ਆਂਦਾ ਹੈ, ਉਹ 0 ਔਰ ਇਹ ਦੁਲਨ ਅਨੰਤ ਰਚ ਹਾਲੇਲੂਇਆ। और मैं एक बार प्रचार करने है कि नबी ने क्यों किया, ਇਹ ਕਿਉਂ ਨਹੀਂ ਕਿਹਾ ਕਿ ਪੈਂਟੀਕੋਸਟਲ ਰੌਕਟ ਦਾ ਨਾਮ ਹੀ ਆਹੀ ਕੋਈ ਜਹਾਜ਼ ਵੀ ਤਾਂ ਜਾਂਦਾ ਹੈ। ਮੈਂ ਤਾਂ ਸੰਦਿਆ ਹੈ ਕਿ ਪੈਂਟੀਕੋਸਟਲ ਨੇ ਕਿਉਂ ਕਿਹਾ ਕਿ ਜਹਾਜ਼ ਦਾ ਟਾਈਮ ਹੈ, ਕਿਉਂਕਿ ਜਹਾਜ਼ ਚੜਦਾ ਹੈ ਤੇ ਫਿਰ ਲੈਂਡ ਕਰ ਜਾਂਦਾ ਹੈ। ਪਰ ਰੌਕਟ ਕਿਤੇ ਚੜਦਾ ਹੈ ਤਾਂ ਵਾਪਸ ਨਹੀਂ ਆਉਂਦਾ, ਉਹ ਉੱਪਰ ਹੀ ਰਹਿੰਦਾ ਹੈ। ਬਿਲਕੁਲ ਸੱਚ। ਨਹੀਂ, ਜਿੱਦਾਂ ਢੋਲਕੀ ਵੱਜਦੀ ਹੋਏਗੀ ਪੈਂਟੀਕੋਸਟਲ ਦੇਖੋ ਇਹਨਾਂ ਦਾ ਜਹਾਜ਼ ਪੂਰਾ ਟੇਕ ਆਫ ਕਰਦਾ ਹੈ, ਭਾਈ ਇਧਰ ਢੋਲਕੀ ਬੰਦ ਹੋ ਜਾਂਦੀ ਹੈ ਤੇ ਫਿਰ ਪਵਿੱਤਰ ਆਤਮਾ ਗਾਇਬ ਹੋ ਜਾਂਦਾ, ਇਹਨਾਂ ਭਾਸ਼ਾ ਬੋਲਣਾ ਬੰਦ ਹੋ ਜਾਂਦਾ ਔਰ ਫਿਰ ਵਾਪਸ ਆ ਕੇ ਆਰਾਮ ਨਾਲ ਲੈਂਡ ਹੋ ਕੇ ਬਹਿ ਜਾਂਦੇ ਹੋ। ਹਾਲੇਲੂਇਆ। ਵਿੱਚ ਕਈ ਕ੍ਰੈਸ਼ ਵੀ ਹੋ ਜਾਂਦੇ, ਵਿੱਚ ਡਿੱਗੇ ਹੁੰਦੇ, ਫੂਕ ਮਾਰ ਕੇ ਕੋਈ ਡਿੱਗਿਆ ਹੁੰਦਾ, ਕੋਈ ਹੋ ਜਾਂਦਾ। ਪਰ ਇਹ ਉਹ ਨਹੀਂ ਹੈ ਜਿਹੜੀ ਟੇਕ ਆਫ ਕਰਕੇ ਕਿਤੋਂ ਲੈਂਡ ਕਰਨ ਵਾਲੀ ਹੈ। ਅਸੀਂ ਜਾਵਾਂਗੇ ਜ਼ਰੂਰ, ਪਰ ਵਾਪਸ ਉਹਦੇ ਨਾਲ ਹੀ ਆਵਾਂਗੇ ਜੋ ਰਾਜ ਕਰਨ ਵਾਲਾ ਹੈ। ਹਾਲੇਲੂਇਆ। ਔਰ ਇਸ ਧਰਤੀ ਤੇ ਨਹੀਂ, ਨਵੀਂ ਧਰਤੀ ਤੇ, ਨਵੇਂ ਆਕਾਸ਼ ਤੇ ਨਵੀਂ ਦੁਲਹਨ ਹੋਏਗੀ, ਨਵੀਂ ਧਰਤੀ ਹੋਏਗੀ, ਨਵੀਂ ਦੇਹ ਹੋਏਗੀ। ਇਸ ਪੁਰਾਣੀ ਦੇਹ, ਦੇਖੋ ਦੇਹ ਸਾਡੀ ਕਿੱਥੋਂ ਲਿੱਤੀ ਗਈ? ਮਿੱਟੀ ਚੋਂ, ਔਰ ਮਿੱਟੀ ਕਿਤੇ ਧਰਤੀ ਦੇ ਅੰਦਰ। ਇਸੇ ਜਦੋਂ ਇਹ ਧਰਤੀ ਗਾਇਬ ਹੁੰਦੀ ਹੈ ਤੇ ਨਵੀਂ ਪੁਰਾਣੀ ਦੇਹ ਵੀ ਗਾਇਬ ਹੋ ਜਾਂਦੀ ਹੈ। ਆ ਜਦੋਂ ਨਵੀਂ ਧਰਤੀ ਆਉਂਦੀ ਹੈ ਤੇ ਨਵੀਂ ਦੇਹ ਆ ਜਾਂਦੀ ਹੈ, ਨਵਾਂ ਆਸਮਾਨ ਆ ਜਾਂਦਾ ਹੈ, ਨਵਾਂ ਯਰੂਸ਼ਲਮ ਆ ਜਾਂਦਾ ਹੈ, ਤੇ ਤੁਸੀਂ ਨਵੇਂ ਹੋਵੋਗੇ। ਹਾਲੇਲੂਇਆ। ਦੇਖੋ ਪੁਰਾਣੀਆਂ ਗੱਲਾਂ ਸਾਰੀਆਂ ਬੀਤ ਗਈਆਂ, ਮੈਂ ਸਭ ਕੁਝ ਨਵਾਂ ਕਰ ਦਿੱਤਾ। ਹਾਲੇਲੂਇਆ। ਹਾਲੇਲੂਇਆ। ਮੈਂ ਵੀ ਕਹਿੰਦਾ, ਮੈਂ ਉਸ ਸੁਪਨੇ ਨੂੰ ਦੇਖਿਆ, ਉਹ ਜੂਨੀਅਰ ਜੈਕਸਨ ਨੇ ਸੁਪਨੇ ਨੂੰ ਦੇਖਿਆ। ਦੇਖੋ ਇਹ ਸੁਪਨਾ ਜੂਨੀਅਰ ਜੈਕਸਨ ਨੂੰ ਆਇਆ ਜ਼ਰੂਰੀ, ਪਰ ਹੈ ਉਹਦੇ ਲਈ ਨਹੀਂ। ਇਹ ਯਾਦ ਰੱਖਿਓ, ਸੁਪਨਾ ਜੂਨੀਅਰ, ਦੇਖੋ ਨਬੂਵਤ ਦਾ ਜਿਹੜਾ ਸੁਪਨਾ ਆਇਆ ਹੈ ਉਹਦੇ ਲਈ ਆਇਆ, ਉਹਨੂੰ ਹੀ, ਪਰ ਉਹਦੇ ਲਈ ਹੈ ਨਹੀਂ, ਹੈ ਤਾਂ ਤੁਹਾਡੇ ਲਈ ਤੇ ਮੇਰੇ ਲਈ। ਇਸੇ ਜੂਨੀਅਰ ਜੈਕਸਨ ਨੂੰ ਸੁਪਨਾ ਆਇਆ ਤੇ ਹੈ ਉਹਦੇ ਲਈ ਨਹੀਂ, ਹੈ ਤੁਹਾਡੇ ਲਈ ਤੇ ਮੇਰੇ ਲਈ। ਹਾਲੇਲੂਇਆ। ਮੈਂ ਵੀ ਕਹਿੰਦਾ ਉਹ ਫਰਵਰੀ ਕੱਟ ਚ ਆਏ ਸੁਪਨਾ ਨੂੰ, ਔਰ ਨਬੀ ਨੇ ਦੱਸਿਆ ਕਦੋਂ? ਦਸੰਬਰ 62 ਚ। ਉਹ ਪੂਰਾ ਕਦੋਂ ਹੋਇਆ? ਫਰਵਰੀ 63 ਚ। ਇਹਨਾਂ ਡੇਟਾ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨਬੀ ਕਹਿੰਦਾ, I dreamed there was a great hill। ਉਹਨੇ ਦੇਖਿਆ ਕਿ ਇੱਕ ਬੜਾ ਵੱਡਾ ਪਹਾੜ ਇੱਕ ਫੀਲਡ ਦੇ ਅੰਦਰ, ਇੱਕ ਗਰਾਊਂਡ ਦੇ ਅੰਦਰ, where blue grass or something was, ਉੱਥੇ ਨੀਲੀ ਜਿਹਾ ਘਾਹ ਹੀ ਕੁਛ ਏਦਾਂ ਦਾ। Unto the top of the hill, ਉੱਪਰ ਪਹਾੜ ਦੇ, ਮੰਨ ਲਓ ਇਹ ਪਹਾੜ ਹੈ, ਔਰ ਇਹਦੇ ਉੱਪਰ where the water had washed with the soil, ਉੱਪਰ ਪਾਣੀ ਜਦੋਂ ਆਇਆ ਚੋਟੀ ਦੇ, ਉਹਨੇ ਕੀ ਕੀਤਾ? ਮਿੱਟੀ ਨੂੰ ਥੋੜਾ ਜਿਹਾ ਪਰੇ ਕਰ ਦਿੱਤਾ।
ਕਿੰਨੇ ਸਮਝਦੇ ਨੇ? देयर वाज ऑन टॉप ए रॉक, ਔਰ ਚੋਟੀ ਦੇ ਉੱਤੇ ਇੱਕ ਪੱਥਰ ਹੀ ਚਟਾਨ। ਅੰਡਰ ਦ ਟੌਪ ਲਾਈਕ ਏ ਟੌਪ ਆਫ ਦ ਮਾਊਂਟਨ, ਜਿੱਦਾਂ ਪਹਾੜ ਦੀ ਕੀ ਹੁੰਦੀ ਆ, ਚੋਟੀ ਹੁੰਦੀ ਹੈ। ਇਟ ਵਾਸ ਅ ਰॉक, नो ग्रास, ਥੱਲੇ ਘਾਹ ਹੀ, ਉੱਪਰ ਘਾਹ ਨਹੀਂ, ਉੱਪਰ ਚਟਾਨ ਹੀ। ਕਿਉਂਕਿ ਉੱਪਰ ਕਈ ਵਾਰੀ ਦੇਖਿਆ ਤੁਸੀਂ ਹਰਿਆਲੀ ਹੁੰਦੀ ਹੈ ਅਤੇ ਪਹਾੜ ਤੇ, ਪਰ ਇੱਥੇ ਕੀ ਹੋਇਆ, ਉਹ ਹਰਿਆਲੀ ਗਾਇਬ ਹੋ ਗਈ, ਮਿੱਟੀ ਗਾਇਬ ਹੋ ਗਈ, ਕਿਉਂਕਿ ਜਿਹੜਾ ਪਾਣੀ ਆਇਆ ਉਹਨੇ ਮਿੱਟੀ ਨੂੰ ਗਾਇਬ ਕਰਤਾ, ਔਰ ਥੱਲੋਂ ਆ ਗਈ ਇੱਕ ਚਟਾਨ। And where the water had washed away, it had cut some kind of readings on the stones. ਜਿੱਥੇ ਪਾਣੀ ਵਹਿਆ, ਉਹ ਜਦੋਂ ਪਾਣੀ ਉੱਥੋਂ ਵਗਿਆ, ਉਹਨਾਂ ਟਕਰਾਇਆ, ਉਹਨੇ ਕੁਝ ਲਾਈਨਾਂ ਨੂੰ ਲਿਖਤਾ ਉਸ ਚਟਾਨ ਦੇ ਉੱਤੇ। ਤੁਸੀਂ ਸਮਝੇ? And you were standing there interpreting this readings on the stone. ਔਰ ਜੂਨੀਅਰ ਜੈਕਸਨ ਕਹਿੰਦਾ ਕਿ ਬ੍ਰਦਰ ਬ੍ਰਾਨਮ ਤੁਸੀਂ ਉੱਥੇ ਖਲੋਤੇ ਰਹੇ ਸੀ, ਉਹ ਜੋ ਉਸ ਚੋਟੀ ਦੇ ਉੱਤੇ ਲਿਖਿਆ ਗਿਆ ਉਹਨੂੰ ਅਨੁਵਾਦ ਕਰਨ ਦੇ। And said all of us, ਔਰ ਜੂਨੀਅਰ ਜੈਕਸਨ ਕਹਿੰਦਾ ਇਹ ਸਾਰੇ ਉੱਥੇ ਖਲੋਤੇ ਰਹੇ ਸੀ। And here is the way he put and said the brethren from the Georgia, ਉੱਥੇ ਸਾਰੇ ਖਲੋਤੇ ਰਹੇ ਸੀ। and ਥੋੜਾ ਅੱਗੇ ਕਰਨਾ, then you picked up something lying from the air, ਤੂੰ ਇੱਕ ਵੈਕਿੰਗ ਬਾਰ ਜਾਂ ਕ੍ਰੋ ਬਾਰ ਵੀ ਕਹਿੰਦਾ ਇੱਕ ਤਿੱਖਾ ਜਿਹਾ ਹਥਿਆਰ ਲਿੱਤਾ, ਮੈਂ ਸੱਪਲ ਜਿਹਾ ਲਿੱਤਾ, ਜੋ ਵੀ ਇਹ ਹਵਾ ਦੇ ਵਿੱਚੋਂ ਏਦਾਂ ਫੜਿਆ ਮੈਂ। ਉਹ ਬ੍ਰਦਰ ਬ੍ਰਾਨਮ ਨੇ ਕੀ ਕੀਤਾ, ਇਹਦਾ ਇੱਕ ਛੋਟੀ ਆ, ਥੱਲੇ ਸਾਰਾ ਠੀਕ ਆ, ਉੱਪਰ ਪਾਣੀ ਆਇਆ ਔਰ ਸਾਰਾ ਕੁਝ ਅਲੱਗ ਕਰਤਾ, ਔਰ ਉਹਦੇ ਉੱਤੇ ਕੁਝ ਲਿਖਾਵਟ ਜੀ ਬਣ ਗਈ ਪਾਣੀ ਦੇ ਅੰਦਰ ਨਾ। ਔਰ ਨਬੀ ਉੱਥੇ ਖਲੋਤਾ, ਉੱਥੇ ਕੀ ਕਰਨ ਦੇ, ਉਸ ਲਿਖਾਵਟ ਦਾ ਅਨੁਵਾਦ ਕਰਨ ਦੇ। ਠੀਕ, ਨਬੀ ਨੇ ਕੀ ਕੀਤਾ, ਹਵਾ ਦੇ ਵਿੱਚ ਸੱਪਲ ਜਿਹਾ ਲਿੱਤਾ, ਇੱਕ ਤਿੱਖੀ, ਨਬੀ ਕਹਿੰਦਾ ਹਥਿਆਰ ਲਿੱਤਾ, ਇੱਕ ਮੈਸੇਜ ਚ ਨਬੀ ਕਹਿੰਦਾ ਸ਼ਾਰਪ ਟੂਲ ਲਿੱਤਾ, ਮੈਂ ਤਿੱਖਾ ਜਿਹਾ ਹਥਿਆਰ ਲਿੱਤਾ, ਔਰ ਚੋਟੀ ਨੂੰ ਕੱਟਣਾ, ਏਦਾਂ ਚੋਟੀ ਬਣੀ ਹੈ ਤੇ ਇੱਥੋਂ ਕੱਟਣਾ ਸ਼ੁਰੂ ਕਰਦਾ, ਔਰ ਉਹਦੀ ਕੈਪ ਜੀ, ਉਹਦੀ ਟੋਪੀ ਜੀ ਉਤਾਰਦੀ। ਨਬੀ ਕਹਿੰਦਾ and you struck the top of the tongue and ripped it around and lifted the cap it off, और ਉਹਦੀ ਚੋਟੀ ਕੀ ਕਰਤੀ ਨਬੀ ਨੇ ਉਤਾਰਤੀ। it was in the shape of pyramid, ਔਰ ਥੱਲੇ ਕੀ ਹੀ ਉਹਦੇ ਇੱਕ ਪਿਰਾਮਿਡ, ਇੱਕ ਚਟਾਨ ਹੀ। ਉਹ ਕਦੀ ਵੀ ਦੇਖੋ ਚੋਟੀ ਦਾ ਪੱਥਰ ਆਪਣੇ ਆਪ ਚ ਪਿਰਾਮਿਡ। आमीन, बिल्कुल सच। ਧਿਆਨ ਦਿਓ, ਜਦੋਂ ਛੋਟੀ ਦਾ ਪੱਥਰ ਕੌਣ ਆ? ਮਸੀਹ। ਉਹ ਪਿਰਾਮਿਡ ਕੌਣ ਆ? ਤੁਸੀਂ ਤੇ ਮੈਂ। ਇਹ ਕੌਣ ਹੀ ਜੇ ਤੁਹਾਨੂੰ ਹੀ ਬਣਾਉਂਦੇ ਨੇ? ਅੱਜ ਤੁਸੀਂ ਸਮਝੇ ਪੌਲੁਸ ਕਿਹੜੇ ਮੰਦਰ ਦੀ ਨੀਂਹ ਪਾਉਂਦੇ ਸੀ? सही है। ਪੌਲੁਸ ਨੂੰ ਜਦੋਂ ਸਮਝਾਣਾ ਸੀ ਦੋਨਾਂ ਨੂੰ, ਤਾਂ ਉਹਨੇ ਮੰਦਰ ਦਾ ਸਹਾਰਾ ਲਿੱਤਾ। ਜਦੋਂ ਪਤਰਸ ਨੇ ਸਮਝਾਣਾ ਸੀ ਤੇ ਕਹਿੰਦਾ ਸੀ ਜੀਰ ਤੇ ਘਰ ਬੰਦੇ ਜਾਂਦੇ, ਉਹਨੇ ਘਰ ਦਾ ਸਹਾਰਾ ਲਿੱਤਾ। ਪਰ ਜਦੋਂ ਨਬੀ ਦੀ ਗੱਲ ਆਈ ਤਾਂ ਉਹਨੇ ਪਿਰਾਮਿਡ ਨੂੰ ਲਿੱਤਾ। ਤਿੰਨਾਂ ਦੇ ਸਮਝਾਉਣ ਦਾ ਆਪਣਾ ਆਪਣਾ ਤਰੀਕਾ ਹੀ, ਪਰ ਤਿੰਨੋਂ ਹੈ ਇੱਕ ਹੀ, ਔਰ ਉਹ ਹੀ ਦੁਲਹਨ। ਪੌਲੁਸ ਮੰਦਰ ਨੂੰ ਕਹਿੰਦਾ ਆ, ਪਤਰਸ ਘਰ ਕਹਿੰਦਾ ਆ, ਔਰ ਬ੍ਰਦਰ ਬ੍ਰਾਨਮ ਪਿਰਾਮਿਡ ਕਹਿੰਦਾ ਆ। ਇਹ ਸਮਝੇ? That was a month and months before the pyramid message was preached. ਔਰ ਇਹ ਮਹੀਨਾ ਪਹਿਲੇ ਆ ਜਦੋਂ ਮੈਂ ਪ੍ਰਚਾਰ ਕੀਤਾ ਪਿਰਾਮਿਡ ਮੈਸੇਜ ਦਾ। ਔਰ ਪਿਰਾਮਿਡ ਮੈਸੇਜ ਕੀ ਸਿੱਧੂ ਮੁਸ਼ਤਾ and said beneath that was a white stone, granite. ਔਰ ਜਦੋਂ ਉਹਨੇ ਟੋਪੀ ਖੋਲੀ ਉਸ ਛੋਟੀ ਦੀ, ਜਿੱਥੇ ਕੁਝ ਲਿਖਾਵਟੀ ਅਨੁਵਾਦ ਕਰਨ ਦਿਆ ਸੀ, ਉਹਨੇ ਉਹ ਖੋਲਿਆ ਤੇ ਬਾਈਬਲ 'ਚ ਲਿਖਿਆ, ਨਬੀ ਕਹਿੰਦਾ ਇੱਕ ਚਿੱਟਾ पत्थर ही। ਹੁਣ ਤੁਸੀਂ ਉਹ ਆਇਤ ਨੂੰ ਯਾਦ ਰੱਖਣਾ ਜਿਹੜੀ ਇਹ ਪੜ੍ਹੀ, ਮੈਂ ਤੁਹਾਨੂੰ ਗੁਪਤ ਮੰਨਾ ਦਾਂਗਾ ਤੇ ਸ਼ਵੇਤ ਪੱਥਰ ਦਾ, सही, ਜਿਹਦੇ ਉੱਤੇ ਇੱਕ नाम लिखा है। ਇਹ ਕੀ ਕਹਿੰਦੇ ਸੁਪਨਾ ਉਹਦੇ ਨਾਲ ਜੁੜਿਆ ਦਾ, ਔਰ ਇੱਥੇ ਭੇਤ ਆ ਤੁਹਾਡੇ ਲਈ ਤੇ ਮੇਰੇ ਲਈ। ਇਹ ਸਮਝੇ? आमीन। and sun and the light was never shined on this before, ਮਰ ਉਹਤੇ ਪਹਿਲੇ ਅੱਜ ਤੱਕ ਕਦੀ ਵੀ ਲਾਈਟ ਨਹੀਂ ਨਹੀਂ ਪਈ। ਸਹੀ। ਹਾਲੇਲੂਇਆ, हालेलुया। ਇਹ ਸਮਝੇ? ਉਹ ਨਬੀ ਨੂੰ ਸਮਝਾਉਂਦਾ, you notice the writing was on the rocks, ਬਾਹਰ ਜਿਹੜਾ ਛੋਟੀ ਦਾ ਪੱਥਰ ਹੀ, ਨਬੀ ਕਹਿੰਦਾ ਉੱਤੇ ਕੁਝ ਲਿਖਿਆ ਦਾ ਹੈ। I was interpreted for them, ਮੈਂ ਉਹਨੂੰ ਅਨੁਵਾਦ ਕਰਨ ਆਇਆ ਸੀ। They were related that mystery of God that was not understood for years, could be that, ਔਰ ਉੱਥੇ ਕੁਝ ਹੀ ਜਿਹੜਾ ਕਦੀ ਵੀ ਸਮਝਿਆ ਗਿਆ ਨਹੀਂ। In some mysterious way, ਕੁਝ ਗੁਪਤ ਤਰੀਕੇ ਦੇ ਨਾਲ ਵੀ picked up out of the air, ਮੈਂ ਉਸ ਹਵਾ ਤੋਂ ਲਿੱਤਾ ਇੱਕ ਸ਼ਾਰਪ ਟੂਲ, ਇੱਕ ਤਿੱਖਾ, ਔਰ ਓਪਨ ਅਪ ਦਾ ਟੌਪ, ਟੋਪੀ ਉਹਦੀ ਲਾਤੀ। ਹੁਣ ਨਬੀ ਕੁਝ ਪੈਰਾਗ੍ਰਾਫ ਦੇ ਥੋੜੇ ਪੇਜਾਂ ਦੇ ਬਾਅਦ ਉਹਨੂੰ ਸਮਝਾਉਂਦੇ ਆ ਜੋ ਮਤਲਬ ਕੀ ਸੀ ਉਹਦਾ। ਨਬੀ ਕੀ ਕਹਿੰਦਾ, ਇਟ ਵਾਸ देयर a white granite, ਉੱਥੇ ਇੱਕ ਸਫੇਦ ਕੀ ਹੀ ਪੱਥਰ ਹੈ, ਬਟ ਇਟ ਵਾਸਨਟ ਇੰਟਰਪ੍ਰੀਟਡ, ਉਹ ਕਦੀ ਵੀ ਅਨੁਵਾਦ ਨਹੀਂ ਕੀਤਾ ਜੀ। ਮਤਲਬ ਜਿਹੜਾ ਛੋਟੇ ਦਾ ਪੱਥਰ ਉੱਪਰ ਹੀ ਉਹਨਾਂ ਲਿਖਾਵਟਾਂ ਦਾ ਉਹ ਅਨੁਵਾਦ ਕਰਨ ਦਿਆ ਸੀ,
ਪਰ ਜਿਹੜਾ ਉਹ ਜਦੋਂ ਨੇ ਟੋਪੀ ਲਾਤੀ ਔਰ ਇੱਕ ਪੱਥਰ ਉਹਦੇ ਥੱਲੇ ਹੀ, ਉੱਥੇ ਵੀ ਕੁਝ ਲਿਖਿਆ ਦਾ ਪਰ ਉਹਦਾ ਅਨੁਵਾਦ ਨਬੀ ਨਹੀਂ ਕਰਦਾ। ਉਹ ਜਿਹੜੇ ਸਤਿਗੁਰਾਂ ਦੇ ਵਿਰੋਧੀ ਮੈਸੇਜ ਦੇ ਗਰੁੱਪ ਆ ਜਾਂ ਚਰਚ ਆ, ਉਹ ਇਦਾਂ ਹੀ ਲੈਂਦੇ ਰਹਿੰਦੇ, ਦੇਖੋ ਨਬੀ ਅਨੁਵਾਦ, ਨਬੀ ਨੂੰ ਨਹੀਂ ਪਤਾ ਗਰਜਨਾਮਾ ਕੀ ਹੈ, ਨਬੀ ਅਨੁਵਾਦ। ਮੈਂ ਉਹਨਾਂ ਨੂੰ ਕਿਹਾ ਕਿ ਅਗਰ ਨਬੀ ਨੂੰ ਨਹੀਂ ਪਤਾ ਗਰਜਨਾਮਾ ਕੀ ਹੈ ਤੇ ਫਿਰ ਕੌਣ ਆਏਗਾ ਗਰਜਨਾਮਾ ਨੂੰ ਖੋਲਣ ਦੇ ਲਈ? ਸਹੀ, ਆਮੀਨ। ਬਿਲਕੁਲ ਕਿਉਂਕਿ ਥੋੜੀ ਦੇਰ ਪਹਿਲੇ ਹੀ ਕੋਟ ਪੜਿਆ, ਨਬੀ ਕਹਿੰਦਾ ਮਲਾਕੀ 4 ਦਾ ਕੰਮ ਆ 7 ਗਰਜਾਂ ਦੇ ਭੇਤਾਂ ਨੂੰ ਖੋਲਣਾ, ਆਮੀਨ। ਇਹ ਆ ਉਹ ਦੋ ਧਾਰੀ ਤਲਵਾਰ। ਇੱਕ ਪਾਸੇ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਅਨੁਵਾਦ ਨਹੀਂ ਕਰਨਾ, ਦੂਸਰੇ ਪਾਸੇ ਕਹਿੰਦਾ ਮੇਰਾ ਕੰਮ ਹੀ ਇਹੀ ਇਹਨੂੰ ਖੋਲਣਾ। ਸਹੀ, ਆਮੀਨ। ਜਾਂ ਤੇ ਫਿਰ ਉਹਨੂੰ ਮੰਨਣਾ ਛੱਡ ਦੋ ਕਿ ਮਲਾਕੀ 4 ਦਾ ਨਬੀ ਬਿਲਕੁਲ ਸੱਚ ਹੈ। ਕਿਉਂਕਿ ਸੋਚਣਾ ਸ਼ੁਰੂ ਕਰ ਦੋ ਜਾਂ ਆਸ ਰੱਖਣੀ ਸ਼ੁਰੂ ਕਰ ਦੋ ਕਿ ਮਲਾਕੀ 4 ਦਾ ਨਬੀ ਇੱਕ ਹੋਰ ਆਏਗਾ। ਹੁਣ ਇਹ ਵੀ ਨਹੀਂ ਕਰ ਸਕਦੇ, ਹੁਣ ਇੰਨੀ ਗਵਾਹੀ ਦਿੱਤੀ ਹੈ ਨਾ ਨਬੀ ਆਇਆ ਨਹੀਂ, ਕੀ ਕਰਾਂਗੇ? ਉਤਰਨ ਵੀ ਕਰਦਾ ਨਹੀਂ। देयर वाज नो लेटर्स। ਨਬੀ ਕਹਿੰਦਾ ਇਦਾਂ ਦਾ ਕੁਝ ਲਿਖਿਆ ਤਾਂ ਹੀ ਕਿ ਮੈਂ ਅਨੁਵਾਦ ਨਹੀਂ ਕਰ ਪਾਇਆ, ਉੱਥੇ ਕੁਝ ਲਿਖਿਆ ਤਾਂ ਹੀ ਨਹੀਂ। ਇਹ ਹੁਣ ਸਮਝੇ ਹੁਣ ਲੱਗੀ ਕਰਨ ਦਿਆ ਹੀ, ਸਹੀ ਹੈ। ਇਹਨੂੰ ਲਿਖਣਾ ਇਹਨੂੰ ਕੀ ਕਰ, ਮੋਹਰ। ਜੇ ਲਿਖਿਆ ਹੀ ਨਹੀਂ ਤਾਂ ਮੋਹਰ ਬੰਦ ਕਾਲੀ ਕਰਨਾ ਹੈ। ਸਹੀ ਹੈ। ਹੁਣ ਦੇਖੋ ਧਿਆਨ ਨਾਲ ਸੁਣਿਓ ਜੋ ਮੈਂ ਕਹਾਂਗਾ। ਇੱਕ ਹਿੱਸਾ ਹੀ ਬਾਈਬਲ ਦਾ ਜਿਹੜਾ ਇੱਥੇ ਬੰਦ ਸੀ, ਔਰ ਇਹ ਹੀ ਤੀਸਰੀ ਬਾਈਬਲ, ਔਰ ਦੂਸਰੀ ਬਾਈਬਲ ਕੀ ਸੀ? ਪੈਰਾਮਿਡ। ਤੇ ਜ਼ਰੂਰੀ ਉੱਥੇ ਵੀ ਇੱਕ ਹਿੱਸਾ ਹੁੰਦਾ ਜਿਹੜਾ ਮੋਹਰ ਬੰਦ ਰਹੀ ਇਹਨਾਂ ਦਿਨਾਂ 'ਚ, ਆਮੀਨ। ਔਰ ਇਹ ਹੀ 7 ਗਰਜਨਾਵਾਂ ਆਮੀਨ। ਜਿਹੜੀਆਂ ਲਿਖੀਆਂ ਨਹੀਂ ਗਈਆਂ ਪਰ ਮੋਹਰ ਬੰਦ ਰਹੀ। ਆਮੀਨ। ਔਰ ਨਬੀ ਕਹਿੰਦਾ ਉਹਦੇ ਥੱਲੇ ਵੀ ਮੋਹਰ ਬੰਦ ਹੀ, ਸੱਚ ਹੈ। ਪਰ ਉੱਥੇ ਕੁਝ ਲਿਖਿਆ ਤਾਂ ਨਹੀਂ। ਹਾਲੇਲੂਇਆ। ਆਮੀਨ। ऐसी एक हिस्सा इस बाइबल दा मोहर बंदी जो कि तीसरी बाइबल दा, और जरूरी है कि इत्थे भी दूसरी बाइबल च भी हिस्सा की होए मोहर बंद हो। यही मिस्टीरियस पार्ट बाइबल दा जेड़ा इत्थे बंद, और ओनू अनुवाद नबी नहीं कर पाया। एक मैसेज नबी कहंदा 7वें दूत दा काम है 6 मोहरां नू खोलना, और 6 मोहरां की उपरली चोटी दा अनुवाद कीता जाना, और 7वीं मोहर गर्जनावा की अंदरली चोटी दे पत्थर दा अनुवाद कीता जाना। ਉਹ ਇਸ ਲਈ ਕਿ ਇਹਦੀ ਸੇਵਕਾਈ 6 ਮੋਹਰਾਂ ਨੂੰ ਖੋਲਣਾ, ਪਰ 7ਵੀਂ ਮੋਹਰ ਨੂੰ ਗਰਜਨਾਵਾਂ ਨੂੰ ਖੋਲਣ ਦੀ ਸੇਵਕਾਈ ਪ੍ਰਭੂ ਯਿਸੂ ਮਸੀਹ ਦੀ। ਸੱਚ ਹੈ। ਇਸ ਲਈ ਉਹ ਕੀ ਕਰਦਾ ਆ, ਉਹ ਇਹਦੇ ਅੰਦਰ ਆਉਂਦਾ ਆ ਔਰ ਗਰਜਨਾਵਾਂ ਨੂੰ ਖੋਲਦਾ ਹੈ। ਆਮੀਨ। ਮਲਾਕੀ 4 ਨੇ ਗਰਜਨਾਵਾਂ ਖੋਲਣੀਆਂ ਹੀ, ਪਰ ਕਿੱਦਾਂ ਖੋਲਣੀਆਂ? ਯਿਸੂ ਮਸੀਹ ਨੇ, ਕਿਉਂਕਿ ਉਸ ਪੁਸਤਕ ਨੂੰ ਖੋਲਣ ਦੇ ਲਾਇਕ ਤੇ ਕੇਵਲ ਵੱਧ ਕੀਤਾ ਹੋਇਆ ਮੇਮਨਾ। ਇਸੇ ਜ਼ਰੂਰੀ ਹੀ ਉਹ ਮੇਮਨਾ ਇਹਦੇ ਅੰਦਰ ਆਉਂਦਾ ਆਮੀਨ। ਔਰ ਗਰਜਨਾਵਾਂ ਨੂੰ ਖੋਲਦਾ, ਸੱਚ ਹੈ। ਔਰ ਇਹ ਸੇਵਕਾਈ ਮਲਾਕੀ 4 ਦੀ। ਤੁਸੀਂ ਸਮਝੇ ਹੁਣ? ਆਮੀਨ। ਹੁਣ ਅੱਗੇ ਜਾਂਦੇ ਹਾਂ। ਨਬੀ ਕਹਿੰਦਾ ਜਦੋਂ ਮੈਂ ਚੋਟੀ ਦਾ ਪੱਥਰ ਉੱਪਰ ਵਾਲਾ ਪ੍ਰਚਾਰ ਕਰਨੇ, ਉਹ ਸਾਰੇ ਖਲੋਤੇ ਦੇ, ਠੀਕ ਹੈ। ਇਟ ਵਾਸ ਨੈਵਰ ਇੰਟਰਪ੍ਰੀਟਡ, ਉਹ ਕਦੀ ਵੀ ਅਨੁਵਾਦ ਕੀਤਾ ਯਾਨੀ ਆਈ ਡਿਡਨਟ ਇੰਟਰਪ੍ਰੀਟ ਦੈਟ ਜੂਨੀਅਰ, ਆਈ ਲੁੱਕਡ ਐਟ ਇਟ ਐਂਡ ਸੈਡ ਟੂ ਬ੍ਰਦਰ ਲੁੱਕ ਐਟ ਦਿਸ, ਔਰ ਮੈਂ ਉਹਦਾ ਅਨੁਵਾਦ ਨਹੀਂ ਕਰ ਪਾਇਆ। ਔਰ ਜਿਹੜੇ ਭਰਾ ਉੱਥੇ ਸਾਰੇ ਖਲੋਤੇ ਦੇ ਸੀ, ਉਹਨਾਂ ਨੂੰ ਮੈਂ ਕਿਹਾ ਇਹਦੇ ਵੱਲ ਦੇਖ। ਕਿਹਦੇ ਵੱਲ? ਉਸ ਸਫੇਦ ਪੱਥਰ ਵੱਲ। ਕਿਹਦੇ ਵੱਲ? ਉਹਨਾਂ ਗਰਜਨਾਵਾਂ ਵੱਲ। ਕਿਹਦੇ ਵੱਲ? ਜਿਹਦਾ ਅਨੁਵਾਦ ਉਹ ਨਹੀਂ ਕਰ ਪਾਇਆ। ਔਰ ਨਬੀ ਇੱਕ ਹੋਰ ਮੈਸੇਜ ਕਹਿੰਦਾ, ਜਦੋਂ ਮੈਂ ਚਾਹੁੰਦਾ ਕਿ ਮੈਂ ਥੋੜਾ ਵੇਟ ਕਰਾਂ, ਆਈ ਆਇਸਾ ਸੇ ਜਾਂਦੀ ਹੈ ਕਿ ਕੀ ਕਹਿੰਦਾ। ਐਂਡ ਵਾਈਲ ਦੇ ਵਰ ਸਟੱਡੀਇੰਗ ਇਟ ਆਈ ਸਲਿਪ ਟੂਵਰਡਸ ਦ ਵੈਸਟ। ਮੈਂ ਇਸ ਦਰਸ਼ਨ ਦੇ ਵਿੱਚ ਕੀ ਹੋਇਆ, ਪੱਛਮ ਵੱਲ ਕੀ ਹੋ ਗਿਆ, ਚਲਾ ਗਿਆ। Maybe understand the interpretation of what's written in the top of this. ਮੈਂ ਕਰਨ ਕੀ ਗਿਆ, ਉਹਨਾਂ ਲਿਖਤਾਂ ਦਾ ਅਨੁਵਾਦ ਲੈਣ ਦੇ ਲਈ ਜਿਹੜੀ ਉਸ ਸ਼ਵੇਤ ਪੱਥਰ ਦੇ ਉੱਤੇ। ਔਰ ਮੈਂ ਤੁਹਾਨੂੰ ਕੀ ਦਾਂਗਾ, ਜਿਹੜਾ ਜੈ ਪਾਏ ਗੁਪਤ ਮੰਨਾ ਦਾਂਗਾ, ਜਿਹੜਾ ਜੈ ਪਾਏ ਉਹਨੂੰ ਮੈਂ ਸ਼ਵੇਤ ਪੱਥਰ ਦਾਂਗਾ, ਔਰ ਉਹਦੇ ਉੱਤੇ ਇੱਕ ਨਾਮ ਲਿਖਿਆ ਹੋਏਗਾ। ਨਾਮ ਕਿੱਥੇ ਲਿਖਿਆ ਦਾ ਹੈ? ਸ਼ਵੇਤ ਪੱਥਰ ਤੇ। ਹੁਣ ਦੇਖੋ, ਔਰ ਸ਼ਵੇਤ ਪੱਥਰ ਕੀ? ਗਰਜਨਾਵਾਂ। ਤੁਸੀਂ ਸਮਝੇ? ਠੀਕ। ਹੁਣ ਤੁਸੀਂ ਕੋਡ ਨੂੰ ਸਮਝੇ ਨਬੀ ਕਿਉਂ ਕਹਿੰਦਾ ਗਰਜਨਾਵਾਂ 'ਚ ਨਵਾਂ ਨਾਮ ਪ੍ਰਗਟ ਹੋਏਗਾ? ਆਮੀਨ। ਇਸ ਲਈ ਉਹ ਕਹਿ ਰਹੇ, ਉਹਨੂੰ ਪਤਾ ਹੀ ਮੈਂ ਕੀ ਕਹਿ ਰਿਹਾ। ਸੱਚ ਹੈ। ਔਰ ਇਹ ਹੀ ਗੁਪਤ ਮੰਨਾ, ਆਮੀਨ। ਜਿਹਦੇ ਵੱਲ ਕਹਿੰਦਾ ਇਹ ਸਾਰੇ ਦੇਖਦੇ ਰਹੋ। ਸਹੀ। ਔਰ ਨਬੀ ਕਹਿੰਦਾ ਜਦੋਂ ਮੈਂ ਪੱਛਮ ਵੱਲ ਚਲ ਗਿਆ ਤੇ ਵਾਪਸ ਆਇਆ ਤੇ ਮੈਂ ਦੇਖਿਆ ਕਿ ਭਾਈ ਖਿਲਰ ਪੁਲਰ ਗਏ ਦੇ। ਸੱਚ ਹੈ। ਹਾਲੇਲੂਇਆ। ਔਰ ਜਦੋਂ ਉੱਪਰਲੀ ਚੋਟੀ ਪ੍ਰਚਾਰ ਹੁੰਦੀ ਉਦੋਂ ਸਾਰੇ ਦੇਖਦੇ ਰਹੇ, ਜਦੋਂ ਗੁਪਤ ਮੰਨੇ ਦੀ ਗੱਲ ਆਈ ਤਾਂ ਸਾਰੇ ਖਿਲਰ ਪੁਲਰ ਲੱਗ ਪਏ। ਔਰ ਇਦਾਂ ਹੀ ਇਹਨਾਂ ਦਿਨਾਂ 'ਚ ਹੋਇਆ ਹੈ। ਆਮੀਨ।
ਜਦੋਂ ਬਾਕੀ ਭੇਦਾਂ ਦੀ ਗੱਲ ਆਈ ਯਿਸੂ ਮਸੀਹ ਦੇ ਨਾਮ ਦੇ ਬਪਤਿਸਮੇ ਦੀ ਅੰਨਾ ਭਾਸ਼ਾ ਬੋਲਣ ਦੀ ਪ੍ਰਭੂ ਬੋਲਦੀ ਪੈਸ਼ਨ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਤੇ ਸਾਰਿਆਂ ਨੇ ਕਬੂਲ ਕਰ ਲਿਆ ਇਸ ਨਬੀ ਨੂੰ ਸਹੀ ਹੈ ਔਰ ਇਹਦੇ ਕਹਿੰਦੇ ਦੇਖਦੇ ਰਹੇ ਪਰ ਜਦੋਂ ਉਹਨੇ ਟੋਪੀ ਖੋਲੀ ਔਰ ਥੱਲੇ ਇੱਕ ਛਿੱਟਾ ਪੱਥਰ ਜਿਸ ਤੱਕ ਅੱਜ ਤੱਕ ਰੋਸ਼ਨੀ ਨਹੀਂ ਪਈ ਔਰ ਇਸ ਮਲਾਕੀ 4 ਦੇ ਟਾਈਮ 'ਚ ਰੋਸ਼ਨੀ ਪਈ ਹਾਲੇਲੂਇਆ ਹਾਲੇਲੂਇਆ ਕਿਉਂਕਿ ਬਾਈਬਲ ਦੱਸਦੀ ਹੈ ਸ਼ਾਮਾਂ ਦੇ ਵੇਲੇ ਚਾਨਣ ਹੋਏਗਾ ਆਮੇਨ ਉਹ ਚਾਨਣ ਕਿਉਂ ਹੋਈ ਤਾਂ ਕਿ ਚੋਟੀ ਤੇ ਪ੍ਰਕਾਸ਼ ਚਮਕਾ ਪਾਏ ਹਾਲੇਲੂਇਆ ਜਿਹੜਾ ਅੱਜ ਤੱਕ ਦੇਖਿਆ ਨਹੀਂ ਪਾਇਆ ਦੁਲਹਨ ਦੇਖ ਪਾਏ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਔਰ ਸਾਰੇ ਖੇਲਣ ਲੱਗ ਪਏ ਸਾਰੇ ਇਧਰ ਉਧਰ ਜਾਣ ਲੱਗ ਪਏ ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ ਕੋਈ ਵੀ ਸਾਹਮਣੇ ਖਲੋ ਕੇ ਨਹੀਂ ਦੇਖਣ ਦਿਆ ਪਰ ਇੱਕ ਦੁਲਹਨ ਆ ਜਿਹੜੀ ਕਿਹੜੀ ਇਧਰ ਉਧਰ ਨਹੀਂ ਜਾਏਗੀ ਉਹ ਸਾਹਮਣੇ ਦੇਖਦੀ ਰਹੇਗੀ ਉਹ ਚੋਟੀ ਦੇ ਪੱਥਰ ਵੱਲ ਦੇਖਦੀ ਰਹੇਗੀ ਹਾਲੇਲੂਇਆ ਹਾਲੇਲੂਇਆ ਉਹਨੂੰ ਪਤਾ ਹੈ ਮੇਰੀ ਮਦਦ ਕਿੱਥੋਂ ਆਉਂਦੀ ਹੈ ਸੋਰੀ ਮੇਰੀ ਹੈਲਪ ਕਿੱਥੋਂ ਆਉਂਦੀ ਹੈ ਲੋਕ ਕਹਿੰਦਾ ਚਟਾਨ ਤੋਂ ਆਉਂਦੀ ਹੈ ਯੋਵਾ ਮੇਰੀ ਕੀ ਆ ਚਟਾਨ ਔਰ ਇਹ ਚਟਾਨ ਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ ਹਾਲੇਲੂਇਆ ਇਸ ਲਈ ਇਹ ਚਰਚ 7 ਗਜਾਂ ਦੇ ਬਣਿਆ ਹੈ ਉਹ ਛੋਟੀ ਚਿੱਟੇ ਪੱਥਰ ਦੇ ਬਣਿਆ ਹੈ ਕਿਉਂਕਿ ਇਹਨਾਂ ਦਿਨਾਂ ਚ ਵਾਦਾ ਹੀ ਸੂਰਜ ਚਮਕੇਗਾ ਧਰਮ ਦਾ ਸੂਰਜ ਕੀ ਹੋਏਗਾ ਇਸ ਲਈ ਉਹ ਦੂਤ ਆਂਦਾ ਹੈ ਤੇ ਉਹਦਾ ਮੂੰਹ ਕਿਹਦੇ ਵਰਗਾ ਹੈ ਸੂਰਜ ਵਰਗਾ ਹੈ ਤਾਂ ਕਿ ਇਹ ਛੋਟੀ ਦੇ ਪੱਥਰ ਤੇ ਪ੍ਰਕਾਸ਼ ਚਮਕਾ ਪਾਏ ਔਰ ਇਹ ਛੋਟੀ ਦੇ ਪੱਥਰ ਤੇ ਚਿੱਟੇ ਦੇ ਪ੍ਰਕਾਸ਼ ਚਮਕਿਆ ਔਰ ਜਿਹਨੇ ਫਿਜ਼ਿਕਸ ਪੜ੍ਹੀ ਉਹਨੂੰ ਪਤਾ ਜਦੋਂ ਵੀ ਪ੍ਰਿਜ਼ਮ ਹੁੰਦਾ ਹੈ ਜਿਹੜਾ ਉਹਦੇ ਜਦੋਂ ਵੀ ਲਾਈਟ ਪਾਸ ਹੁੰਦੀ ਹੈ ਤਾਂ ਕੀ ਹੁੰਦਾ ਉਹ ਚੋਂ 7 ਰੰਗ ਨਿਕਲਦੇ ਸਹੀ ਹੈ ਇਸ ਲਈ ਉਸ ਗੈਪ ਨੂੰ ਇਸ ਲਈ ਇਸ ਰੰਗ ਇਸ ਲਈ ਇਹ ਬਾੜ ਦੇ ਵਿੱਚ ਜਦੋਂ ਮੈਸੇਜ ਹੋਇਆ ਸੀ ਤੇ ਇੱਥੇ ਰੰਗ ਨਹੀਂ ਜਦੋਂ 63 ਦੇ ਵਿੱਚ ਉਹ ਦੂਤ ਆਂਦਾ ਆ ਇੱਥੇ ਪ੍ਰਕਾਸ਼ ਚਮਕਦਾ ਆ ਇਹ ਕਲਰ ਇਸ ਪਿਰਾਮਿਡ ਚ ਆ ਜਾਂਦੇ ਮੈਂ ਵੀ ਕਹਿੰਦਾ ਜਦੋਂ ਵੀ ਤੁਸੀਂ 7 ਰੰਗਾਂ ਦੀ ਪੀਂਗ ਦੇਖੋਗੇ ਤੇ ਅੱਧੀ ਦੇਖੋਗੇ ਅੱਧੀ ਖਤਮ ਹੁੰਦੀ ਆ ਅੱਧੀ ਹੁੰਦੀ ਆ ਉਹ ਕਿਉਂਕਿ ਅੱਧੀ ਇਸ ਦੁਲਹਨ ਦੇ ਅੰਦਰ ਰੱਖੀ ਗਈ ਹੈ ਹਾਲੇਲੂਇਆ ਉਹ ਤੁਹਾਡੇ ਅੰਦਰ ਰੱਖੀ ਗਈ ਆ ਕਿਉਂਕਿ ਤੁਹਾਡੇ ਅੰਦਰ ਨਹੀਂ ਪਾਈ ਗਈ ਹਾਲੇਲੂਇਆ ਹਾਲੇਲੂਇਆ ਔਰ ਉਹ ਪੱਛਮ ਵੱਲ ਚਲ ਗਿਆ ਕੱਲ ਹੀ ਗਿਆ ਪੱਛਮ ਵੱਲ ਅਨੁਵਾਦ ਲੈਣ ਸਹੀ ਤੇ ਦਿੱਤਾ ਕਿਹਨੇ ਅਨੁਵਾਦ ਨੂੰ ਯਿਸੂ ਮਸੀਹ ਕਿਹਨੇ ਜਾਣਨਾ ਚਾਹੁੰਦੇ ਹਾਲੇਲੂਇਆ ਨਹੀਂ and those blasting the other morning they shook me plumb till I raised up in the ਔਰ ਜਦੋਂ ਬਲਾਸਟ ਹੋਇਆ ਉੱਥੇ ਮੈਂ ਦੇਖਿਆ ਦਰਸ਼ਨ ਦੇ ਵਿੱਚ ਇੱਕ ਬਲਾਸਟ ਹੁੰਦਾ ਹੈ ਔਰ ਮੈਂ ਹਵਾ ਦੇ ਵਿੱਚ ਉਠਾਇਆ ਜਾਣਾ as high as the building ਜਿਨੀ that building or constellation of the angels constellation ਜਿਹਨਾਂ ਨੂੰ ਸਾਰਿਆਂ ਨੂੰ ਪਤਾ 7 ਤਾਰੇ ਹੁੰਦੇ ਔਰ ਇਹ ਜਿਹੜੀ ਤਾਰੇ ਹੀ ਇਹ 7 ਐਂਜਲ ਸੀ 7 ਦੂਤ ਸੀ ਔਰ ਨਬੀ ਕਹਿੰਦਾ ਉਹ 7 ਦੂਤਾਂ ਦਾ ਝੁੰਡ ਮੈਨੂੰ ਉੱਪਰ ਪੈ ਗਿਆ 7 angels in the form of pyramid 7 ਦੂਤ ਪਿਰਾਮਿਡ ਦੀ ਸ਼ੇਪ is that thunders that coming forth ਕਿਆ ਇਹ ਗਰਜਨਾਵਾਂ ਜਿਹੜੀਆਂ ਆਉਂਦੀਆਂ ਸਹੀ ਹਾਲੇਲੂਇਆ ਆਮੇਨ ਸਹੀ ਲੱਗਦਾ ਨਾ ਸਹੀ ਹੈ this is all interpreted ਹੁਣ ਸਾਰਾ ਅਨੁਵਾਦ ਕਰ ਦਿੱਤਾ ਗਿਆ ਹੈ ਇਹ ਕਈਆਂ ਨੂੰ ਪੁੱਛੋ ਨਾ ਉਹ ਕਹਿੰਦੇ ਨਹੀਂ ਬਾੜ ਦੇ ਵਿੱਚ ਗਰਜਨਾ ਬਾਰੇ ਖਾਲੀ ਬੋਲਣ ਦਿਆ ਗਰਜਨਾਵਾਂ ਤਾਂ ਤੇਰੇ ਚ ਖੁੱਲੀਆਂ ਜਦੋਂ ਬਦੂਤ ਆਏ ਤੇ ਸੱਤ ਗੁਣ ਕਿਦਾਂ ਹੋ ਸਕਦੇ ਉਹ ਤੇ ਉਹਨੇ ਪਿਰਾਮਿਡ ਦੇ ਮੈਸੇਜ ਪ੍ਰਚਾਰ ਕੀਤੇ ਇਸ ਤੋਂ ਮੈਨੂੰ ਦਾ ਡੀਲ ਦੋ ਅੱਛਾ ਨਬੀ ਦਾ ਕੰਮ ਕੀ ਹੁੰਦਾ ਹੈ ਫਰਕ ਕੀ ਹੁੰਦਾ ਤੁਹਾਡੇ ਚ ਤੇ ਨਬੀ ਚ ਦੇਖ ਸਕਦਾ ਨਾ ਨਬੀ ਕਹਿੰਦਾ ਲੋਕਾਂ ਨੇ ਬਾਰਿਸ਼ ਦੇਖੀ 120 ਸਾਲ ਬਾਅਦ ਨੂਹ ਨੇ ਪਹਿਲੇ ਹੀ ਦੇਖ ਲਈ ਸੀ ਆਮੀਨ ਕਿਉਂਕਿ ਉਹ ਨਬੀ ਸੀ ਆਮੀਨ ਅਬਰਾਹਮ ਵਿਸ਼ਵਾਸੀ ਨਹੀਂ ਆਏ ਦੇ ਕਈ ਪੈਂਟੀਕੋਸਟ ਲਈ ਹੀ ਮੰਨਦੇ ਅਬਰਾਹਮ ਵਿਸ਼ਵਾਸੀ ਪਰ ਉਹ ਭੁੱਲ ਜਾਂਦੇ ਅਬਰਾਹਮ ਨਬੀ ਸੀ ਕਿਹਨਾਂ ਨੂੰ ਪਤਾ ਅਬਰਾਹਮ ਨਬੀ ਹਾਲੇਲੂਇਆ ਪਤਾ ਨਹੀਂ ਅਬੀਮੇਲੇਕ ਨੇ ਕੀ ਕਿਹਾ ਸੀ ਅਬ ਪਰਮੇਸ਼ਰ ਨੇ ਅਬੀਮੇਲੇਕ ਨੂੰ ਕੀ ਕਿਹਾ ਉਹਨੂੰ ਹਾਨੀ ਨਾ ਕਰੀ ਕਿਉਂਕਿ ਜਿਹਨੂੰ ਤੂੰ ਆਪਣੀ ਪਤਨੀ ਲੈਣ ਦੀ ਸੋਚਣ ਆਇਆ ਤੇ ਜਿਹੜੇ ਬੰਦੇ ਨੂੰ ਮਾਰਨ ਦੀ ਸੋਚਣ ਆਇਆ ਉਹ ਕੀ ਆ ਮੇਰਾ ਸੱਚ ਹੈ ਮੇਰਾ ਨਾਮ ਇਸ ਲਈ ਅਬਰਾਹਮ ਨਬੀ ਹਾਲੇਲੂਇਆ ਲੋਕਾਂ ਨੇ ਦੇਖਿਆ 25 ਸਾਲ ਬਾਅਦ ਇਸਹਾਕ ਨੂੰ ਪਰ ਨਬੀ ਕਹਿੰਦਾ ਅਬਰਾਹਮ ਨੇ ਉਹਨੂੰ ਪਹਿਲੇ ਹੀ ਦੇਖ ਲਿਆ ਇਸ ਲਈ ਲੋਕਾਂ ਨੇ 63 ਚ ਦੇਖਿਆ ਹੋਏਗਾ ਪਰ ਇਹ ਮਲਾਕੀ 4 ਦਾ ਨਬੀ ਹੋਣ ਦਾ ਕੀ ਫਾਇਦਾ ਹੈ ਅਗਰ ਇਹ ਉਧਰ ਹੀ ਦੇਖੇ ਜਿੱਦਾਂ ਹੁੰਦੇ ਆ ਇਹਨੇ ਤਾਂ ਸਾਰਾ ਪਹਿਲੇ ਹੀ ਦੱਸਤਾ ਕੀ ਹੋਇਆ ਹੈ ਉਦੋਂ ਔਰ ਇਹ ਹੀ ਦਸੰਬਰ ਮਹੀਨੇ ਮੈਸੇਜ ਜਿਹੜਾ ਪ੍ਰਚਾਰ ਕਰਨ ਦਿਆ ਆ ਔਰ ਫਰਵਰੀ 61 ਦੇ ਵਿੱਚ ਸੁਪਨਾ ਆਇਆ ਜੂਨੀਅਰ ਜੈਕਸਨ ਨੂੰ
ਬਾਹਰ ਦੇ ਵਿੱਚ ਨਬੀ ਦੇ ਬਾਰੇ ਦੱਸਣ ਦਿਆ ਆ ਉਹ ਥੋੜੇ 2-3 ਮਹੀਨਿਆਂ ਬਾਅਦ ਇਹ ਘਟਨਾ ਉੱਥੇ ਹੋ ਗਈ ਤੁਸੀਂ ਸਮਝੇ ਹੁਣ ਮੋਹਰਾਂ ਦੀ ਕਿਤਾਬ ਚ ਨਬੀ ਕੀ ਕਹਿੰਦਾ ਹੈ ਇਸੇ ਦਰਸ਼ਨ ਬਾਰੇ ਮੋਹਰਾਂ ਦੀ ਕਿਤਾਬ ਚ ਬੋਲਦਾ ਔਰ ਧਿਆਨ ਰੱਖਣਾ ਮੋਹਰਾਂ ਦੀ ਕਿਤਾਬ ਘਟਨਾ ਹੋਣ ਦੇ ਬਾਅਦ ਦੀ ਗੱਲ ਹੈ। ਮਾਰਚ 17 ਤੋਂ ਨੇ ਮੋਹਰਾਂ ਦੀ ਕਿਤਾਬ ਪ੍ਰਚਾਰ ਕਰਨਾ ਸ਼ੁਰੂ ਕੀਤਾ ਔਰ 28 ਫਰਵਰੀ ਦੇ ਵਿੱਚ ਇਹ ਘਟਨਾ ਹੁੰਦੀ ਆ ਜਦੋਂ ਬਲੀਦੂਤ ਸਵਰਗਦੂਤ ਥੱਲੇ ਆਉਂਦਾ ਆ ਬੱਦਲ ਲੋੜੇ ਹੋਏ ਨਬੀ ਕਹਿੰਦਾ 7 ਦੂਤ ਜਦੋਂ ਵਾਪਸ ਗਏ ਤੇ ਜਾਂਦੇ ਜਾਂਦੇ ਕੀ ਬਣਾ ਗਏ ਉਹ ਪਿਰਾਮਿਡ ਬੱਦਲ ਬਣਾ ਗਏ ਬੱਦਲ ਦੀ ਫੋਟੋ ਬਣਾ ਕੇ ਔਰ ਆਏ ਕਿਹਦੇ ਸ਼ੇਪ ਚ ਹੀ ਔਰ ਜੇ ਕਿਹਦੀ ਸ਼ੇਪ ਚ ਬੱਦਲ ਦੀ ਸ਼ੇਪ ਉੱਤੇ ਕਿਨੇ ਜਾਣਨਾ ਚਾਹੁੰਦੇ ਆ हालेलुया ਕਿਨੇ ਪੜਨਾ ਚਾਹੁੰਦੇ ਆ हालेलुया और किने आमीन कहने तैयार हो आमीन आमीन तभी तो वचन आएगा तो आमीन आमीन सच है ये मतलब ये बाइबल ने क्या आया आमीन मलाकी 4 में क्या आमीन आमीन ते दुल्हन भी की कहेगी आमीन हालेलुया हालेलुया नबी की कहना है मैंने आकर 7वीं मोर 402 पैरा मैंने आकर इसको यहाँ पे बता दिया मैंने देखा था नहीं मालूम था कि ये क्या है ये 7 स्वर्गदूतों का एक झुंड था हम इसे याद रखेंगे आपके पास ये टेप है ये कौन सा समय है श्रीमान जितो आप पढ़े नहीं सही है नबी कहता ਤੁਹਾਡੇ ਕੋਲ टेप है और जो टेप कहते हैं वो की कहना है तो ये यही कहना गाना है आमीन अच्छा अब ठीक है यही आप देख रहे हैं 7 स्वर्गदूत पश्चिम में था मैं किचे ही क्योंकि दूध किदे वाल उड़ के गए पश्चिम वाल और ये भी पश्चिम वाल गया कादे ਲਈ ਉਹਨਾਂ ਲਿਖਾਵਟਾਂ ਦਾ ਅਨੁਵਾਦ ਨਬੀ ਕੀ ਕਹਿੰਦਾ आपको याद है छोटे वाले संदेशवाहक पूरब में चले गए दूसरे संदेशवाहक पिंड थोड़ी सी बड़ी चिड़िया पूरब में चली गई और वह मेरे साथ समय पहला दूसरा खिंचाव थे अब तीसरा पश्चिम में आया पहले ते दूसरे ਜਿਹੜੇ ਉਹਨੇ ਦਰਸ਼ਨ ਚ ਦੇਖੇ ਪਿੰਡੋਂ ਆਉਂਦੇ ਛੋਟੀਆਂ ਚਿੜੀਆਂ ਵੱਡੀਆਂ ਚਿੜੀਆਂ ਪਹਿਲਾ ਦੂਸਰਾ ਖਿਚਾਵ ਵੀ ਉਹ ਪੂਰਬ ਚ ਗਏ ਪਰ ਜਿਹੜਾ ਤੀਸਰਾ ਹੈ ਜਿੱਚ 7 स्वर्गदूत है इससे पहला खिंचाव छोटी चिड़ियां है दूसरा खिंचाव ਵੱਡੀ चिड़ियां या कबूतर ही या पिंडू की और तीसरा खिंचाव स्वर्गदूत ही ਕਿਹੜੇ स्वर्गदूत है ही 7 स्वर्गदूत नहीं आज तक ही सुना ना तीसरा खिंचाव वचन का खुलना है तीसरा खिंचाव तलवार है टे सुने 7 पिरामिड के दूत है तो तीसरा खिंचाव भी तो तीसरा खिंचाव ਤੇ ਸਮਝੇ ਕਿਉਂ ਉਹਨਾਂ ਨੂੰ ਹਵਾ ਚ ਲੈ ਗਿਆ ਨਬੀ ਨੂੰ ਕਿਉਂਕਿ ਉਠਾਇਆ ਜਾਂਦਾ ਵਿਸ਼ਵਾਸ ਉਹਨਾਂ ਦੇ ਵਿੱਚ ਹੀ ਤੀਸਰਾ ਖਿਚਾਵ ਵੀ ਉਠਾਇਆ ਜਾਂਦਾ ਵਿਸ਼ਵਾਸ ਸ਼ੁਰੂ ਰਹੇਗਾ ਉਹ ਅਲੱਗ ਟੌਪਿਕ ਉਹਨੂੰ ਫਿਰ ਤੋਂ ਦੇਖਾਂਗੇ ਪਹਿਲੇ ਵਾਪਸ ਇੱਥੇ ਆਉਂਦੇ ਆ ਕਿਹਨੇ ਸੁਣਨ ਲਈ ਤਿਆਰ हालेलुया आमीन अब तीसरे पश्चिम में आया बहुत भयानक गति से सामने आ गया और उन्होंने मुझे ऊपर उठा लिया ये वापस पूरब में आ रहा था इन 7 मोरों के भेद के साथ जैसा कि ये जूनियर जैक्सन के स्वप्न में कहा गया था कि प्रभु ने मुझे उसके लिए अर्थ बताने दिया उस पिरामिड के भीतर की ओर एक श्वेत पत्थर था वहां कुछ नहीं लिखा था यही कारण था कि मुझे पश्चिम में जाना था कि इसे स्वर्गदूतों के संदेशों के साथ जोड़ूं कि यहाँ वापस आकर इसे कलीसिया पर प्रकट करूं आमीन हालेलुया मतलब खाली होने वाला नहीं गया था लैंड गली गया है कि वापस आके कलीसिया से की करा प्रकट करा आमीन हालेलुया हालेलुया स्मरण है मैंने कहा था अगली बातें जो हुई इस आराधनालय में होगी ये बिल्कुल ठीक बात है दूसरी चीज मैं चाहता हूं कि आप ध्यान दें कि क्या हुआ यदि आप इस टेप को सुन रहे हैं तो ये कौन सा समय श्रीमान आप ध्यान देंगे कि एक स्वर्गदूत मेरे लिए बहुत सी ध्यान देने वाला था क्योंकि ਉਹ ਸੱਤਾਂ ਦੇ ਚੋਂ ਨਬੀ ਕਹਿੰਦਾ ਇੱਕ ਵੱਖਰਾ ਹੀ ਜਿਹੜਾ ਜ਼ਿਆਦਾ ਚਮਕਦਾਰ ਸੀ ਔਰ ਉਹ ਦੂਤ ਹੀ ਜਿਹੜਾ 7ਵੀਂ ਮੋੜ ਦੇ ਨਾਲ ਹੀ और कौन है यीशु मसीह ये स्वर्गदूत एक विशेष स्वर्गदूत था वह उल्टे हाथ पर था ये झुंड में जो पिरामिड में रूप था और स्मरण है ये पिरामिड थे जहां वह भेद वाले श्वेत पत्र पर लिखा हुआ नहीं था स्वर्गदूत ने स्वयं ही मुझे उस पिरामिड में उठा लिया परमेश्वर के भेद केवल उन्हें मालूम थे परमेश्वर के भेद किन्हां नूं पता है ਕਿਹੜੇ ਦੂਤਾਂ ਨੂੰ ਸਵਰਗ ਦੂਤਾਂ ਨੂੰ ਹਾਲੇਲੂਇਆ हालेलुया ਤੁਸੀਂ ਸਮਝੇ ये संदेश वक्त उस पिरामिड का अनुवाद करने आए मतलब वो पिरामिड नो अनुवाद करने लिए कौन आया 7 स्वर्गदूत आए और ये तो वापस गए थे जाने जाने की बना गए बदल और बदल है कौन ही मसीह आमीन फोटो ये तो बदल दी खिंची गई तो इदा नहीं है जिदा ये देखने हैं अच्छा टेढ़ी ही हो और खुदा ने नबी ने थोड़े साल बाद जाके कहना सीधा करो मसीह हो सही मैं भी कहता मैंने आप ही नहीं पता चलता ये है की हालेलुया ਉਹ ਬਾਹਰ ਇਹਨੂੰ ਸਿੱਧਾ ਕਰ ਰਿਹਾ ਮਸੀਹ ਆ आमीन ਪਰ ਨਬੀ ਕਹਿੰਦਾ ਇਹ ਦੂਤ ਗਏ ਤੇ ਜਾਂਦੀ ਜਾਂਦੇ ਉਹ ਬੱਦਲ ਬਣਾ ਕੇ ਗਏ ਇਸੇ ਨਬੀ ਕਹਿੰਦਾ ਉਹ ਬੱਦਲ ਹੋਰ ਕੁਝ ਨਹੀਂ ਗਰਜਨਾਵਾਂ ਹੀ ਹੋ हालेलुया
ਔਰ ਗਰਜਨਾਵਾਂ ਲੋਕਾਂ ਨੇ ਚਰਚ ਚ ਲਾਈਆਂ ਹੁੰਦੀਆਂ ਤੇ ਕਹਿੰਦੇ ਨਹੀਂ ਪ੍ਰਗਟ ਹੋਈਆਂ। ਇਸੇ ਬਾਈਬਲ ਚ ਲਿਖਿਆ ਹੈ ਉਹ ਦੇਖਦੇ ਹੋਏ ਵੀ ਨਹੀਂ ਦੇਖਦੇ, ਉਹ ਸੁਣਦੇ ਹੋਏ ਵੀ ਨਹੀਂ ਸੁਣਦੇ, ਉਹ ਸਮਝਦੇ ਹੋਏ ਵੀ ਨਹੀਂ ਸਮਝਦੇ, ਕਿਉਂਕਿ ਭੇਤਾਂ ਦੀ ਸਮਝ ਕੇਵਲ ਤੇ ਕੇਵਲ ਪੁੱਤਰਾਂ ਦੇ ਲਈ। ਹਾਲੇਲੂਇਆ। ਉਹ ਤੁਹਾਡੇ ਲਈ ਤੇ ਮੇਰੇ ਲਈ। ਬਿਲਕੁਲ ਸੱਚ ਹੈ। ਸਾਹਮਣੇ ਲੋਕ ਟੀਵੀ ਨਹੀਂ ਦੇਖਦੇ, ਹਾਲੇਲੂਇਆ। ਸਾਹਮਣੇ ਯीशु मसीह आ गया, ਉਹ ਨਹੀਂ ਹੈ ਮਸੀਹ। ਸਮੇਂ ਦਾ ਸੰਦੇਸ਼ ਹੀ ਹੈ। ਸਹੀ ਆਮੇਨ। ਔਰ ਉਹ ਆਪਣੇ ਆਈ ਮੂਸਾ ਦੇ ਚੇਲੇ ਆ। ਸਾਡੇ ਬਾਪਦਾਂ ਨੇ ਜੰਗਲ 'ਚ ਕੀ ਖਾਦਾ? ਮੰਨਾ ਖਾਦਾ। ਯीशु ਮਸੀਹ ਕਹਿੰਦਾ ਉਹਨਾਂ ਨੇ ਮੰਨਾ ਖਾਦਾ ਹੋਏਗਾ, ਪਰ ਮੈਂ ਮੰਨਾ ਨਹੀਂ ਆ, ਮੈਂ ਉਹ ਰੋਟੀ ਆ ਜਿਹੜੀ ਸਵਰਗ ਤੋਂ ਉਤਰੀ ਹੈ। ਮੈਂ ਗੁਪਤ ਮੰਨਾ ਆ, ਜਿਹੜਾ ਮੇਰੇ को नहीं खाना ਉਹਨਾਂ 'ਚ ਜੀਵਨ ਨਹੀਂ ਆ। ਸੱਚ ਹੈ। और फिर तो संदेश थले आया और ये कहने नहीं यही नबी दे मैसेज जो खाने और यीशु मसीह कहंदा ਉਹ ਨਬੀਆਂ ਦੇ ਮੈਸੇਜ ਦਾ ਤੇ ਸੰਪੂਰਨਤਾ ਮੈਂ ਆਮੇਨ। मेरा गुप्त मन्ना ਆ। और ये दे दो ਇਹ ਨਹੀਂ ਖਾਂਦੇ, ਨਹੀਂ ਪਤਾ ਨਹੀਂ ਕਿਹੜੀ ਸ਼ਾਇਦ ਖਵਾ ਲੱਗਾ ਤੁਹਾਨੂੰ। ਉਹ ਅੱਧੇ ਤੇ ਚਲੀ ਗਏ, ਸਾਨੂੰ ਰਾਖਸ਼ ਬਣਾਉਂਦਾ ਆ, ਆਪਣਾ ਮਾਸ ਆਪਣਾ ਲਹੂ ਪਿਲਾਏਗਾ। ਨਹੀਂ ਇਹ ओरिजिनल प्रभु को है। मन्ने ਨੂੰ ਖਾਣਾ, ਬਿਲਕੁਲ ਸੱਚ ਹੈ। ਇਹ ओरिजिनल प्रभु को वचन ਨੂੰ ਖਾਣਾ, ਆਤਮਾ ਨੂੰ ਲੈਣਾ। और ये ओरिजिनल प्रभु को केवल ਤੇ केवल ਦੁਲਹਨ ਲੈ ਸਕਦੇ ਆ, ਕਿਉਂਕਿ ਜਿਹੜਾ ਨਹੀਂ ਖਾਂਦਾ ਉਹ ਚ ਮੇਰਾ ਕੋਈ ਵੀ ਹਿੱਸਾ ਨਹੀਂ ਹੈ। ਪਰ ਇਹ ਦੁਲਹਨ ਉਹਦਾ ਹਿੱਸਾ ਹੀ, ਇਹ ਮਾਸ ਮੇਗਾ ਮਾਸ ਹੀ, ਉਹਦੇ ਹੱਡੀ ਮੇਗਾ ਹੱਡੀ ਹੀ। ਆਮੇਨ। ਇਸੇ ओरिजिनल प्रभु को केवल दुल्हन ही ले सकती है। ਆਮੇਨ। ਸੱਚ ਹੈ। ਦੁਲਹਨ ਲੈ ਸਕਦੀ ਹੈ। ਹਾਲੇਲੂਇਆ। ਨਹੀਂ ਹੁਣ ਵਧੀਆ ਲੱਗਦਾ ਹੈ। ਹਾਲੇਲੂਇਆ। ਮੈਨੂੰ ਵਧੀਆ ਲੱਗਦਾ ਹੈ। ਸ਼ਾਇਦ ਤੁਹਾਨੂੰ ਥੋੜਾ ਲੇਟ ਲੱਗਦਾ ਹੋਇਆ, ਪਰ ਮੈਨੂੰ ਵਧੀਆ ਲੱਗਦਾ ਹੈ। ਹਾਲੇਲੂਇਆ। हालेलुया। हालेलुया। अब स्वर्गदूत मेरे उल्टे हाथ पर था, वही वास्तव में अंतिम होगा। सातवां स्वर्गदूत हम उल्टे हाथ सीधों को गिना था, क्योंकि ये मेरे उल्टे हाथ पर था। मुझे देख रहा था, पश्चिम की ओर पूर्व की ओर आ रहा था, उल्टे हाथ की ओर होगा। इसलिए अंतिम दूत का संदेश होगा बहुत ध्यान देने योग्य। स्मरण रहे मैंने कैसे कहा, उसने उसके ये उसका सिर पीछे को, उसके बड़े नुकीले पंख, और कैसे वह मेरी ओर सीधा उड़ाकर आया। अब ये सातवीं मूर्ति आगे जाने, परंतु अब आप ये प्रत्येक जो सबब में है ध्यान दिए, और जिन्हें हम चर्च में बैठे थे तुझे भी ध्यान देना जिदा नबी कहते सही है। नहीं सोचो अगर नबी इतने प्रचार करेंगे तो कितनी महत्व गल्लां होंदियां जो तो कहते आके ध्यान बिल्कुल सच ते कितना जरूरी होएगा ध्यान सच है, देना। बिल्कुल नहीं? सच है। ये कैसी सबर है? हर कोई ठीक प्रतीत हुआ अपनी कुर्सी के किनारे बैठा। हर कोई जो चारों ओर खड़े थे दोपहर 1-2 बजे से दरवाजे के खुलने की प्रतीक्षा में सामने आ गया, दीवारों की ओर चारों ओर खड़े हुआ हाथों पैरों के साथ। ये क्या है? आगे नबी कहता, फिर आप सबको बता दूं कि ये सत्य है। उसने ये लगभग 2 महीने पहले ही बता दिया था। बिल्कुल एग्जैक्टली उन्हें पता ही मैं की गया, क्योंकि श्रीमानो समय मैसेज कदों प्रचार होया दिसंबर 3 तरीक और 28 फरवरी 1903 ਦੇ ਵਿੱਚ ਕੀ ਹੋਇਆ? ਕਿੰਨੇ ਟਾਈਮ ਦੀ? 2 ਮਹੀਨੇ, ਜਨਵਰੀ ਦਾ ਤੇ ਫਰਵਰੀ ਦਾ। ਔਰ ਕਹਿੰਦਾ ਠੀਕ 2 ਮਹੀਨੇ ਪਹਿਲੇ ਖੁਦਾ ਨੇ ਸਾਨੂੰ ਪੂਰਾ ਦੱਸ ਦਿੱਤਾ। ਆਮੀਨ। ਉਹ ਬੇਵਕੂਫ ਨਹੀਂ ਉਹ ਖੁਦਾ ਦਾ ਉਹ ਮੈਸੇਜ ਮੋਟੇ ਕਰਨ ਨਹੀਂ ਆਇਆ। सही है। ਉਹ ਤਾਂ ਸੁਣਾਇਆ ਮੇਰੇ ਕੋ ਬੜਾ ਪ੍ਰਕਾਸ਼ਨ, ਉਹ ਇੱਕ ਕਮਲੀ ਦੀ ਆਇਆ ਹੀ ਭੈਣ ਭਾਈਓ, ਕਿਉਂਕਿ ਉਹਨੂੰ ਪਤਾ ਹੀ ਜੇ ਅਗਰ ਗਰਜਨਾਵਾਂ ਨਹੀਂ ਖੁੱਲੀਆਂ ਤੇ ਇਹਨਾਂ ਦੇ ਮਨ ਪਿਤਾਵਾਂ ਵੱਲ ਹੋਣੇ नहीं है। सही है। हालेलुया। हालेलुया। उसने ये लगभग 2 महीने पहले बता दिया था, इससे पहले कि कभी घटित होता। ये जब मैं पश्चिम में गया ये ना जानते हुए यहाँ अनुवाद के साथ वापस आया हूँ, हालेलुया। जैसा कि उसने मुझसे ये दिया। अब याद रखे इस दर्शन में उसने मुझे दर्शन में एक बात कभी नहीं बताई। जब उसने मुझे ऊपर उठाया मैं डर गया था, मरने जा रहा था, धमाके में मारा गया। आप देखिए वह ये नहीं कर सकते थे। भाई तो मैं वापस आया, नबी कहना थे अनुवाद देना वापस आ। फिर जो मोरा ने मैसेज शुरू करने लगा, नबी बोला कि कहता एक मैसेज मैं चाहना कि पढ़ ली। किन्ने नूं पता है कि पहला मैसेज का नाम की है मोरा दी किताब का? परमेश्वर साधारणता च वास करता है और अपने आप साधारणता च की करता है। नबी की कहता है पहला पार्ट परमेश्वर साधारणता च छुपदा ਉਹਦੇ ਵਿੱਚ ਆਪਣੇ ਆਪ ਨੂੰ ਕੀ ਕਰਦਾ ਹੈ? ਪ੍ਰਗਟ ਕਰਦਾ। ਨਬੀ ਕੀ ਕਹਿੰਦਾ? 103 पैरा इंपॉर्टेंट पैरा। परंतु अब
हम लोग किसी और चीज में हैं, हम वचन में हैं, इसलिए आइए हम ठीक इसके साथ बने रहें। हम बढ़ रहे हैं, हम शिक्षा में हैं। आप अनुभव कर सकते हैं कि मुझ पर कितना तनाव है, मेरे पे कितना किया प्रेशर है। देखिए, क्योंकि यदि मैं कुछ गलत सिखाता हूं तो मुझे इसका उत्तर देना, अगर नबी ਨੂੰ ਜਵਾਬ ਦੇਣਾ ਪੈਣਾ ਹੈ ਭੈਣ ਭਾਈਓ ਗਲਤ ਪ੍ਰਚਾਰ ਕਰਨ ਦੇ ਲਈ, ਤੇ ਸੋਚੋ ਸਾਡਾ ਅੱਜ ਦੇ ਪ੍ਰਚਾਰਕਾਂ ਦਾ ਕੀ ਹਾਲ ਹੋਣ ਵਾਲਾ ਹੈ। ਕੁਝ ਵੀ ਗਲਤ ਸਿਖਾਉਣ ਦੇ ਲਈ ਤੁਹਾਨੂੰ ਹਰ ਇੱਕ ਪਾਸਟਰ ਨੂੰ, ਹਰ ਇੱਕ ਪ੍ਰਚਾਰਕ ਨੂੰ ਜਵਾਬ ਇਸੇ ਬਾਈਬਲ ਦਾ ਦੀ ਬਹੁਤੇ ਉਪਦੇਸ਼ਕ ਨਹੀਂ ਨਬੀ ਤੇ ਪ੍ਰੈਸ਼ਰ ਹੀ ਸਿਖਾਉਣ ਦਾ ਕਿ ਮੈਂ ਗਲਤ ਚੀਜ਼ ਕਦੀ ਵੀ ਨਾ सिखाऊं। आगे इन्हें सुनना चाहते हैं, क्योंकि यदि मैं कुछ गलत सिखाता हूं तो मुझे इसका उत्तर देना होगा, समझिए। इसलिए कोई क्या कहता है मुझे वह नहीं लेना है, मुझे चाहिए, मुझे प्रेरणा में होना चाहिए। ਮੈਨੂੰ ਕੀ ਮਿਲਣੀ ਚਾਹੀਦੀ ਹੈ? ਲੋਕਾਂ ਨੂੰ ਪ੍ਰਚਾਰ ਕਰਨ ਦੇ ਲਈ, ਲੋਕਾਂ ਨੂੰ ਸਿਖਾਉਣ ਦੇ ਲਈ, ਔਰ ਹਰ ਇੱਕ ਪ੍ਰਚਾਰਕ ਕੋਲ ਪ੍ਰੇਰਣਾ ਹੋਣੀ ਚਾਹੀਦੀ ਹੈ ਲੋਕਾਂ ਨੂੰ ਸਿਖਾਉਣ ਦੇ ਲਈ, और तनाव होना चाहिए है कि कहते मैं गलत ना सिखा आगे लिए नहीं। और मैं विश्वास करता हूं कि वह सात स्वर्गदूत जिनके पास 7 गर्जना है इसे प्रदान करेंगे। और प्रेरणा आनी कितों आ 7 दूतां ਤੋਂ जिन्हां कोल 7 की ही गर्जना। ऐसे 7 स्वर्गदूत जो पिरामिड ते आए तो की लेके आए, गर्जनावां लेके आए। इसलिए जो पश्चिम ਚ चल गए तो नबी पश्चिम ਚ ਗਿਆ 7 ਦੂਤਾਂ ਨਾਲ ਭੇਟ ਕੀਤੀ, ਜਦੋਂ ਵਾਪਸ ਆਇਆ ਤਾਂ 7 गर्जना ਦਾ ਅਨੁਵਾਦ ਲੈ ਕੇ ਆਇਆ। और नबी कहता फिर वो हर एक दिन आंदे ही और दूत मैनू की दसदे ही, मैसेज दिंदे ही, और मैं अपने कमरे विच गर्जनावां नू खोलदे देखिया सही है नहीं। इसलिए वो चिट्टा पत्थर और कुछ नहीं, वो 7 गर्जनावां ही। मैं तुहानू की दांगा गुप्त मना दांगा, की समझे? हालेलुया हालेलुया हालेलुया। वो तुहानू गुप्त मन्ना देने वाला है, और गुप्त मन्ना हर एक दे लिए नहीं हुंदा। ठीक, नबी की कहंदा आगे देखो 30 तरीक श्री मानो कई समय उन्हें प्रचार किया, और 31 तरीक मैसेज प्रचार किया उन्हें मुकाबला, जिन्होंने प्रतिरोध भी कहा गया, और इंग्लिश का नाम ही कंटेस्ट, जब कंपटीशन होंदा ना, कंटेस्ट होंदा है ओदा कंटेस्ट। नबी दुआ करन दिया है 29 पैरा 39 पैरा कंटेस्ट मैसेज, मेक अस फिट सर्वेंट्स, सानू वधिया सेवक बना प्रभु, फॉरगिव आवर पास्ट, साडे भूतकाल नू माफ कर दे, ब्लेस आवर फ्यूचर, साडे भविष्य नू आशीष दे, क्योंकि ये न्यू ईयर दी मीटिंग है। ठीक, गाइड अस, साडा सानू मार्गदर्शक दे। ओ लॉर्ड गॉड विद थाई माइटी हैंड, अपने सामर्थी हाथ नाल यहोवा ब्लेस दिस मिनिस्टर्स हियर, जिन्हें भी से बैठे हैं मीटिंग 'ਚ बैठे होने हैं, इन्हां नू ब्लेस कर। ब्लेस ऑल द लेटी, ऑल द विजिटर, जिन्हें भी कलीसिया आया, जिन्हें भी विजिटर बाहरों आया मीटिंग अटेंड करने ਲਈ, ਉਹਨਾਂ ਨੂੰ ਆਸ਼ੀष ਦੇ। बी थाउ विद अस, ਸਾਡੇ ਨਾਲ ਹੋਈ। लॉर्ड वी आर योर सर्वेंट्स, ਅਸੀਂ ਤੇਰੇ ਸੇਵਕ ਹਾਂ। वी गिव आवरसेल्फ होली टू यू, ਅਸੀਂ ਆਪਣੇ ਆਪ ਨੂੰ ਸੰਪੂਰਨ ਤੌਰ ਤੇ ਤੈਨੂੰ ਦਿੰਨੇ ਹਾਂ। फॉर 1963 1963 ਦੇ ਲਈ, that the power of your spirit might have preeminence in our life, ताकि पवित्र आत्मा की सामर्थ साडे जीवन के अंदर संपूर्ण राज करे। इन आवर बीइंग, साडे अंदर हेल्प अस ओ लॉर्ड, साडी मदद कर, फॉरगिव अस, सानू माफ कर, हेल्प अस, साडी मदद कर। वी प्रे, यही दुआ करने, रेज अप माइटी मैन, समर्थी भाई खड़े कर दे, रेज अप माइटी वॉरियर्स ऑफ द फेथ, विश्वास दे योद्धा खड़ा कर दे। ओपन दिस ईयर लॉर्ड, इस साल मेरे पिता खोल दे द हिडन मन्ना, गुप्त मन्ना, रॉक beneath the rock, चट्टान दे थल्ले दी चट्टान नू, that we might see the program of God, कि खुदा दे प्रोग्राम नू देख पाइए। दुआ की करन दे आया, इस साल की खोल दे, चट्टान दे थल्ले दी चट्टान नू खोल दे, गुप्त मन्ने नू, ताकि खुदा दा की देख पाइए, प्रोग्राम देख पाइए। और एक ही गुप्त मन्ना गर्जनावां है, जो कि चट्टान दे थल्ले, जो कि चट्टान दे थल्ले दी चट्टान ही। शफेद पत्थरी, जेड़ा जय पाना गुप्त मन्ना दांगा, शफेद पत्थर दांगा, और ਉਹਦੇ ਤੇ ਇੱਕ ਨਾਮ ਦਾਂਗਾ। आमीन। ऐसे नाम गुप्त मन्ना जय पाया होया दे ਲਈ ਆ। ਗੁਪਤ ਮੰਨਾ ਸਾਰਿਆਂ ਲਈ ਨਹੀਂ ਹੁੰਦਾ। ਹਾਲੇਲੂਇਆ हालेलुया। that might we see the program of God, cap of the pyramids of life, ਸਾਡੇ ਜੀਵਨ ਦੇ ਪਿਰਾਮਿਡ ਨੂੰ ਢੱਕ ਦੇ ਲॉर्ड। put the capstone Jesus Christ, ਉਹਦੇ ਚੋਟੀ ਦਾ ਪੱਥਰ ਮਸੀਹ ਸਾਡੇ ਜੀਵਨ ਦੀ ਪਿਰਾਮਿਡ ਤੇ ਆਏ।
upon each and every one of us, हर एक दे और हर एक जेड़ा भाई भैन इत्थे बैठा दा की दुआ हालेलुया 1963 ਦੇ ਵਿੱਚ ਦੁਆ ਕੀ ਕੀਤੀ ਗਈ ਇਹ ਚਟਾਨ ਦੇ ਥੱਲੇ ਦੀ ਚਟਾਨ ਨੂੰ ਗੁਪਤ ਮੰਨੇ ਨੂੰ ਕੀ ਕਰਦੇ ਖੋਲ ਦੇ और 2 ਮਹੀਨੇ ਬਾਅਦ ਉਹ ਖੁੱਲ ਗਿਆ ਗੁਪਤ ਮੰਨਾ ਆ ਗਿਆ ਹੁਣ ਤੁਹਾਨੂੰ ਪਤਾ ਹੀ ਤਾਂ ਹੈ ਕਿ ਮੰਨਾ ਡਿੱਗਦਾ ਹੀ ਨਹੀਂ ਉਹ ਕਿੱਥੇ ਹੁੰਦਾ ਸੀ ਮੰਨਾ ਬਾਹਰ ਡਿੱਗਦਾ ਸੀ ਉਹ ਸਵੇਰੇ ਸਵੇਰੇ ਜਾਂਦੇ ਸੀ सही है ਟੋਕਰੀਆਂ ਲੈ ਕੇ ਜਾਂਦੇ ਸੀ ਮੰਨਾ अच्छा ਉਹ ਬਾਈਬਲ ਦਾ ਸੀ ਕਿਹੜੇ ਰੰਗ ਦਾ ਹੁੰਦਾ ਸੀ ਚਿੱਟੇ ਰੰਗ ਠੀਕ ਹੁੰਦਾ ਕਿਹੜੇ ਸਾਈਜ਼ ਦਾ ਸੀ ਧਨੀਆ ਵਰਗਾ ना नहीं सही है ਹਰਾ ਧਨੀਆ ਨਹੀਂ ਧਨੀਏ ਦੇ ਬੀਜ ਵਰਗਾ ਧਨੀਆ ਪਾਊਡਰ ਹੁੰਦਾ ਨਾ ਜਿੱਦਾਂ ਬੰਦਾ ਕੋਰੀਐਂਡਰ ਸੀਡ ਹੁੰਦੇ ਉਹ ਛੋਟੇ ਉਹ ਖਾਣ ਚ ਕਿਹੋ ਜਿਹਾ ਹੁੰਦਾ ਸੀ ਮਿੱਠਾ ਸ਼ਹਿਦ ਵਰਗਾ ਔਰ ਉਹਨੂੰ ਕੀ ਕਰਦੇ ਸੀ ਆ ਕੇ ਤੇ ਪੀਸਦੇ ਚੱਕੀ ਚ ਔਰ ਉਹਦੀ ਰੋਟੀਆਂ ਬਣਦੀਆਂ ਤੇ ਮੰਨਾ ਖਾ ਲਿਆ ਠੀਕ और परमेश्वर ने क्या तू इदा कर मूसा ये मन्ना ਤਾਂ ਡਿੱਗਦਾ ਹੈ ਔਰ ਉਹਨੂੰ ਕੱਲ ਤੱਕ ਤੂੰ ਹੀ ਨਹੀਂ ਰੱਖਾ सही ਬਾਈਬਲ ਦਾ ਜੋ ਖਰਾਬ ਹੋ ਜਾਂਦਾ ਹੀ ਉਹਦੇ ਚ ਕੀੜੇ ਪਰ ਇਹਨੂੰ ਛੱਡ ਕੇ ਇੱਕ ਹੋਰ ਹੁੰਦਾ ਹੀ ਮੰਨਾ ਜਿਹੜਾ ਅਤਿ ਪਵਿੱਤਰ ਸਥਾਨ ਦੇ ਅੰਦਰ ਰੱਖਿਆ ਜਾਂਦਾ ਹੈ ਔਰ ਵਾਚਾ ਦੇ ਸੰਦੂਕ ਦੇ ਅੰਦਰ ਸੋਨੇ ਦਾ ਮਰਦਬਾਨ ਹੁੰਦਾ ਹੈ ਉਹਦੇ ਅੰਦਰ ਗੁਪਤ ਮੰਨਾ रखे ਜਿਹੜਾ ਕਦੀ ਵੀ ਖਰਾਬ ਵਿੱਚ ਕੀੜੇ ਨਹੀਂ ਪੈਂਦੇ ਔਰ ਉਹਨਾਂ ਨੂੰ ਸਾਰੇ ਨਹੀਂ ਖਾਂਦੇ ਉਹਨਾਂ ਨੂੰ ਸਿਰਫ ਯਾਜਕ ਖਾਂਦੇ सच है बिल्कुल सच ਉਹਨਾਂ ਨੂੰ ਸਿਰਫ ਸਪੈਸ਼ਲ ਲੋਕ ਖਾਂਦੇ बिल्कुल सच ਹਰ ਇੱਕ ਗਹਿਰਾ ਨੱਥੂ ਗਹਿਰਾ ਨਹੀਂ ਖਾਂਦਾ हालेलुया ਉਹਨੂੰ ਸਿਰਫ ਯਾਜਕ ਖਾਂਦੇ ਇਸੇ ਜਿਹੜਾ ਬਾਹਰ ਮੰਨਾ ਡਿੱਗਦਾ ਉਹਨੂੰ ਸਾਰੇ ਖਾਂਦੇ ਆ सही है ਪਰ ਗੁਪਤ ਮੰਨਾ ਕੇਵਲ ਯਾਜਕਾਂ ਦੀ ਸ਼ਾਹੀ ਮੰਡਲੀ ਦੇ आमीन ਲਈ आमीन ਪਹਿਲੇ ਤੋਂ ਠਹਿਰਾਏ ਹੋਏ ਲੋਕਾਂ ਦੇ ਲਈ ਇਸੇ ਸੱਤ ਕਰ ਜਾਓ ਗੁਪਤ ਮੰਨਾ ਹੈ ਜਿਸ ਤੁਸੀਂ ਤੇ ਮੈਂ ਖਾਣੇ ਹਾਲੇਲੂਇਆ ਹਾਲੇਲੂਇਆ ਇਸੇ ਇਹ ਫਰਕ ਔਰ ਬਾਕੀ ਚਰਚਾਂ 'ਚ ਇਹ ਚਰਚ ਜੋ ਬਾਕੀ ਚਰਚ 'ਚ ਇਹ ਫਰਕ सच है ਸਾਡੇ ਮੈਸੇਜ ਜੋ ਬਾਕੀ ਮੈਸੇਜ 'ਚ ਇਹ ਫਰਕ ਉਹ ਮੰਨਾ ਖਾਂਦੇ ਆ ਪਰ ਭੈਣ ਭਾਈ ਉਹ ਖੁਸ਼ਖਬਰੀ ਇਹ ਆਈ ਗੁਪਤ ਮੰਨਾ हालेलुया ਖਾਂਦੇ आमीन ਮੂੰਹ 'ਚ ਤਾਂ ਮਿੱਠਾ ਲੱਗਦਾ ਆ ਪੇਟ ਕੜਵਾ ਕਰ ਦਿੰਦਾ ਹੈ ਸਹੀ ਹੈ। ਕੋਈ ਖਾਣ 'ਚ ਮਿੱਠਾ ਹੀ ਆ ਅਰੇ ਜਾਣਨੇ ਹੀ ਖੜੇ ਰਹਾਂਗੇ ਹਾਲੇਲੂਇਆ ਕਿਉਂਕਿ ਖੁੱਲੀ ਪੁਸਤਕ ਖਾਣਾ ਆ ਉਹੀ ਤੇ ਗਲੇ ਨਾਮਾ ਹੈ सही है ਖੁੱਲੀ ਪੁਸਤਕ ਕਿਉਂ ਪੁਸਤਕ ਖੁੱਲਦੀ ਹੈ ਨਾ ਹੁਣ ਦੇਖੋ ਪੁਸਤਕ ਮੈਂ ਕਈ ਵਾਰੀ ਦੱਸਣਾ ਨਬੀ ਕੀ ਕਹਿੰਦਾ ਪੁਸਤਕ ਇਹੋ ਜਿਹੀ ਸਪੀਮੋਰ ਦੀ ਜਿਹਨੂੰ ਸਟ੍ਰੈਪ ਲੱਗੇ ਦੇ ਸਹੀ ਹੈ। ਘੜੀ ਦੇ ਸਟ੍ਰੈਪ ਹੁੰਦਾ ਨਾ ਬਿਲਕੁਲ। ਪਟਾ ਇਦਾਂ ਹੀ ਪਟੇ ਟਾਈਪ ਸਟ੍ਰੈਪ ਲੱਗੇ ਕਈ ਵਾਰੀ ਡਾਇਰੀ ਦੇਖੀ ਤੁਸੀਂ ਇਹਦਾ ਸਟ੍ਰੈਪ ਲੱਗਾ ਹੁੰਦਾ सही है ਉੱਤੇ ਟਿਚ ਬਟਨ ਲੱਗਾ ਹੁੰਦਾ ਖੋਲੋ ਇਦਾਂ ਦੇ 7 ਸਟ੍ਰੈਪ ਹੀ ਮੋਹਰਾ ਦੀ ਕਿਤਾਬ ਨੂੰ ਕਿੰਨੇ ਸੁਣਦੇ आमीन ਔਰ ਇਹ ਇੰਨਾ ਸਿੰਪਲ ਆ ਕਿ ਬੱਚੇ ਵੀ ਇਹਨੂੰ ਸਮਝ ਸਕਦੇ ਅਗਰ ਧਿਆਨ ਨਾਲ ਸੁਣਨ पहला स्टेप दूसरा स्टेप तीसरा चौथा पंजवां और छेवां सतवां 7 स्टेप इदा लगे प्रकाश तो के 5 लिखा है कि जेड़ा सियासत ते बैठा ओदे हाथ में एक पोथी देखी जी 7 मोहरा लगा के बंदा और ओदे पिछले पासे बाइबल च लिखा मोहरा लगा के बंद की थी ठीक ठीक और 10वें अध्याय च जो पुस्तक आंदी है बाइबल लिखा और दूसरे हाथ च पुस्तक की है खुली हुई है नबी कहंदा पंजवें अध्याय च देखो पुस्तक बंद और 10वीं च खुल हुन पहला स्टेप खुल गया दूसरा खुल गया 6 स्टेप खुल गए 6 मोहरा खुल गई और 7वीं नहीं खुली तो पूरी पुस्तक खुलेगी इसलिए जरूरी है कि दूध की जो पुस्तक आंदी खुली दी ते सत्ते सत्ते मोहरा टूटनियां चाहिए आमीन आमीन बिल्कुल सच ਇੱਥੇ ਜੋ ਦੂਤ ਆਂਦਾ 1963 ਦੇ ਵਿੱਚ ਤੋਂ ਸੱਤੇ ਮੋਹਰਾ ਟੁੱਟ ਗਈਆਂ ਸੀ ਕਿਉਂਕਿ ਬਾਈਬਲ 'ਚ ਇੱਕੋ ਹੀ ਆਇਆ ਤਾਂ ਜੋ ਸੱਤਵੀਂ ਮੋਹਰ ਖੋਲੀ सच है ਸਵਰਗ 'ਚ ਅੱਧੇ ਘੰਟੇ ਦਾ ਕੀ ਸੀ सन्नाटा ਕਿਉਂਕਿ ਉਹ ਦੂਤ ਥੱਲੇ ਆਂਦਾ ਹੈ ਆਪਣਾ ਬਾਹਾਂ ਉਹਤੇ ਪ੍ਰਿਥਵੀ ਇੱਕ ਪਾਉ ਪ੍ਰਿਥਵੀ ਤੇ ਰੱਖਦਾ ਇੱਕ ਪਾਉ ਸਮੁੰਦਰ ਤੇ ਰੱਖਦਾ ਹੈ ਬਾਈਬਲ ਲਿਖਿਆ ਗਰਜੇ ਆਦੇ ਜਦੋਂ ਗਰਜੇ ਦੇ 7 ਗਰਜੇ ਦੇ ਕੀ ਦੇ ਸੁਣਾਈ ਦਿੰਦੇ ਇਸ ਲਈ ਸਵਰਗ 'ਚ ਸਨਾਟਾ ਹੈ ਕਿਉਂਕਿ ਗਰਜਨਾਵਾਂ ਪ੍ਰਿਥਵੀ ਤੇ ਹੁੰਦੀਆਂ ਹਨ ਕਿਉਂਕਿ ਦੂਤ ਥੱਲੇ सही है ਕਿਉਂਕਿ ਦੁਲਹਨ ਥੱਲੇ ਨਹੀਂ ਯੂ ਨਾ ਦੁਲਹਨ ਨੂੰ ਬਿਆਨ ਕਰਦਾ ਸੀ ਔਰ ਇਹ ਕਿੱਥੇ ਹੀ ਪ੍ਰਕਾਸ਼ ਵਾਕਿਆ 10 ਚ ਤੇ ਦੂਤ ਉੱਥੇ ਹੀ ਆ ਗਿਆ ਔਰ ਫਿਰ ਦੂਤ ਕਿੱਥੇ ਚਲੇ ਜਾਂਦਾ ਇਫਸੀਓ ਚ ਆ ਗਿਆ ਨਾ ਕਿਉਂਕਿ ਫਿਰ ਦੂਤ ਕਿਉਂਕਿ ਦੁਲਹਨ ਫਿਰ ਉੱਥੇ सही है ਕਿਉਂਕਿ ਵਾਪਸ ਇਫਸੀਓ ਜੋ ਦਾ ਦੁਲਹਨ ਦੂਤ ਵੀ ਇਫਸੀਓ ਚਲੇ ਜਾਂਦਾ ਇਸੇ ਦੂਤ ਰੈਵਲੇਸ਼ਨ ਤੋਂ ਪ੍ਰਕਾਸ਼ ਵਾਕਿਆ ਤੋਂ ਇਫਸੀਓ ਵੱਲ ਚਲੇ ਗਏ ਦੁਲਹਨ ਵੀ ਇਫਸੀਓ ਦੇ ਵਿੱਚ ਆਪਣੇ ਨਵੇਂ ਨਾਮ ਨੂੰ ਪਾਉਂਦੀ ਉੱਤੇ ਔਰ ਆਪਣੀ ਜਗ੍ਹਾ ਤੇ ਵਾਪਸ ਆਉਂਦੀ ਹੈ सही ਤੁਸੀਂ ਸਮਝੇ ਔਰ ਇਹ ਗੁਪਤ ਮੰਨਾ ਹੈ ਜਿਹੜਾ ਤੁਹਾਡੇ ਲਈ ਤੇ ਮੇਰੇ ਲਈ ਠਹਿਰਾਇਆ ਗਿਆ ਜਿਹੜਾ ਪਹਿਲੇ ਤੋਂ ਠਹਿਰਾਏ ਹੋਏ ਬੱਚਿਆਂ ਲਈ ਹਰ ਇੱਕ ਦੇ ਲਈ ਨਹੀਂ ਔਰ ਬਾਈਬਲ ਦਾ ਦੀਆ ਮੰਨਾ ਸਵਰਗ ਦੂਤਾਂ ਦੀ ਕੀ ਹੀ
ਰੋਟੀ ਕੀ ਇਸ ਲਈ ਯਿਸੂ ਮਸੀਹ ਕਹਿੰਦਾ ਮੈਂ ਉਹ ਰੋਟੀ ਜਿਹੜੀ ਸਵਰਗ ਤੋਂ ਉਤਰੀ ਹੈ। ਇਸ ਲਈ ਇਹ 7 ਸਵਰਗਦੂਤ ਕਿੱਥੋਂ ਆਏ? स्वर्ग तो है ਗਰਜਨਾਵਾਂ ਕਿੱਥੋਂ ਆਈਆਂ ਸੀ? ਸਵਰਗ। हालेलुया ਕਿਉਂ ਉਹ ਸਵਰਗ ਚੋਂ ਆਈਆਂ? ਦੇਖੋ ਜਿਹੜਾ ਮੂਸਾ ਨੇ ਹੈਕਲ ਬਣਾਇਆ ਸੀ ਕਿਹਨੇ ਸੁਣਦੇ ਆ? आमीन ਜਿਹੜਾ ਮੂਸਾ ਨੇ ਹੈਕਲ ਬਣਾਇਆ ਸੀ ਉਹ ਪ੍ਰਤੀਸ਼ਾਇਆ ਹੈ ਕਿਉਂਕਿ ओरिजिनल ਹੈਕਲ ਕਿਤੇ ਹੀ ਸਵਰਗ सच ਸੀ। है ਕਿਉਂਕਿ ਉਹਨੇ ਕਿਹਾ ਸੀ ਮੂਸਾ ਜਿਹੜੀ ਸਵਰਗ 'ਚ ਹੈਕਲ ਦੇਖਿਆ ਉਹਦੇ ਵਰਗੂ ਉਹਦੇ ਤਾਂ ਵਰਗੂ ਨਹੀਂ। ਸੱਚ ਹੈ ਅਗਰ ਥੱਲੇ ਵਿਹੜਾ ਹੀ ਤੇ ਉੱਪਰ ਵੀ ਵਿਹੜਾ ਹੋਏਗਾ। ਅਗਰ ਥੱਲੇ ਪਵਿੱਤਰ ਸਥਾਨ ਹੀ ਤੇ ਉੱਪਰ ਵੀ ਪਵਿੱਤਰ ਸਥਾਨ ਹੋਏਗਾ। ਅਗਰ ਥੱਲੇ ਅਤ ਪਵਿੱਤਰ ਸਥਾਨ ਹੀ ਤੇ ਉੱਪਰ ਵੀ ਅਤ ਪਵਿੱਤਰ। स्थान होएगा ਅਗਰ ਥੱਲੇ ਵਾਚਾ ਦਾ ਸੰਦੂਕ ਹੀ ਤੇ ਉੱਪਰ ਵੀ ਵਾਚਾ ਦਾ। ਅਗਰ ਥੱਲੇ ਸੋਨੇ ਦਾ ਮਰਦਮਾਨ ਹੀ ਤੇ ਉੱਪਰ ਵੀ ਸੋਨੇ ਦਾ ਮਰਦਮਾਨ ਹੋਣਾ ਚਾਹੀਦਾ ਹੈ। आमीन ਅਗਰ ਥੱਲੇ ਗੁਪਤ ਮੰਨਾ ਹੀ ਤੇ ਉੱਪਰ ਵੀ ਗੁਪਤ ਮੰਨਾ ਹੋਣਾ ਚਾਹੀਦਾ ਹੈ। ਐਸੇ ਸਵਰਗ 7 ਸਵਰਗਦੂਤ ਹੋਰ ਕੁਝ ਨਹੀਂ ਉਸੇ ਮੰਨੇ ਨੂੰ ਲੈ ਕੇ ਆਏ ਤੁਹਾਡੇ ਲਈ ਤੇ ਮੇਰੇ ਲਈ। ਔਰ ਇਹ ਮੰਨਾ ਕਦੀ ਖਰਾਬ ਨਹੀਂ ਹੁੰਦਾ। सच है ਇਹ ਮੰਨੇ ਚ ਕੀੜੇ ਨਹੀਂ ਪੈਂਦੇ। ਹਾਲੇਲੂਇਆ हालेलुया ਤੁਸੀਂ ਸਮਝੇ? ਕਿਉਂਕਿ 7ਵੀਂ ਤੁਰੀ ਵਾਦੀ ਹੈ ਸਵਰਗ ਵਾਚਨ ਦਾ ਸੰਦੂਕ ਕਿੱਥੇ ਖੁੱਲਿਆ ਬਾਈਬਲ ਚਲੀ ਗਿਆ। ਮੈਂ ਚਾਹਨਾ ਪੜ੍ਹ ਲਈ ਹੈ ਜੀ ਪ੍ਰਕਾਸ਼ ਵਾਕਿਆ 11 ਗੁਰੂ ਦੀ 15 ਹੈ। उन्नी तब 11 दी उन्नी तब परमेश्वर का जो मंदिर स्वर्ग देखिया में है, परमेश्वर वह ਦਾ कहाँ ਮੰਦਿਰ गया? ਕਿੱਥੇ ਆ? ਇਸੇ ਸੁਲੇਮਾਨ ਨੇ ਜਿਹੜਾ ਮੰਦਿਰ ਬਣਾਇਆ ਉਹ ਸਵਰਗ ਦੇ ਮੰਦਿਰ ਦੀ ਪ੍ਰਤੀਸ਼ਾਇਆ ਹੀ। ओरिजिनल ਮੰਦਿਰ ਸਵਰਗ 'ਚ ਹੀ। ਇਸੇ ਜਦੋਂ ਯਿਸੂ ਮਸੀਹ ਇੱਥੇ ਭੇਡ ਬੱਕਰੀਆਂ ਥੱਲੇ ਮਾਰੀਆਂ ਜਾਂਦੀਆਂ ਤੇ ਉਹਨਾਂ ਦਾ ਲਹੂ ਇਸ ਮੰਦਿਰ ਚੜਾਇਆ ਜਾਂਦਾ ਹੈ। ਭਾਈ ਜਦੋਂ ਪਰਮੇਸ਼ਵਰ ਦਾ ਮੇਮਨਾ ਬਣਾਇਆ ਗਿਆ ਤੇ ਬਾਈਬਲ ਲਿਖਿਆ ਉਹਦਾ ਲਹੂ ਸਵਰਗ 'ਚ ਚੜਾਇਆ ਗਿਆ। हालेलुया ओरिजिनल ਮੰਦਿਰ ਦੇਖੋ ਜਦੋਂ ਸਬਸਟੀਟਿਊਟ ਮੇਮਨਾ ਆਈ ਤੇ ਸਬਸਟੀਟਿਊਟ ਮੰਦਿਰ 'ਚ ਲਹੂ ਹੀ। ਭਾਈ ਜਦੋਂ ओरिजिनल ਮੇਮਨਾ ਆਇਆ ਤੇ ਮੰਦਿਰ ਵੀ ओरिजिनल ਚਾਹੀਦਾ ਹੈ। ਇਸ ਲਈ ਉਹ ਪਾਪਾ ਨੂੰ ਸਿਰਫ ਟੱਕ ਪਾਇਆ ਪਰ ਪਾਪਾ ਦੀ ਮਾਫੀ ओरिजिनल ਮੇਮਨੇ ਦੇ ਲਹੂ ਚੜਾਏ ਜਾਣ ਨਾਲ ਹੋਈ। हालेलुया हालेलुया ਤੁਸੀਂ ਸਮਝੇ? ਅੱਗੇ और उसके मंदिर में उसकी वाचा का संदूक दिखाई दिया और बिजलियां और शब्द और गर्जन और भूकंप हुए और बड़े ओले आमीन पड़े। आमीन ਇਸੇ ਹੀ ਜਦੋਂ ਵਾਚਨ ਸੁਖ ਸਵਰਗ 'ਚ ਖੁੱਲਿਆ 7ਵੀਂ ਤੁਰੀ ਦੇ ਨਾਲ ਤੇ ਗਰਜਨਾਵਾਂ ਸਵਰਗ ਤੋਂ ਹੁੰਦੀਆਂ आमीन ਕਿਉਂਕਿ ਵਾਚਨ ਸੰਦੂਕ ਉੱਪਰ ਹੀ सही ਇਹਨੇ ਦਰਸ਼ਨ 'ਚ ਦੇਖਿਆ। ਪਰ ਜਦੋਂ ਉਹੀ ਮੰਨਾ ਥੱਲੇ ਆਉਂਦਾ ਹੈ ਤੇ ਗਰਜਨਾਵਾਂ ਫਿਰ ਤੋਂ ਧਰਤੀ 'ਤੇ ਹੁੰਦੀਆਂ ਔਰ ਇਹੀ ਮੰਨਾ ਜੋ ਤੁਹਾਡੇ ਅੰਦਰ ਜਾਂਦਾ ਹੈ ਤੇ ਗਰਜਨਾਵਾਂ ਫਿਰ ਤੋਂ ਤੁਹਾਡੇ ਅੰਦਰ ਹੁੰਦੀਆਂ। 7 ਗੁਣ ਤੁਹਾਡੇ ਅੰਦਰ ਕੰਮ ਕਰਦੇ ਹੋਏ 7 ਜੀਵਤ ਵਾਜਾਂ 7 ਲਾਈਟਾਂ ਫਿਰ ਤੋਂ ਤੁਹਾਡੇ ਅੰਦਰ ਕੰਮ ਕਰਦੇ ਹੋਈਆਂ। ਇਹੀ ਲਾਈਟਾਂ ਹੀ ਜਿਹੜੀਆਂ ਪਤਰਸ ਤੇ ਆਈਆਂ ਹੈ। ਇਹੀ ਲਾਈਟਾਂ ਹੀ ਜਿਹੜੀ ਪੌਲਸ ਨਾਲ ਟਕਰਾਈਆਂ ਹੈ। ਨਬੀ ਕਹਿੰਦਾ ਐਂਬਰ ਕਲਰ ਦਾ ਛੋਟੀ ਦਾ ਪੱਥਰ ਹੈ ਪਰ ਐਂਬਰ ਕਲਰ ਹੀ ਤੁਸੀਂ ਹੋਣ ਵਾਲੇ ਹੋ। ਇਸ ਲਈ ਇਹ ਦੁਨੀਆ ਐਂਬਰ ਹੋਣ ਵਾਲੀ ਹੈ। हालेलुया ਹਰੇ ਰੰਗ ਦੀ ਹੋਣ ਵਾਲੀ ਨਬੀ ਕਹਿੰਦਾ। ਹਾਲੇਲੂਇਆ हालेलुया ਹਾਲੇਲੂਇਆ ਹਾਲੇਲੂਇਆ हालेलुया ਹਾਲੇਲੂਇਆ हालेलुया ਐਸੇ ਲੋਕੀ ਸਿਰਫ ਮੰਨਾ ਖਾਂਦੇ ਆ ਪਰ ਭਾਈ ਉਹ ਖੁਸ਼ਖਬਰੀ ਹੈ ਦੁਨੀਆ ਗੁਪਤ ਮੰਨੇ ਨੂੰ ਖਾਂਦੇ ਆ। ਉਹ ਗੁਪਤ ਮੰਨਾ ਤੁਹਾਡੇ ਲਈ ਤੇ ਮੇਰੇ ਲਈ ਪ੍ਰਗਟ ਕੀਤਾ ਗਿਆ ਇਹਨਾਂ ਦਿਨਾਂ ਵਿੱਚ। ਉਹ ਦੂਤ ਥੱਲੇ ਆਇਆ ਔਰ ਮਲਾਕੀ 4 ਨੂੰ ਕਿਤਾਬ ਦਿੱਤੀ ਔਰ ਮਲਾਕੀ 4 ਨੇ ਉਸ ਕਿਤਾਬ ਤੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਸੇ 63 ਦੇ ਬਾਅਦ ਉਹਦੇ ਮੈਸੇਜ ਨੂੰ ਚੁੱਕ ਕੇ ਦੇਖ ਲਓ ਅਲੱਗ ਹੀ ਲੈਵਲ ਦੇ ਹੋਣਗੇ। ਸਹੀ ਹੈ, ਬਿਲਕੁਲ ਫਿਰ ਉਹ ਸੱਚ। ਕਹਿੰਦਾ ਦੇਖੋ ਪ੍ਰਕਾਸ਼ ਵਾਕਿਆ 10 ਸਾਲ ਪੂਰਾ ਹੋ ਗਿਆ। आमीन ਨਬੀ ਇੱਕ ਮੈਸੇਜ ਕਹਿੰਦਾ ਲੂਕਾ 17 ਦੀ ਪੂਰਾ ਹੋ ਗਿਆ। ਲੂਕਾ 17 ਦੀ ਮਨੁੱਖ ਦੇ ਪੁੱਤਰ ਦਾ ਕੀ ਹੋਣਾ? ਪ੍ਰਗਟ ਹੋਣਾ। ਮਤਲਬ ਮਨੁੱਖ ਦਾ ਪੁੱਤਰ ਪ੍ਰਗਟ ਹੋ ਗਿਆ। ਹਾਂਜੀ ਸਹੀ ਹੈ। ਯਿਸੂ ਮਸੀਹ ਦੇ ਬਾਅਦ ਅਗਰ ਕੋਈ ਦਿਨ ਹੀ ਮਨੁੱਖ ਦੇ ਪੁੱਤਰ ਦੇ ਤੇ ਹੋਏ आमीन आमीन बिल्कुल ਜਦੋਂ ਇਹ सच ਮਲਾਕੀ 4 ਦੇ ਅੰਦਰ ਮਨੁੱਖ ਦਾ ਪੁੱਤਰ ਕੀ ਹੋਇਆ? ਉਹਨੂੰ ਪ੍ਰਗਟ ਤੇ ਹੋ ਕੇ ਗਿਆ ਪਰ ਵਾਪਸ ਵੀ ਆਉਣ ਵਾਲਾ ਹੈ। ਬਾਈਬਲ ਦਾ ਸਹੀ ਜਦੋਂ ਵਾਪਸ ਆਏਗਾ ਤਾਂ ਕਿਆ ਵਿਸ਼ਵਾਸ ਨੂੰ ਪਾਏਗਾ? ਇਸ ਤੇ ਜਦੋਂ ਪ੍ਰਗਟ ਹੋ ਗਿਆ ਤੇ ਵਿਸ਼ਵਾਸ ਨੂੰ ਉਲਟਾ ਕੇ ਗਿਆ ਤਾਂ ਕਿ ਜਦੋਂ ਮੈਂ ਵਾਪਸ ਆਵਾਂ ਤੇ ਵਿਸ਼ਵਾਸ ਨੂੰ ਤੁਹਾਡੇ ਅੰਦਰ ਪਾਵਾਂ। आमा ਸੱਤ ਗਰਜਾਂ ਉਠਾਏ ਜਾਂਦੇ ਕੀ ਦਿੰਦੀਆਂ ਵਿਸ਼ਵਾਸ। ਪਰ ਜਦੋਂ ਵਿਸ਼ਵਾਸ ਨੂੰ ਪਾਏਗਾ ਤਾਂ ਤੁਹਾਨੂੰ ਲੈ ਕੇ ਚੱਲ ਜਾਏਗਾ। ਹਾਲੇਲੂਇਆ ਹਾਲੇਲੂਇਆ। ਕਿੰਨੇ ਖੁਸ਼ ਆ? आमीन ਕਿੰਨੇ ਗੁਪਤ ਮੰਨੇ ਚੋਂ ਖਾਂਦੇ ਆ? हालेलुया ਹੁਣ ਕਿੰਨੇ ਪ੍ਰਭੂ ਭੋਜ ਖਾਣ ਲਈ ਤਿਆਰ ਆ? ओरिजिनल ਪ੍ਰਭੂ ਭੋਜ ਪੈਣ ਪਾਈ ਹੋਈ ਹੀ। सच ਪਹਿਲਾ ਪ੍ਰਭੂ ਭੋਜ ਆਦਮ ਨੇ ਲੈਂਦਾ ਸੀ ਉਹ ਸ਼ੁਰੂ ਹੋ ਗਿਆ ਕੰਮ ਪ੍ਰਭੂ ਇਹਦਾ। ਮੈਂ ਵੀ ਕਹਿੰਦਾ ਪ੍ਰਭੂ ਭੋਜ ਕੀ ਹੈ? ਆਪਾਂ ਮਿਲ ਕੇ ਇਕੱਠੇ ਰੋਟੀ ਵੀ ਖਾ ਲੈਂਦੇ ਨੇ। ਐਕਚੁਅਲੀ ਵੀ ਇੱਕ ਭੋਜ सही है ਪ੍ਰਭੂ ਭੋਜ ਉੱਤੇ ਬੰਦਗੀ ਨਹੀਂ ਜਦੋਂ ਯਿਸੂ ਮਸੀਹ ਨੇ ਕੀਤਾ ਸੀ। ਯਿਸੂ ਮਸੀਹ ਨੇ ਨਾਰਮਲ ਭੋਜ ਕੀਤਾ ਸੀ। बिल्कुल ਉਹ ਚ ਪ੍ਰਭੂ ਸ਼ਾਮਿਲ ਸੀ ਤੇ ਉਹ ਭੋਜ ਪ੍ਰਭੂ ਭੋਜ। सही है ਇਸੇ ਕੋਈ ਵੀ ਭੋਜ ਜਿਹ ਚ ਪ੍ਰਭੂ ਨਹੀਂ ਆ ਤੇ ਉਹ ਪ੍ਰਭੂ ਭੋਜ ਨਹੀਂ। ਕੋਈ ਵੀ ਭੋਜ ਜਿਹ ਚ ਪ੍ਰਭੂ ਆ ਜਾਏ ਉਹ ਪ੍ਰਭੂ ਭੋਜ ਹੋਏ। ਜੇ ਤੁਸੀਂ ਸ਼ਰਾਬ ਪੀਂਦੇ ਹੁੰਦੇ ਜਾਂ ਕਿਤੇ ਘੁੰਮਣ ਗਏ ਹੁੰਦੇ ਆ ਤੇ ਉਹ ਪ੍ਰਭੂ ਭੋਜ ਨਹੀਂ। ਆਪਾਂ ਬਹਿ ਕੇ ਇੱਕ ਦੂਸਰੇ ਨਾਲ ਗੱਲ ਕਰਨੇ ਉਹ ਪ੍ਰਭੂ ਭੋਜ। आमीन बिल्कुल ਇੱਕ सच ਦੂਸਰੇ ਨਾਲ ਮਿਲਨੇ ਉਹ ਪ੍ਰਭੂ ਭੋਜ। ਆਪਾਂ ਇੱਥੇ ਨਹੀਂ ਕਰ ਸਕਦੇ ਕਿ ਇੱਥੇ ਪੈਰ ਧੋਤੇ ਆ ਪ੍ਰਭੂ ਭੋਜ ਦੀ ਮੀਟਿੰਗ ਤੋਂ ਪਹਿਲੇ ਉਹ ਬਾਹਰ ਜਾ ਕੇ ਨਫ਼ਰਤ ਕਰੀਏ ਉਹ ਪ੍ਰਭੂ ਭੋਜ ਨਹੀਂ ਹੈ। बिल्कुल सच यस
ਉਹ ਭੋਜ ਹੋਏਗਾ ਪਰ ਪ੍ਰਭੂ ਦਾ ਨਹੀਂ ਸੋ ਕਿੰਨੇ ਧਿਆਨ ਇਸ ਲਈ ਇਹ ਗਰਜਨਾਵਾਂ ਦਾ ਮੈਸੇਜ ਇਨਾ ਇੰਪੋਰਟੈਂਟ ਇਹ ਹੀ original ਪ੍ਰਭੂ ਹਾਲੇਲੂਇਆ ऐसे सात गर्जन में से दो रूप चांदा है पहले वचन बन के फिर आत्मा बन के ही ओरिजिन प्रोपोज वचन और आत्मा रोटी और ताकत नहीं कितने लाइन लिखे आ रहे हैं